तो देखिए 4 नंबर बेट वाले। हाँ जी बाकी मैं भी बताऊँ ना आपने क्या होना नहीं बताया। ठीक है तो है बताऊँ लगा को बोल दिया। सर सत श्री अकाल जी। लाइट क्यों पे है स्पेक्स पे। पंखा बंद कर देता। अच्छा सो जाती है। ओके हाँ जी लेट स्टार्ट। गुड मॉर्निंग जी साਰਿਆਂ ਨੂੰ। ਅੱਜ ਅਸੀਂ ਡਿਸਕਸ ਕਰਾਂਗੇ ਨੈਪਸੀਲਰ ਐਗਜ਼ਾਮੀਨੇਸ਼ਨ ਪੇਪਰ ਨੰਬਰ 4। ਨੈਪਸੀਲਰ ਐਗਜ਼ਾਮੀਨੇਸ਼ਨ ਪੇਪਰ ਨੰਬਰ 4 ਤੇ ਬੁੱਕ ਹੈਗੀ ਜੀ ਇਹਦੀ ਰਜਿਸਟ੍ਰੇਸ਼ਨ ਐਕਟ 1908। ਰਜਿਸਟ੍ਰੇਸ਼ਨ ਐਕਟ 1908 ਦੁਬਾਰਾ ਫਿਰ ਰਿਪੀਟ ਕਰਨ ਲੱਗਿਆ ਜੀ। ਟੁਡੇ ਵੀ ਵਿਲ ਡਿਸਕਸ ਨੈਪਸੀਲਰ ਐਗਜ਼ਾਮੀਨੇਸ਼ਨ ਪੇਪਰ ਨੰਬਰ 4 ਤੇ ਬੁੱਕ ਹੈਗੀ ਜੀ ਜਿਹੜੀ ਅਸੀਂ ਪੜਾਂਗੇ ਅੱਜ ਦੀ ਰਜਿਸਟ੍ਰੇਸ਼ਨ ਐਕਟ 1908। ਅਸੀਂ ਤੋਂ ਪਹਿਲਾਂ ਪੜ੍ਹ ਚੁੱਕੇ ਸੀ ਸੈਕਸ਼ਨ 22 ਤੱਕ। ਅੱਜ ਅਸੀਂ ਦਾ ਪਾਰਟ ਨੰਬਰ 4। ਪਾਰਟ ਨੰਬਰ 4 ਨਿਕਾਲੋ ਜੀ, ਆਪਣੀ ਆਪਣੀਆਂ ਬੁੱਕਸ ਖੋਲੋ। ਪਾਰਟ ਨੰਬਰ 4 from section 23. Today we will study from section 23 onward. Section 23. Part number 4 of the time of presentation. Of the time of presentation. ਕਿਸੇ ਡਾਕੂਮੈਂਟ ਨੂੰ ਪ੍ਰੈਜ਼ੈਂਟ ਕਰਨ ਦਾ ਕੀ ਟਾਈਮ ਹੁੰਦਾ ਹੈ, ਉਹਦੇ ਸੰਬੰਧ ਵਿੱਚ ਜਿਹੜੀਆਂ ਸੈਕਸ਼ਨਸ ਹੈਗੀਆਂ ਨੇ ਇੱਥੇ ਅਸੀਂ ਡੀਲ ਕਰਾਂਗੇ। ਜਿਹੜਾ ਕਿ ਇਨ ਪ੍ਰੈਕਟੀਕਲ ਤੁਸੀਂ ਸਾਰਿਆਂ ਨੇ ਫਿਊਚਰ ਦੇ ਵਿੱਚ ਕੰਮ ਕਰਨਾ ਹੈਗਾ, ਉਦੋਂ ਤੁਹਾਨੂੰ ਇਸ ਸੈਕਸ਼ਨ ਦੀ ਇਸ ਪਾਰਟ ਦੀ ਜਿਹੜੀ ਜਾਣਕਾਰੀ ਹੋਣੀ ਹੈ ਬਹੁਤ ਜ਼ਰੂਰੀ ਹੈਗੀ ਹੈ, ਕਿਉਂਕਿ ਤੁਸੀਂ ਪ੍ਰੈਕਟੀਕਲੀ ਤੌਰ ਤੇ ਤੁਹਾਡੇ ਕੋਲੇ ਜਿਹੜੀਆਂ ਪ੍ਰੋਬਲਮ ਹੁੰਦੀਆਂ ਨੇ ਤੁਹਾਡੇ ਸਾਹਮਣੇ ਤੁਸੀਂ ਫੇਸ ਕਰਨੀਆਂ ਹੁੰਦੀਆਂ ਤੁਹਾਡੇ ਵੱਲੋਂ। ਤੇ ਇਸ ਕਰਕੇ ਇਸ ਤੋਂ ਪਹਿਲਾਂ ਕਿ ਤੁਹਾਨੂੰ ਕੋਈ ਗੁੰਮਰਾਹ ਕਰੇ ਤੇ ਤੁਹਾਨੂੰ ਜਿਹੜੀ ਐਕਟ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਕਿਵੇਂ ਤੁਸੀਂ ਰਜਿਸਟ੍ਰੇਸ਼ਨ ਕਰਨੀ ਹੈ, ਰਜਿਸਟਰੀਆਂ ਕਰਨੀਆਂ ਨੇ, ਉਹਦੇ ਵਿੱਚ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ। ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਤੁਸੀਂ ਸਾਰੇ ਜਿਹੜੇ ਬੁੱਕਸ ਖੋਲੀਆਂ ਹੋਣੀਆਂ ਜੀ ਆਪਣੀਆਂ ਦੀ ਰਜਿਸਟ੍ਰੇਸ਼ਨ ਐਕਟ 1908 ਫਰੋਮ ਸੈਕਸ਼ਨ 22 ਤੱਕ ਅਸੀਂ ਪਹਿਲਾਂ ਪੜ੍ਹ ਚੁੱਕੇ ਸੀਗੇ। ਅੱਜ ਪਾਰਟ 4 ਅਸੀਂ ਡਿਸਕਸ ਕਰ ਰਹੇ ਹਾਂ ਸੈਕਸ਼ਨ ਨੰਬਰ 23 ਤੋਂ। 23 ਸੈਕਸ਼ਨ ਕੀ ਹੈ ਜੀ? ਟਾਈਮ ਆਫ ਪ੍ਰੈਜ਼ੈਂਟਿੰਗ ਦਾ ਡਾਕੂਮੈਂਟਸ। ਕਿਹੜਾ ਟਾਈਮ ਹੈ, ਕਿੰਨਾ ਟਾਈਮ ਹੈਗਾ ਦਿੱਤਾ ਗਿਆ ਕਿਸੇ ਡਾਕੂਮੈਂਟ ਨੂੰ ਪ੍ਰੈਜ਼ੈਂਟ ਕਰਨ ਦੇ ਲਈ। ਪ੍ਰੈਜ਼ੈਂਟ ਕਦੋਂ ਕੀਤਾ ਜਾਂਦਾ ਡਾਕੂਮੈਂਟ? ਜਦੋਂ ਪਹਿਲਾਂ ਪਾਰਟੀਆਂ ਦੇ ਸਾਈਨ ਹੋ ਜਾਣ। ਅਥੋਰਾਈਜ਼ ਜਿਹੜਾ ਡਾਕੂਮੈਂਟ ਰਾਈਟਰਸ ਹੁੰਦੇ ਨੇ ਉਹਦੇ ਵੱਲੋਂ ਲਿਖਿਆ ਜਾਵੇ ਕੋਈ ਡਾਕੂਮੈਂਟ ਤੇ ਉਸ ਤੋਂ ਬਾਅਦ ਪਾਰਟੀਆਂ ਵੱਲੋਂ ਐਗਜ਼ੀਕਿਊਟ ਕੀਤਾ ਜਾਵੇ। ਐਗਜ਼ੀਕਿਊਟ ਮਤਲਬ ਜਦੋਂ ਬੋਥ ਆ ਪਾਰਟੀ ਵਿਦ ਦਾ ਵਿਟਨੈਸ ਇਨ ਦਾ ਪ੍ਰੈਜ਼ੈਂਸ ਆਫ ਦਾ ਵਿਟਨੈਸ, ਜਦੋਂ ਦੋਨੋਂ ਪਾਰਟੀਆਂ ਕਿਸੇ ਵਿਟਨੈਸ ਦੀ ਹਾਜ਼ਰੀ ਦੇ ਵਿੱਚ ਡਾਕੂਮੈਂਟ ਨੂੰ ਕਿਸੇ ਨੂੰ ਸਾਈਨ ਕਰਦੀਆਂ ਨੇ, ਉਦੋਂ ਡਾਕੂਮੈਂਟ ਜਿਹੜਾ ਹੁੰਦਾ ਐਗਜ਼ੀਕਿਊਟ ਹੋ ਜਾਂਦਾ। ਇੱਕ ਹੁੰਦੀ ਐਗਜ਼ੀਕਿਊਸ਼ਨ, ਇੱਕ ਹੁੰਦੀ ਹੈ ਰਜਿਸਟ੍ਰੇਸ਼ਨ। ਦੇयर इज अ डिफरेंस बिटवीन एग्जीक्यूशन एंड रजिस्ट्रेशन। ਜਦੋਂ ਪਾਰਟੀਆਂ ਕਿਸੇ ਡਾਕੂਮੈਂਟ ਨੂੰ ਡਾਕੂਮੈਂਟ ਰਾਈਟਰ ਦੇ ਦਫ਼ਤਰ ਦੇ ਵਿੱਚ ਬੈਠ ਕੇ ਸਾਈਨ ਕਰ ਲੈਂਦੀਆਂ ਨੇ, ਦੋਨੇ ਪਾਰਟੀਆਂ ਆਪਦਾ ਲੈਣ ਦੇਣ ਵੀ ਕੁਝ ਕਰ ਲੈਂਦੀਆਂ ਨੇ, ਕੁਝ ਸਬ ਰਜਿਸਟਰਾਰ ਦੇ ਸਾਹਮਣੇ ਕਰਨਾ ਹੁੰਦਾ ਹੈ। ਦੋ ਪਾਰਟੀਆਂ ਦੇ ਸਾਈਨ ਹੋ ਜਾਂਦੇ ਨੇ, ਗਵਾਹਾਂ ਦੀ ਗਵਾਹੀ ਪੈ ਜਾਂਦੀ ਹੈ, ਉਦੋਂ ਜਿਹੜਾ ਡਾਕੂਮੈਂਟ ਹੁੰਦਾ ਉਹ ਐਗਜ਼ੀਕਿਊਟ ਹੋ ਚੁੱਕਿਆ ਹੁੰਦਾ। ਮਤਲਬ ਕਿ ਟ੍ਰਾਂਸਫਰ ਉਦੋਂ ਕਨਫਰਮ ਹੋ ਚੁੱਕੀ ਹੁੰਦੀ ਹੈ। ਕੋਈ ਰਜਿਸਟਰੀ ਦਾ ਡਾਕੂਮੈਂਟ ਹੈ, ਕੋਈ ਸੇਲ ਦਾ ਡਾਕੂਮੈਂਟ ਹੈ, ਜਦੋਂ ਦੋਨੇ ਪਾਰਟੀਆਂ ਨੇ ਬੈਠ ਕੇ ਡਾਕੂਮੈਂਟ ਰਾਈਟਰ ਦੇ ਕਮਰੇ ਦੇ ਵਿੱਚ ਬੈਠ ਕੇ ਦੋਨੇ ਪਾਰਟੀਆਂ ਦੇ ਸਾਈਨ ਹੋ ਗਏ, ਹਾਜ਼ਰੀ ਪੈ ਗਈ, ਵਿਟਨੈਸ ਦੀ ਹਾਜ਼ਰੀ ਦੇ ਵਿੱਚ ਸਾਈਨ ਹੋ ਗਏ, ਉਦੋਂ ਜਿਹੜੀ ਤੁਹਾਡੀ ਸੇਲ ਹੁੰਦੀ ਹੈ ਉਹ ਮੁਕੰਮਲ ਹੋ ਚੁੱਕੀ ਹੁੰਦੀ ਹੈ। ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਸੇਲ ਨਹੀਂ ਹੋਈ।
ਪਾਰਟੀਆਂ ਦੇ ਵਿਚਕਾਰ ਜਿਹੜੀ ਸੇਲ ਹੁੰਦੀ ਹੈ ਉਹ ਮੁਕੰਮਲ ਹੋ ਚੁੱਕੀ ਹੁੰਦੀ ਹੈ। ਬਾਕੀ ਕੀ ਰਹਿ ਜਾਂਦੀ ਹੈ? ਰਜਿਸਟ੍ਰੇਸ਼ਨ। ਰਜਿਸਟ੍ਰੇਸ਼ਨ ਕਾਹਦੇ ਲਈ ਹੁੰਦੀ ਹੈ? ਰਜਿਸਟਰੀ ਇਸ ਲਈ ਹੁੰਦੀ ਹੈ ਕਿਉਂਕਿ ਜਿਹੜਾ ਡਾਕੂਮੈਂਟ ਹੁੰਦਾ ਉਹ ਸਾਡਾ ਪ੍ਰਾਈਵੇਟ ਡਾਕੂਮੈਂਟ ਹੁੰਦਾ। ਜਿਹੜੀ ਸਾਡੀ ਸੇਲ ਪਰਚੇਜ ਹੁੰਦੀ ਹੈ ਉਹ ਐਕਚੁਅਲ ਦੇ ਵਿੱਚ ਹੋ ਚੁੱਕੀ ਹੁੰਦੀ ਹੈ, ਪਰ ਡਾਕੂਮੈਂਟ ਨੂੰ ਪਬਲਿਕ ਕਰਨ ਦੇ ਲਈ, ਰੈਵਨਿਊ ਰਿਕਾਰਡ ਦੇ ਵਿੱਚ ਐਂਟਰੀ ਕਰਨ ਦੇ ਲਈ ਅਸੀਂ ਉਹਦੀ ਰਜਿਸਟਰੀ ਕਰਵਾਉਂਦੇ ਹਾਂ। ਹੁਣ ਇੱਥੇ ਆ ਗਈ ਸੈਕਸ਼ਨ 23 ਕੀ ਕਹਿੰਦੀ ਹੈ। ਮੰਨ ਲਓ ਪਾਰਟੀਆਂ ਨੇ ਡਾਕੂਮੈਂਟ ਸਾਈਨ ਕਰ ਲਿਆ, ਤਾਂ ਪਾਰਟੀਆਂ ਕੋਲ ਕਿੰਨਾ ਸਮਾਂ ਹੁੰਦਾ ਹੈ, ਕਦੋਂ ਕਿੰਨੇ ਸਮੇਂ ਦੇ ਅੰਦਰ ਅੰਦਰ ਜਿਹੜਾ ਡਾਕੂਮੈਂਟ ਹੈਗਾ ਤਹਿਸੀਲਦਾਰ ਦੇ ਆਫਿਸ ਵਿੱਚ, ਸਬ ਰਜਿਸਟਰਾਰ ਦੇ ਆਫਿਸ, ਸਬ ਰਜਿਸਟਰਾਰ ਜਾਂ ਜੁਆਇੰਟ ਸਬ ਰਜਿਸਟਰਾਰ, ਮੇ ਵੀ ਦਾ ਰਜਿਸਟਰਾਰ ਹੋ ਸਕਦਾ। ਕੋਈ ਡਾਕੂਮੈਂਟ ਐਸਾ ਹੈ ਜਿਹੜਾ ਰਜਿਸਟਰਾਰ ਦੇ ਆਫਿਸ ਵੀ ਰਜਿਸਟਰ ਹੋ ਸਕਦਾ ਹੈ, ਵੀ ਉਸ ਪ੍ਰੋਪਰ ਆਫਿਸ ਦੇ ਵਿੱਚ ਕਿੰਨੇ ਸਮੇਂ ਦੇ ਅੰਦਰ ਅੰਦਰ ਰਜਿਸਟਰ ਪੇਸ਼ ਕਰਨਾ ਹੁੰਦਾ, ਪ੍ਰੈਜ਼ੈਂਟ ਕਰਨਾ ਹੁੰਦਾ ਹੈ। ਇੱਥੇ ਜਿਹੜਾ ਟਾਈਮ ਦਿੱਤਾ ਗਿਆ ਹੈ ਬਿੱਲ ਨੂੰ ਛੱਡ ਕੇ, ਜਿਹੜੀ ਬਿੱਲ ਹੁੰਦੀ ਹੈ, ਬਿੱਲ ਨੂੰ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਟਾਈਮ ਤੇ ਜਦੋਂ ਉਹ ਲਿਖੀ ਗਈ ਉਸ ਤੋਂ ਬਾਅਦ ਇਹਦਾ ਲਈ ਕੋਈ ਟਾਈਮ ਲਿਮਿਟ ਨਹੀਂ ਹੁੰਦਾ ਵੀ ਤੁਸੀਂ ਕਦੋਂ ਰਜਿਸਟਰੀ ਦੇ ਆਫਿਸ ਦੇ ਵਿੱਚ ਪੇਸ਼ ਕਰਨੀ ਹੁੰਦੀ ਹੈ, ਉਹਦਾ ਕੋਈ ਲਿਮਿਟ ਟਾਈਮ ਨਹੀਂ ਹੈਗਾ। ਤੇ ਬਿੱਲ ਨੂੰ ਛੱਡ ਕੇ ਬਾਕੀ ਜਿਹੜੇ ਅੰਡਰ ਸੈਕਸ਼ਨ 17 ਡਾਕੂਮੈਂਟ ਆ ਜਾਂਦੇ ਨੇ, 17 ਜਾਂ 18। 17 ਸੈਕਸ਼ਨ ਕਾਹਦਾ ਸੀਗਾ? ਕੰਪਲਸਰੀ ਰਜਿਸਟ੍ਰੇਸ਼ਨ ਆਫ ਦਾ ਡਾਕੂਮੈਂਟਸ। ਕਿਹੜੇ ਡਾਕੂਮੈਂਟ ਨੇ ਜਿਹਨਾਂ ਨੂੰ ਕੰਪਲਸਰੀ ਰਜਿਸਟ੍ਰੇਸ਼ਨ ਕਰਾਉਣੀ ਹੁੰਦੀ ਹੈ, ਉਹ ਸੈਕਸ਼ਨ 7 ਚ ਆ ਜਾਂਦੇ ਨੇ। ਤੇ ਜਿਹੜੇ ਡਾਕੂਮੈਂਟ ਹੁੰਦੇ ਨੇ ਆਪਸ਼ਨਲ, ਜਿਨ੍ਹਾਂ ਦੀ ਮਰਜ਼ੀ ਹੈ ਪਾਰਟੀਆਂ ਦੀ ਵੀ ਰਜਿਸਟਰ ਕਰਾਈਏ ਚਾਹੇ ਨਾ ਕਰਵਾਈਏ, ਉਹ ਸੈਕਸ਼ਨ 18 ਚ ਆ ਜਾਂਦੇ ਨੇ। ਤੁਹਾਨੂੰ ਆਮ ਤੌਰ ਤੇ ਜਿਹੜਾ ਕੁਐਸਚਨ ਹੈਗਾ ਇਹਦੇ ਤੇ ਆ ਜਾਂਦਾ ਹੁੰਦਾ ਹੈ ਵੀ ਕਿਹੜੇ ਡਾਕੂਮੈਂਟ ਰਜਿਸਟਰ ਕਰਨੇ ਜ਼ਰੂਰੀ ਨੇ, ਤਾਂ ਤੁਸੀਂ ਸੈਕਸ਼ਨ 17 ਲਿਖਣਾ ਹੈ। ਜੇ ਤੁਹਾਨੂੰ ਆ ਜਾਂਦਾ ਕੁਐਸਚਨ ਇਦਾਂ ਦਾ ਵੀ ਕਿਹੜੇ ਜਿਹੜੇ ਡਾਕੂਮੈਂਟਸ ਨੇ ਜਿਨ੍ਹਾਂ ਨੂੰ ਰਜਿਸਟਰ ਕਰਾਇਆ ਜਾਣਾ ਪਾਰਟੀਆਂ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ, ਆਪਸ਼ਨਲ ਹੈਗਾ, ਤਾਂ ਤੁਸੀਂ ਸੈਕਸ਼ਨ 18 ਦਾ ਜਵਾਬ ਦੇਣਾ ਹੈਗਾ। ਇੱਥੇ ਅਸੀਂ ਗੱਲ ਕਰ ਰਹੇ ਹਾਂ ਪ੍ਰੈਜੈਂਟੇਸ਼ਨ ਦੀ, ਚਾਹੇ ਉਹ ਆਪਸ਼ਨਲ ਹੈ ਚਾਹੇ ਉਹ ਡਾਕੂਮੈਂਟ ਕੰਪਲਸਰੀ ਰਜਿਸਟਰ ਕਰਨਾ ਜ਼ਰੂਰੀ ਹੁੰਦਾ ਹੈ। ਤਾਂ ਅਸੀਂ ਗੱਲ ਕਰ ਰਹੇ ਹਾਂ ਪ੍ਰੈਜੈਂਟੇਸ਼ਨ ਦੀ। ਜਦੋਂ ਪਾਰਟੀਆਂ ਨੇ ਐਗਜ਼ੀਕਿਊਟ ਕਰ ਲਿਆ, ਪਾਰਟੀਆਂ ਦੇ ਸਾਈਨ ਹੋ ਗਏ, ਤਾਂ ਉਸ ਤੋਂ 4 ਮਹੀਨੇ ਦੇ ਅੰਦਰ ਅੰਦਰ ਜਿਹੜਾ ਡਾਕੂਮੈਂਟ ਹੈਗਾ ਉਹ ਕੰਸਰਨਡ ਆਫਿਸ ਦੇ ਵਿੱਚ, ਜਿਹੜਾ ਪ੍ਰੋਪਰ ਆਫਿਸ ਹੈਗਾ, ਆਫਿਸ ਜਿਹੜਾ ਸਬ ਰਜਿਸਟਰਾਰ ਦਾ ਜਾਂ ਰਜਿਸਟਰਾਰ ਦਾ ਆਫਿਸ ਜਾਂ ਜੁਆਇੰਟ ਸਬ ਰਜਿਸਟਰਾਰ ਦਾ ਆਫਿਸ ਹੋ ਸਕਦਾ ਹੈਗਾ, ਉਸ ਆਫਿਸ ਦੇ ਵਿੱਚ 4 ਮਹੀਨੇ ਦੇ ਅੰਦਰ ਅੰਦਰ ਜਿਹੜਾ ਡਾਕੂਮੈਂਟ ਹੈ ਉਹ ਪ੍ਰੈਜ਼ੈਂਟ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ 4 ਮਹੀਨੇ ਦੇ ਅੰਦਰ ਡਾਕੂਮੈਂਟ ਨਹੀਂ ਕੀਤਾ ਜਾਂਦਾ ਪੇਸ਼, ਤਾਂ ਉਹਦੀਆਂ ਜਿਹੜੀਆਂ ਫਰਦਰ ਪ੍ਰੋਵੀਜ਼ਨਸ ਹੁੰਦੀਆਂ ਨੇ ਉਹ ਲਾਗੂ ਹੁੰਦੀਆਂ ਨੇ। ਪਰ ਜਿਹੜਾ ਟਾਈਮ ਲਿਮਿਟ ਦਿੱਤੀ ਗਈ ਹੈ ਉਹ 4 ਮਹੀਨੇ ਦੇ ਵਿੱਚ ਦਿੱਤੀ ਗਈ ਹੈ। ਡਾਕੂਮੈਂਟ ਦੀ ਐਗਜ਼ੀਕਿਊਸ਼ਨ ਤੋਂ ਬਾਅਦ 4 months ਟੂ ਬੀ ਪ੍ਰੈਜ਼ੈਂਟ ਇਨ ਦਾ ਪ੍ਰੋਪਰ ਆਫਿਸ। ਆਫਿਸ ਕਿਹੜਾ? ਸਬ ਰਜਿਸਟਰਾਰ ਦਾ, ਜੁਆਇੰਟ ਸਬ ਰਜਿਸਟਰਾਰ ਦਾ ਜਾਂ ਰਜਿਸਟਰਾਰ ਦਾ, ਮੇ ਵੀ ਕੋਈ ਵੀ ਹੋ ਸਕਦਾ ਹੈ। ਠੀਕ ਹੈ, ਰਜਿਸਟਰੀ ਕਰਨ ਦੇ ਲਈ ਜਿਹੜਾ ਡਾਕੂਮੈਂਟ ਹੈ ਉਹ ਫਿਰ ਐਕਸੈਪਟ ਕੀਤਾ ਜਾਂਦਾ ਹੈ। ਜੇ 4 ਮਹੀਨੇ ਟੱਪ ਜਾਣ ਫਿਰ ਜਿਹੜਾ ਡਾਕੂਮੈਂਟ ਹੈ ਉਹ ਰਜਿਸਟਰਾਰ ਵੱਲੋਂ, ਸਬ ਰਜਿਸਟਰਾਰ ਵੱਲੋਂ, ਜੁਆਇੰਟ ਸਬ ਰਜਿਸਟਰਾਰ ਵੱਲੋਂ ਫਾਰ ਦਾ ਪਰਪਸ ਆਫ ਰਜਿਸਟ੍ਰੇਸ਼ਨ ਐਕਸੈਪਟ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਪ੍ਰੋਪਰ ਆਫਿਸ ਦੀ ਗੱਲ ਹੋ ਗਈ ਤੇ ਇਹਦੇ ਨਾਲ ਹੀ ਹੈਗਾ ਪ੍ਰੋਵਾਈਡਡ ਡਿਕਰੀ ਆਰਡਰ। ਜੇ ਕੋਈ ਡਿਕਰੀ ਹੈ ਜਾਂ ਕੋਈ ਕੋਰਟ ਦਾ ਆਰਡਰ ਹੈ ਉਹਨੂੰ ਰਜਿਸਟਰ ਕਰਵਾਉਣਾ ਹੈ, ਉਹਦੇ ਲਈ ਵੀ ਜਿਹੜਾ ਸਮਾਂ ਹੈਗਾ ਉਹ 4 ਮਹੀਨੇ ਦਾ ਦਿੱਤਾ ਗਿਆ। ਜਦੋਂ ਤੋਂ ਆਰਡਰ ਹੋ ਜਾਵੇ, ਡਿਗਰੀ ਦਾ ਆਰਡਰ ਹੋ ਜਾਵੇ, ਆਰਡਰ ਜਾਂ ਆਰਡਰ ਦੀ ਜਿਹੜੀ ਡੇਟ ਹੈਗੀ ਹੈ ਉਸ ਤੋਂ 4 ਮਹੀਨੇ ਦਾ ਟਾਈਮ ਦਿੱਤਾ ਗਿਆ। ਪਰ ਇੱਥੇ ਕੀ ਕਲੀਅਰ ਕੀਤਾ ਗਿਆ ਇਸ ਸੈਕਸ਼ਨ ਦੇ ਵਿੱਚ, ਜੇਕਰ ਡਿਗਰੀ ਜਿਹੜੀ ਹੈਗੀ ਆ, ਆਰਡਰ ਜਿਹੜਾ ਹੈਗਾ ਅਪੀਲੇਬਲ ਹੈਗਾ, ਦੈਨ ਜਦੋਂ ਅਪੀਲ ਫਾਈਨਲ ਹੋ ਜਾਂਦੀ ਹੈ, ਅਪੀਲ ਦੇ ਫਾਈਨਲ ਹੋਣ ਤੋਂ ਬਾਅਦ ਫਿਰ 4 ਮਹੀਨੇ ਦਾ ਟਾਈਮ ਦਿੱਤਾ ਜਾਂਦਾ ਹੈ। ਆਰਡਰ ਦਾ ਬੇਸ਼ੱਕ ਦੇਖੋ ਓਰੀਜਨਲ ਕੋਰਟ ਹੈ, ਜਿਹੜੀ ਓਰੀਜਨਲ ਕੋਰਟ ਨੇ ਆਰਡਰ ਕਰ ਦਿੱਤਾ, ਡਿਗਰੀ ਪਾਸ ਕਰ ਦਿੱਤੀ, ਠੀਕ ਹੈ, ਪਰ ਜਿਹੜਾ ਆਰਡਰ ਹੈ ਉਹ ਅਪੀਲੇਬਲ ਹੈ। ਵੈਸੇ ਤਾਂ ਆਪਾਂ ਦੇਖੋ ਉੱਥੋਂ ਸ਼ੁਰੂ ਕਰਾਂਗੇ ਜਦੋਂ ਆਰਡਰ ਹੋ ਗਿਆ ਜਾਂ ਡਿਗਰੀ ਪਾਸ ਹੋ ਗਈ, ਅਸੀਂ ਕਹਾਂਗੇ ਵੀ ਉੱਥੋਂ ਟਾਈਮ ਸ਼ੁਰੂ ਹੋਇਆ 4 ਮਹੀਨੇ ਦਾ, 4 ਮਹੀਨੇ ਦੇ ਅੰਦਰ ਰਜਿਸਟਰ ਕਰਨਾ ਜ਼ਰੂਰੀ ਹੈ। ਪਰ ਨਹੀਂ, ਜੇ ਉਹ ਜਿਹੜਾ ਆਰਡਰ ਹੈ ਜਾਂ ਡਿਗਰੀ ਹੈਗੀ ਹੈ ਜੋ ਅਪੀਲੇਬਲ ਹੈਗੀ ਹੈ ਤਾਂ ਅਪੀਲੈਂਟ ਅਥਾਰਟੀ ਦੇ ਕੋਲ ਚਲੀ ਗਈ, ਅਪੀਲ ਦੇ ਵਿੱਚ ਵਿਦਿਨ ਟਾਈਮ ਲਿਮਿਟ ਜੋ ਵੀ ਦਿੱਤਾ ਗਿਆ ਹੈਗਾ। ਉਸ ਤੋਂ ਬਾਅਦ ਜਦੋਂ ਉਹ ਆਰਡਰ ਜਿਹੜਾ ਹੈਗਾ ਜਾਂ ਡਿਗਰੀ ਹੈਗੀ ਹੈ ਫਾਈਨਲ ਹੋ ਜਾਂਦੀ ਹੈ, ਫਾਈਨਲ ਹੋਣ ਤੋਂ ਬਾਅਦ ਫਿਰ 4 ਮਹੀਨੇ ਦਾ ਟਾਈਮ ਦਿੱਤਾ ਜਾਂਦਾ ਹੈ। 4 ਮਹੀਨੇ ਦੇ ਅੰਦਰ ਅੰਦਰ ਜਿਹੜੀ ਪਾਰਟੀ ਹੈਗੀ ਹੈ, ਪਾਰਟੀਆਂ ਨੇ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ, ਜੁਆਇੰਟ ਸਬ ਰਜਿਸਟਰਾਰ ਦੇ ਆਫਿਸ ਜਾਂ ਰਜਿਸਟਰਾਰ ਦੇ ਆਫਿਸ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ ਰਜਿਸਟ੍ਰੇਸ਼ਨ ਦੇ ਮਕਸਦ ਲਈ। ਠੀਕ ਹੈ ਜੀ, ਸੈਕਸ਼ਨ 23 ਕਲੀਅਰ ਹੈ। ਇਸ ਤੋਂ ਬਾਅਦ ਆ ਜਾਂਦਾ ਸੈਕਸ਼ਨ 23A, ਰੀ ਰਜਿਸਟ੍ਰੇਸ਼ਨ ਆਫ ਸਰਟਨ ਡਾਕੂਮੈਂਟਸ। ਮੰਨ ਲਓ ਸਪੋਜ਼ ਕਰੋ ਇੱਥੇ ਕੀ ਹੈਗਾ, ਇਹ ਥੋੜਾ ਡਾਕੂਮੈਂਟ ਡਿਫਰ ਕਰਦਾ ਹੈਗਾ। ਇਹ ਇਨ ਪ੍ਰੈਕਟਿਸ ਦੇ ਵਿੱਚ ਮੇਰੇ ਖਿਆਲ ਹੈ ਮੈਂ ਤਾਂ ਨਹੀਂ ਕਦੇ ਦੇਖਿਆ, ਆਪਣੀ ਜਿੰਨੀ ਦੇਰ ਮੈਂ ਕੰਮ ਕੀਤਾ ਹੈਗਾ ਬਤੌਰ ਜੁਆਇੰਟ ਸਬ ਰਜਿਸਟਰਾਰ। ਇਹ ਸੈਕਸ਼ਨ ਇਹ ਕਹਿੰਦਾ ਹੈ ਵੀ ਜੇ ਕੋਈ ਡਾਕੂਮੈਂਟ ਪਰ ਚਾਂਸ ਕਿਸੇ ਬੰਦੇ ਨੇ ਰਜਿਸਟਰ ਕਰਵਾ ਲਿਆ, ਰਜਿਸਟਰਿੰਗ ਆਫਿਸਰ ਨੂੰ ਨਹੀਂ ਪਤਾ ਚੱਲਿਆ ਵੀ ਇਹ ਬੰਦਾ ਇਹ ਰਜਿਸਟਰੀ ਕਰਵਾਉਣ ਦੇ ਇਹਨੂੰ ਇੰਟਾਈਟਲ ਹੈਗਾ ਸੀ ਜਾਂ ਨਹੀਂ ਹੈਗਾ ਸੀਗਾ, ਠੀਕ ਹੈ, ਕਿਸੇ ਕਾਰਨ ਨਹੀਂ ਪਤਾ ਚੱਲ ਸਕਿਆ ਪਰ ਰਜਿਸਟਰੀ ਹੋ ਗਈ,
ਗਲਤ ਹੋ ਗਈ, ਠੀਕ ਹੋ ਗਈ। ਉਸ ਤੋਂ ਬਾਅਦ ਜਿਹੜਾ ਪ੍ਰੋਪਰ ਬੰਦਾ ਸੀਗਾ, ਜਿਹੜਾ ਇੰਟਾਈਟਲ ਸੀਗਾ, ਉਸ ਨੂੰ ਪਤਾ ਚੱਲ ਜਾਂਦਾ ਹੈ ਵੀ ਇਹ ਰਜਿਸਟਰੀ ਬੰਦਾ ਫਲਾਣਾ ਕਰਾਇਆ, ਮੇਰੀ ਥਾਂ ਤੇ ਖੜ ਕੇ ਕਰਾਇਆ ਆ, ਜਾਂ ਕੋਈ ਬੰਦਾ ਜਿਹੜਾ ਏ ਸੀਗਾ ਉਹ ਬੀ ਬਣ ਕੇ ਰਜਿਸਟਰੀ ਕਰਵਾਇਆ ਆ। ਇਨਫੈਕਟ ਬੀ ਇਜ਼ ਦਾ ਓਨਰ ਜਾਂ ਇੰਟਾਈਟਲ ਫਾਰ ਦਾ ਟ੍ਰਾਂਸਫਰ ਆਫ ਐਨੀ ਡੀਡ, ਕੋਈ ਵੀ ਰਜਿਸਟਰੀ ਕਰਾਉਣ ਦੇ ਲਈ ਜਿਹੜਾ ਬੀ ਸੀ ਉਹ ਇੰਟਾਈਟਲ ਸੀਗਾ, ਪਰ ਇਹ ਪਰਸਨ ਜਾ ਕੇ ਉਹਦੀ ਥਾਂ ਤੇ, ਬੀ ਦੀ ਥਾਂ ਤੇ ਜਾ ਕੇ ਖੜ ਕੇ ਕੋਈ ਰਜਿਸਟਰੀ ਕਰਵਾਇਆ ਆ। ਬੀ ਪਰਸਨ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਵੀ ਇਹ ਤਾਂ ਗਲਤ ਹੋ ਗਿਆ, ਫਲਾਣਾ ਬੰਦਾ ਸੀ ਮੇਰੀ ਥਾਂ ਤੇ ਖੜ ਕੇ ਰਜਿਸਟਰੀ ਕਰਵਾ ਗਿਆ, ਜਾਂ ਮੈਂ ਉਸ ਪ੍ਰਾਪਰਟੀ ਦਾ ਮਾਲਕ ਸੀਗਾ ਉਹ ਰਜਿਸਟਰੀ ਕਰਵਾ ਗਿਆ। ਰੀਜ਼ਨ ਮੇ ਵੀ ਕੋਈ ਵੀ ਹੋ ਸਕਦਾ ਹੈ, ਕਿਸੇ ਵੀ ਕਾਰਨ ਕੋਈ ਬੰਦਾ ਜਿਹੜਾ ਗਲਤ ਹੈ, ਗਲਤ ਤਰੀਕੇ ਨਾਲ ਕੋਈ ਰਜਿਸਟਰੀ ਕਰਵਾ ਜਾਂਦਾ ਹੈ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਪੇਸ਼ ਹੋ ਕੇ, ਰਜਿਸਟਰਾਰ ਦੇ ਆਫਿਸ ਪੇਸ਼ ਹੋ ਕੇ, ਠੀਕ ਹੈ। ਤਾਂ ਕੀ ਹੁੰਦਾ, ਜਿਹੜਾ ਅਸਲੀ ਬੰਦਾ ਹੈਗਾ, ਜਿਹੜਾ ਕਲੇਮ ਕਰਦਾ ਵੀ ਮੈਂ ਆਈ ਐਮ ਦਾ ਓਨਰ, ਆਈ ਐਮ ਦਾ ਇੰਟਾਈਟਲਮੈਂਟ, ਮੇਰੇ ਕੋਲ ਇੰਟਾਈਟਲਮੈਂਟ ਹੈਗੀ ਹੈ, ਮੈਂ ਕਰਵਾ ਸਕਦਾ, ਠੀਕ ਹੈ। ਤਾਂ ਕੀ ਹੋਇਆ, ਪਰਸਨ ਕਲੇਮਿੰਗ 4 ਮਹੀਨੇ ਦੇ ਅੰਦਰ ਅੰਦਰ ਜਦੋਂ ਉਹਨੂੰ ਪਤਾ ਚੱਲ ਜਾਂਦਾ ਹੈ ਇਸ ਗੱਲ ਦਾ, ਰਜਿਸਟਰੀ ਹੋਣ ਤੋਂ 4 ਮਹੀਨੇ ਦੇ ਟਾਈਮ ਨਹੀਂ ਦਿੱਤਾ ਗਿਆ। ਇਹ ਵੀ ਹੋ ਸਕਦਾ ਬੰਦੇ ਨੂੰ 2 ਮਹੀਨੇ, 3 ਮਹੀਨੇ, 4 ਮਹੀਨੇ, 5 ਮਹੀਨੇ ਪਤਾ ਨਾ ਚੱਲੇ। ਜਿਸ ਦਿਨ ਉਸ ਨੂੰ ਪਤਾ ਚੱਲਦਾ ਇਸ ਗੱਲ ਦਾ ਵੀ ਇਹ ਰਜਿਸਟਰੀ ਗਲਤ ਬੰਦਾ ਕਰਵਾ ਗਿਆ, ਉਸ ਤੋਂ 4 ਮਹੀਨੇ ਦਾ ਟਾਈਮ ਸਟਾਰਟ ਹੋ ਜਾਂਦਾ ਹੈ। 4 ਮਹੀਨੇ ਦੇ ਅੰਦਰ ਅੰਦਰ ਉਹ ਵਿਅਕਤੀ ਜਿਹੜਾ ਇੰਟਾਈਟਲ ਹੈ, ਜਿਹੜਾ ਮਾਲਕ ਹੈ, ਅਸਲੀ ਮਾਲਕ ਹੈ, ਉਹ ਰਜਿਸਟਰੀ ਬਣਾਏਗਾ, ਆਪਦੀ ਰਜਿਸਟਰੀ ਟਾਈਪ ਕਰਵਾਏਗਾ, ਉਹਨੂੰ ਐਗਜ਼ੀਕਿਊਟ ਕਰਵਾਏਗਾ। ਜਿਹੜਾ ਕੋਈ ਡਾਕੂਮੈਂਟ ਹੈਗਾ, ਕੋਈ ਜ਼ਰੂਰੀ ਨਹੀਂ ਵੀ ਉਹ ਰਜਿਸਟਰੀ ਹੋਵੇ, ਕੋਈ ਵੀ ਡਾਕੂਮੈਂਟ ਹੋ ਸਕਦਾ ਹੈ, ਉਹਨੂੰ ਰਜਿਸਟਰ ਕਰਵਾਉਣ ਦੇ ਲਈ ਤਿਆਰ ਕਰਵਾ ਕੇ ਡਾਕੂਮੈਂਟ ਨੂੰ ਉਹ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਦੁਬਾਰਾ ਸਬਮਿਟ ਕਰ ਸਕਦਾ ਹੈ, ਰੀਸਬਮਿਟ ਕਰ ਸਕਦਾ ਹੈ, ਪ੍ਰੈਜ਼ੈਂਟ ਕਰ ਸਕਦਾ ਡਾਕੂਮੈਂਟ ਨੂੰ ਇਨ ਦਾ ਆਫਿਸ ਆਫ ਦਾ ਰਜਿਸਟਰਾਰ। ਤੇ ਫਿਰ ਕੀ ਹੈ, ਜਿਹੜਾ ਰਜਿਸਟਰਾਰ ਹੈ ਉਹ ਫਰਦਰ ਪ੍ਰੋਸੀਡ ਕਰੇਗਾ, ਡਿਊਲੀ ਰਜਿਸਟਰਡ ਫਾਰ ਆਲ ਦਾ ਪਰਪਸ ਡੇਟ ਓਰੀਜਨਲ ਰਜਿਸਟ੍ਰੇਸ਼ਨ, ਦੇਖੇਗਾ ਉਹ ਵੀ ਕੀ ਜਿਹੜੀ ਅਸਲ ਜਿਹੜਾ ਡਾਕੂਮੈਂਟ ਸੀਗਾ, ਜਿਹੜਾ ਪਹਿਲਾਂ ਰਜਿਸਟਰੀ ਹੋ ਗਈ, ਠੀਕ ਹੈ, ਵੀ ਉਹ ਵਾਕਈ ਗਲਤ ਹੋਇਆ, ਸੈਟੀਸਫਾਈ ਹੋਏਗਾ ਆਪਣੇ ਆਪ ਨੂੰ, ਦੇਖੇਗਾ ਵੀ ਹਾਂ ਵਾਕਈ ਇਹ ਜਿਹੜਾ ਬੰਦਾ ਸੀਗਾ ਪ੍ਰੋਪਰ ਪਰਸਨ ਇਹ ਹੈਗਾ, ਤੇ ਜਿਹੜਾ ਬੰਦਾ ਗਲਤ ਪਹਿਲਾਂ ਕਰਵਾ ਕੇ ਗਿਆ ਹੈਗਾ ਉਹ ਗਲਤ ਹੈਗਾ। ਇਸ ਕਰਕੇ ਜਿਹੜਾ ਉਹ ਡਾਕੂਮੈਂਟ ਨੂੰ ਦੁਬਾਰਾ ਰੀ-ਰਜਿਸਟਰ ਕਰ ਦੇਗਾ, ਡਿਊਲੀ ਰਜਿਸਟਰਡ ਫਾਰ ਆਲ ਦਾ ਪਰਪਸ ਐਟ ਓਰੀਜਨਲ ਰਜਿਸਟ੍ਰੇਸ਼ਨ। ਜਿਹੜੀ ਇਹ ਰਜਿਸਟਰੀ ਹੋਏਗੀ, ਇਹ ਡਿਊਲੀ ਰਜਿਸਟਰ ਹੋਏਗੀ ਤੇ ਇਹ ਓਰੀਜਨਲ ਰਜਿਸਟਰੀ ਮੰਨੀ ਜਾਏਗੀ। ਜਿਹੜੀ ਪਹਿਲੀ ਰਜਿਸਟਰੀ ਹੋਏਗੀ ਹੈ ਉਹ ਇਗਨੋਰ ਹੋ ਜਾਏਗੀ, ਉਹਦੀ ਥਾਂ ਤੇ ਇਹ ਵਾਲੀ ਰਜਿਸਟਰੀ ਹੈ ਜਿਹੜੀ ਇਹ ਅਸਲ ਰਜਿਸਟਰੀ ਮੰਨੀ ਜਾਏਗੀ। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜੇ ਕੋਈ ਗਲਤ ਰਜਿਸਟਰੀ ਪਹਿਲਾਂ ਹੋ ਜਾਵੇ, ਉਸ ਨੂੰ ਇਗਨੋਰ ਕਰਦੇ ਹੋਏ ਦੁਬਾਰਾ ਰਜਿਸਟਰੀ ਜਿਹੜੀ ਨਵੀਂ ਹੈਗੀ ਹੈ, ਅਸਲੀ ਰਜਿਸਟਰੀ ਹੈਗੀ ਹੈ, ਉਹ ਕੀਤੀ ਜਾ ਸਕਦੀ ਹੈ। ਇਹ ਸੈਕਸ਼ਨ 23A ਇਨਸਰਟ ਵੀ ਬਾਅਦ ਵਿੱਚ ਹੋਇਆ ਸੀਗਾ, ਕਿਉਂਕਿ ਇਹਨੂੰ 23 ਹਾਂਜੀ ਵਿਅਕਤੀ ਰਜਿਸਟਰੀ ਕਰਨ ਵਾਸਤੇ ਨਹੀਂ ਕਰਨਾ ਚਾਹੁੰਦਾ, ਫਿਰ क्या है? ਹਾਂਜੀ गलत व्यक्ति ने रजिस्ट्री कर दी थी जी, असल व्यक्ति ने रजिस्ट्री नहीं कर दी जी, वो नहीं चाहता शेयर कर दे, फिर क्या प्रोविजन? ਨਹੀਂ ਚਾਹੁੰਦਾ ਸੇਲ ਕਰਨੀ, ਉਹ ਤਾਂ ਫਿਰ ਡਿਪੈਂਡ ਦੁਬਾਰਾ ਜਿਹੜਾ ਕੋਈ ਐਗਰੀਮੈਂਟ ਹੋਇਆ ਪਿਆ ਇਹਨਾਂ ਦਾ, ਸਪੈਸੀਫਿਕ ਪਰਫਾਰਮੈਂਸ ਆਫ ਐਗਰੀਮੈਂਟ ਦੇ ਰਾਹੀਂ ਕੋਰਟ 'ਚ ਜਾਏਗਾ 3 ਸਾਲ ਦੇ ਅੰਦਰ ਅੰਦਰ। ਹਾਂ, 3 ਸਾਲ ਦੇ ਅੰਦਰ ਅੰਦਰ ਸਪੈਸੀਫਿਕ ਪਰਫਾਰਮੈਂਸ ਆਫ ਐਗਰੀਮੈਂਟ ਇਹਦਾ ਦਾਅਵਾ ਦਾਇਰ ਕਰੇਗਾ ਸਿਵਲ ਕੋਰਟ ਦੇ ਵਿੱਚ। ਉਦੋਂ ਪਹਿਲਾਂ ਨੋਟਿਸ ਦਿੱਤੇ ਜਾਣਗੇ ਬੰਦੇ ਨੂੰ, ਵੱਖ-ਵੱਖ 2 ਜਾਂ 3 ਨੋਟਿਸ ਦੇਗਾ ਵੀ ਮੈਂ ਰਜਿਸਟਰੀ ਕਰਨ ਨੂੰ ਤਿਆਰ ਹੈਗਾ। ਦੇਖੋ, ਰਜਿਸਟਰੀ ਕਰਨ ਵਾਲਾ ਜਾਂ ਕਰਵਾਉਣ ਵਾਲਾ ਦੋਹਾਂ 'ਚੋਂ ਕੋਈ ਵੀ ਮੁੱਕਰ ਸਕਦਾ ਹੈ। ਮੇ ਵੀ ਕਰਵਾਉਣ ਵਾਲਾ ਰਜਿਸਟਰੀ ਕਰਨਾ ਚਾਹੁੰਦਾ ਹੋਵੇ, ਜਿਹਨੇ ਰਜਿਸਟਰੀ ਕਰਨੀ ਹੈ ਉਹ ਨਾ ਆਵੇ, ਠੀਕ ਹੈ। ਮੇ ਵੀ ਵੇਚਣ ਵਾਲਾ ਵੇਚਣਾ ਚਾਹੁੰਦਾ ਹੋਵੇ, ਜਿਹਨੇ ਰਜਿਸਟਰੀ ਖਰੀਦਣੀ ਹੈ ਉਹ ਨਾ ਆਵੇ, ਪ੍ਰੋਪਰਟੀ ਦੇ ਰੇਟ ਡਾਊਨ ਹੋ ਜਾਣ ਤਾਂ ਖਰੀਦਦਾਰ ਨਾ ਆਵੇ, ਠੀਕ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਨਾਲ ਦੀ ਨਾਲ ਚੱਕ ਕੇ ਕਿਸੇ ਦੂਜੇ ਨੂੰ ਰਜਿਸਟਰੀ ਕਰ ਦਾਂਗੇ, ਨਹੀਂ। ਇੱਥੇ ਜਿਹੜੇ ਰੂਲਸ ਨੇ ਉਹ ਕਾਫੀ ਦੇਖਣੇ ਪੈਂਦੇ ਨੇ, ਉਹਦੇ ਲਈ ਕਈ ਨੋਟਿਸ ਵਗੈਰਾ ਦੇਣੇ ਪੈਂਦੇ ਨੇ ਪਾਰਟੀ ਕੰਸਰਨਡ ਨੂੰ, ਜਿਹਨੇ ਪਹਿਲਾਂ ਐਗਰੀਮੈਂਟ ਕੀਤਾ ਹੈ ਹੁੰਦਾ। ਉਹ ਜਿਹੜਾ ਐਗਰੀਮੈਂਟ ਨੂੰ ਸਪੈਸੀਫਿਕ ਪਰਫਾਰਮੈਂਸ ਕਰਨ ਦੇ ਲਈ ਉਸ ਤੋਂ ਪਹਿਲਾਂ ਕੁਝ ਨੋਟਿਸ ਦੀ ਕਾਰਵਾਈ ਹੁੰਦੀ ਹੈ, ਜਿਹੜੀ ਕਿ ਆਪਾਂ ਨੂੰ ਅਡਾਪਟ ਕਰਨੀ ਹੁੰਦੀ ਹੈ, ਠੀਕ ਹੈ ਜੀ। ਸਰ, ਇਹਨੂੰ ਰਜਿਸਟ੍ਰੇਸ਼ਨ ਦਾ ਨਵਾਂ ਨੰਬਰ ਲੱਗੂਗਾ ਫਿਰ, ਜਿਹੜੀ ਕੋਈ ਰੀ ਰਜਿਸਟ੍ਰੇਸ਼ਨ ਕਰਦੇ ਆ? ਚਲੋ ਪ੍ਰੈਕਟਿਸ ਤਾਂ ਹੈ ਨਹੀਂ ਇਹ ਜੀ, ਨਵਾਂ ਨੰਬਰ ਲੱਗੂਗਾ ਇਹਨੂੰ, ਫਿਰ ਰਜਿਸਟਰੀ ਦਾ ਨਵਾਂ ਨੰਬਰ ਲੱਗੇਗਾ। ਨੰਬਰ ਤਾਂ ਜਿਹੜਾ ਰੈਗੂਲਰ ਚੱਲ ਰਿਹਾ ਹੈ ਜੀ ਉਹੀ ਲੱਗੇਗਾ। 4 ਮਹੀਨੇ ਬਾਅਦ ਕਿਹੜਾ ਨੰਬਰ ਚੱਲ ਰਿਹਾ, ਸੀਰੀਅਲ ਨੰਬਰ ਜਿਹੜਾ ਚੱਲ ਰਿਹਾ ਉਹੀ ਲੱਗੇਗਾ ਨਾ ਜੀ, ਵਿਚਕਾਰ ਦਾ ਨੰਬਰ ਥੋੜਾ ਲਾਵਾਂਗੇ ਆਪਾਂ। ਨਹੀਂ, ਰੀ ਰਜਿਸਟ੍ਰੇਸ਼ਨ ਦੀ ਗੱਲ ਸਰ ਕਰ ਰਹੇ ਹਾਂ। ਰੀ ਰਜਿਸਟ੍ਰੇਸ਼ਨ ਦੀ ਗੱਲ ਹੀ ਕਰਦੇ ਹਾਂ। ਰੀ ਰਜਿਸਟ੍ਰੇਸ਼ਨ ਜਦੋਂ ਹੋਏਗੀ ਉਹਨੂੰ ਓਰੀਜਨਲ ਰਜਿਸਟ੍ਰੇਸ਼ਨ ਮੰਨੀ ਜਾਏਗੀ, ਉਸ ਨੂੰ ਓਰੀਜਨਲ ਰਜਿਸਟ੍ਰੇਸ਼ਨ ਮੰਨ ਕੇ ਉਹਦਾ ਜਿਹੜਾ ਨੰਬਰ ਹੈਗਾ ਜੋ ਕੰਟੀਨਿਊ ਚੱਲ ਰਿਹਾ ਉਸ ਵੇਲੇ ਉਹੀ ਨੰਬਰ ਲੱਗੇਗਾ। ਉਸ ਉਹਦੇ ਵਿੱਚ ਸਾਰਾ ਕੁਝ ਕੋਡ ਕਰੇਗਾ ਜਿਹੜਾ ਡਾਕੂਮੈਂਟ ਰਾਈਟਰ ਹੈਗਾ, ਵੀ ਜਿਹੜੀ ਇਦਾਂ ਦੀ ਜਿਹੜੀ ਰਜਿਸਟਰੀ ਹੋਈ ਆ ਉਹ ਗਲਤ ਬੰਦੇ ਨੇ ਕਰਾਈ ਆ, ਉਹਦਾ ਨੰਬਰ ਵੀ ਪਾਇਆ ਜਾਏਗਾ, ਸਾਰਾ ਕੁਝ ਹੋਏਗਾ ਉਹਦੇ ਤੇ। ਉਹਦੇ ਤਾਂ ਹੀ ਉਹ ਇਨਫੋਰਸਮੈਂਟ ਹੋਈ ਨਾ, ਉਹਦੀ ਜਾ ਕੇ ਅੱਗੇ ਫਰਦਰ। ਹਾਂਜੀ, but this is not in practical,
ਇਹ ਪ੍ਰੈਕਟੀਕਲ 'ਚ ਨਹੀਂ ਕਦੇ ਆਇਆ ਹੈਗਾ, ਅਸੀਂ ਤਾਂ ਕਦੇ ਦੇਖਿਆ ਨਹੀਂ ਹੈਗਾ, ਪਰ ਇਹ ਪ੍ਰੋਵੀਜ਼ਨ ਜਿਹੜੀ ਹੈਗੀ ਹੈ ਇਹ ਸੈਕਸ਼ਨ 23A ਜੋੜੀ ਗਈ ਹੈ। ਇਹ 23A ਜੋੜੀ ਵੀ ਮੇਰੇ ਖਿਆਲ ਬਾਅਦ ਦੇ ਵਿੱਚ ਹੈ, 1917 ਨਾਲ ਲਿਖਿਆ ਸ਼ਾਇਦ 23A ਬਾਅਦ ਚ ਅਮੈਂਡਮੈਂਟ ਕਰਕੇ ਇਹ ਜੋੜੀ ਗਈ ਸੈਕਸ਼ਨ। ਠੀਕ ਹੈ ਜੀ, ਮਤਲਬ ਕਿ ਇਹ 'ਚ ਸੌਖਾ ਕਰ ਦਿੱਤਾ, ਇਸ ਵਿੱਚ ਨਾਲ ਅਸਲ ਮਾਲਕ ਦੇ ਲਈ ਸੌਖਾ ਹੋ ਗਿਆ। ਇਹ ਨਹੀਂ ਹੈਗਾ ਵੀ ਉਹ ਪਹਿਲੀ ਰਜਿਸਟਰੀ ਨੂੰ ਤੜਵਾਏਗਾ ਪਹਿਲਾਂ, ਠੀਕ ਹੈ, ਸਿਵਲ ਕੋਰਟ 'ਚ ਜਾਏਗਾ। ਦੇਖੋ ਰਜਿਸਟਰੀ ਨੂੰ ਤੋੜਨ ਦੀ ਪਾਵਰ ਜਿਹੜੀ ਹੈਗੀ ਨਾ ਤਾਂ ਰੈਵਨਿਊ ਕੋਰਟ ਕੋਲੇ ਹੈਗੀ, ਠੀਕ ਹੈ, ਨਾ ਰਜਿਸਟਰਾਰ ਕੋਲੇ ਹੈਗੀ, ਨਾ ਸਬ ਰਜਿਸਟਰਾਰ ਕੋਲੇ ਹੈਗੀ। ਤੇ ਇਸ ਕਰਕੇ ਇਹਦੇ ਵਿੱਚ ਇਹ ਕਿਹਾ ਆਪਾਂ ਨਹੀਂ ਤਾਂ ਪ੍ਰਜ਼ੂਮ ਇਹ ਕਰਾਂਗੇ ਵੀ ਪਹਿਲਾਂ ਉਹ ਰਜਿਸਟਰੀ ਨੂੰ ਤੜਵਾਏਗਾ, ਸਿਵਲ ਕੋਰਟ 'ਚ ਜਾਏਗਾ। ਰਜਿਸਟਰੀ ਕਦੋਂ ਟੁੱਟਦੀ ਹੈ? 10 ਸਾਲ ਮਗਰੋਂ ਰਜਿਸਟਰੀ ਨਹੀਂ ਟੁੱਟਦੀ ਹੈਗੀ, ਤੇ ਉਹ ਤਾਂ ਲੜਕਾ ਰਹੇਗਾ ਅਸਲ ਮਾਲਕ, ਉਹਦਾ ਕਸੂਰ ਕੀ ਸੀਗਾ। ਇਸ ਕਰਕੇ ਜਿਹੜਾ ਇਹ ਸੈਕਸ਼ਨ 23 ਹੈਗਾ ਇਹ ਤੁਹਾਨੂੰ ਬਹੁਤ ਵਧੀਆ ਹੈਗਾ ਸੈਕਸ਼ਨ। ਇਹ ਆਮ ਜਿਹੜੇ ਸਹੀ ਬੰਦੇ ਹੁੰਦੇ ਨੇ ਉਹਨਾਂ ਦੀ ਬੈਨੀਫਿਟ ਦੀ ਖਾਤਰ ਇਹ ਜਿਹੜਾ ਸੈਕਸ਼ਨ ਹੈ ਇਨਸਰਟ ਕੀਤਾ ਗਿਆ ਵੀ ਜੋ ਹੋ ਗਿਆ ਪਹਿਲਾਂ ਹੋ ਗਿਆ, ਤੁਸੀਂ ਆਪਣੀ ਰਜਿਸਟਰੀ ਨਵੀਂ ਕਰਵਾਓ। ਠੀਕ ਹੈ ਜੀ, ਇਹਦੇ ਵਿੱਚ ਇੱਕ ਕਲੌਜ਼ ਦਿੱਤੀ ਗਈ ਹੈ 12/9/1917, 12/9/1917। ਦੇਖੋ ਇਹ 12/9 ਇਹ 1917 ਦੇ ਵਿੱਚ ਹੀ ਜਿਹੜਾ ਸੈਕਸ਼ਨ ਇਨਸਰਟ ਹੋਇਆ ਹੈ ਰਜਿਸਟ੍ਰੇਸ਼ਨ ਐਕਟ ਦੇ ਵਿੱਚ। ਐਕਟ ਹੈਗਾ 1908 ਦਾ, ਇਹ ਸੈਕਸ਼ਨ ਜਿਹੜੀ ਇਨਸਰਟ ਹੋਈ ਹੈ 23A ਇਹ 1917 ਦੇ ਵਿੱਚ ਹੀ ਐਡ ਹੋਈ ਹੈ। 1917 ਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਇਹਦੇ ਵਿੱਚ ਨਾਲ ਇਹ ਕਹਿੰਦੇ ਵੀ ਜੇ 12/9/1917 ਵਿਦਿਨ 3 months whatever time of ਵੇਅਰ, ਇਹਨੇ ਕਿਹਾ ਵੀ ਜੇ ਕੋਈ ਇਦਾਂ ਦੀ ਗੱਲ ਹੈਗੀ ਹੈ ਵੀ ਟਾਈਮ 4 ਮਹੀਨੇ ਲੰਘੇ, 5 ਮਹੀਨੇ ਲੰਘੇ, 6 ਮਹੀਨੇ ਲੰਘ ਗਏ, ਠੀਕ ਹੈ, ਪਰ ਜੇ 12/9/1917 ਤੋਂ ਬਾਅਦ ਦੀ ਗੱਲ ਕੋਈ ਹੈਗੀ ਹੈ ਤਾਂ ਇਹ ਦੇਖਿਆ ਜਾਏਗਾ ਵੀ 3 ਮਹੀਨੇ ਦਾ ਸਮਾਂ ਜਿਹੜਾ ਹੈਗਾ ਉਹਦੇ ਲਈ ਦਿੱਤਾ ਗਿਆ ਹੈਗਾ। ਇਹ ਨਹੀਂ ਹੈਗਾ ਵੀ ਹੁਣ 6 ਸਾਲਾਂ ਬਾਅਦ ਆ ਕੇ ਕੋਈ ਕਹੇ ਵੀ ਇਹ ਰਜਿਸਟਰੀ ਗਲਤ ਹੋ ਗਈ ਜੀ। 12/9/1917 ਤੋਂ ਬਾਅਦ 3 ਮਹੀਨਾ ਟਾਈਮ ਦਿੱਤਾ ਇਸ ਕੰਮ ਦੇ ਲਈ। ਨੈਕਸਟ ਅਸੀਂ ਡੀਲ ਕਰਾਂਗੇ ਜੀ ਸੈਕਸ਼ਨ 24 ਡਾਕੂਮੈਂਟਸ ਐਗਜ਼ੀਕਿਊਟਡ ਬਾਈ ਸੈਵਰਲ ਪਰਸਨਸ ਐਟ ਡਿਫਰੈਂਟ ਟਾਈਮਸ। ਦੇਖੋ ਇਹ ਵੀ ਪ੍ਰੈਕਟੀਕਲ 'ਚ ਨਹੀਂ ਹੈਗਾ, ਇਨ ਵਿੱਚ ਮਤਲਬ ਮੈਂ ਨਹੀਂ ਕਦੀ ਦੇਖਿਆ ਰੈਵਨਿਊ ਵਰਕ ਕਰਦੇ ਹੋਏ ਵੀ ਕੋਈ ਵੀ ਵਿਅਕਤੀ ਮੰਨ ਲਓ ਹੁਣ ਕੋਈ ਬੰਦਾ ਫੋਰਨ 'ਚ ਰਹਿੰਦਾ ਹੈ, ਕੋਈ ਬੰਦਾ ਆਪਣੀ ਪਟਿਆਲੇ ਹੈ, ਪਟਿਆਲੇ ਤੋਂ ਦੂਰ ਕਿਤੇ ਆਂਧਰਾ ਪ੍ਰਦੇਸ਼ ਬੈਠਾ, ਮੱਧ ਪ੍ਰਦੇਸ਼ ਬੈਠਾ, ਠੀਕ ਹੈ, ਪਰ ਜਿਹੜੀ ਐਗਜ਼ੀਕਿਊਸ਼ਨ ਹੈ, ਐਗਜ਼ੀਕਿਊਸ਼ਨ ਜਿਹੜਾ ਬੰਦਾ ਉਰੇ ਆ ਗਿਆ ਪਟਿਆਲੇ ਉਹਨੇ ਕਰ ਦਿੱਤੀ। ਜਿਹੜਾ ਬੰਦਾ ਜੇ ਫੋਰਨ 'ਚ ਬੈਠਾ ਰਜਿਸਟਰੀ ਲਿਖੀ ਗਈ 3 ਬੰਦਿਆਂ ਵੱਲੋਂ A, B ਤੇ C, ਇੱਕ ਬੰਦਾ ਬੈਠਾ ਪਟਿਆਲੇ ਉਹਨੇ ਐਗਜ਼ੀਕਿਊਸ਼ਨ ਕਰ ਦਿੱਤੀ। ਐਗਜ਼ੀਕਿਊਸ਼ਨ ਕਰਕੇ ਉਹਨੇ ਰਜਿਸਟਰਾਰ ਦੇ ਪੇਸ਼ ਕਰਤੀ, ਸਬ ਰਜਿਸਟਰਾਰ ਦੇ ਪੇਸ਼ ਕਰ ਦਿੱਤੀ। ਸਬ ਰਜਿਸਟਰਾਰ ਉਹਦੇ ਇਕੱਲੇ ਵੱਲੋਂ ਜਿਹੜੀ ਹੈਗੀ ਹੈ ਰਜਿਸਟਰੀ ਬੇਸ਼ੱਕ ਕੀਤੀ ਗਈ ਹੈ, ਲਿਖੀ ਗਈ ਰਜਿਸਟਰੀ 3 ਵੱਲੋਂ ਹੈ, ਪਰ ਇੱਕ ਬੰਦਾ ਪ੍ਰੈਜ਼ੈਂਟ ਹੈਗਾ, ਠੀਕ ਹੈ, ਉਹਨੇ ਹੀ ਸਾਈਨ ਕੀਤੇ ਨੇ, ਐਗਜ਼ੀਕਿਊਸ਼ਨ ਵੀ ਉਹਨੇ ਇਕੱਲੇ ਨੇ ਕੀਤੀ ਹੈ। ਇੱਕ ਬੰਦੇ ਨੇ ਮਤਲਬ ਕਿ ਡਾਕੂਮੈਂਟ ਨੂੰ ਸਾਈਨ ਕੀਤਾ ਹੈ, ਰਜਿਸਟਰੀ ਉਹਦੇ ਕੋਲੇ ਡਾਕੂਮੈਂਟ ਰਾਈਟਰ ਕੋਲੇ ਵੀ, ਇਟ ਮੀਨਸ ਐਗਜ਼ੀਕਿਊਸ਼ਨ ਹੀ ਇਕੱਲੇ ਵੱਲੋਂ ਹੋ ਰਹੀ ਹੈ ਨਾ। ਜੇ ਐਗਜ਼ੀਕਿਊਸ਼ਨ ਇਕੱਲੇ ਵੱਲੋਂ ਹੋ ਰਹੀ ਹੈ ਤਾਂ ਪ੍ਰੈਜੈਂਟੇਸ਼ਨ ਰਜਿਸਟਰੀ ਸਬ ਰਜਿਸਟਰਾਰ ਦੇ ਜਦੋਂ ਪੇਸ਼ ਹੋਈ ਹੈ ਰਜਿਸਟਰੀ ਤਾਂ ਇਕੱਲੇ ਵੱਲੋਂ ਸੇਲ ਦੀ ਜਿਹੜੀ ਹੈਗੀ ਆ ਉਹ ਰਜਿਸਟਰਾਰ ਕਰ ਸਕਦਾ, ਸਬ ਰਜਿਸਟਰਾਰ ਕਰ ਸਕਦਾ ਹੈਗਾ, ਠੀਕ ਹੈ। ਡਾਕੂਮੈਂਟ ਮੇ ਬੀ ਪ੍ਰੈਜ਼ੈਂਟਡ ਫਾਰ ਰਜਿਸਟ੍ਰੇਸ਼ਨ ਐਂਡ ਰਜਿਸਟ੍ਰੇਸ਼ਨ ਵਿਦਿਨ 4 months। 4 ਮਹੀਨੇ ਦੇ ਅੰਦਰ ਅੰਦਰ ਇੱਕ ਵਾਰੀ, ਦੂਜੀ ਵਾਰੀ, ਤੀਜੀ ਵਾਰੀ ਜਿਹੜੀ ਡਾਕੂਮੈਂਟ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਸਬ ਰਜਿਸਟਰਾਰ ਦੇ ਪੇਸ਼ ਕੀਤੀ ਜਾ ਸਕਦੀ ਹੈ। ਬਾਰ-ਬਾਰ ਤੁਸੀਂ ਜਿਆਦਾ ਤੁਸੀਂ 4 ਮਹੀਨੇ ਦੇ ਅੰਦਰ ਤਾਂ ਇਕੱਠੀ ਪੇਸ਼ ਕਰ ਦੋਗੇ, ਬੰਦੇ ਤੁਹਾਡੇ ਸਾਰੇ ਇਕੱਠੇ ਹੋ ਗਏ, ਮੰਨ ਲਓ 3 ਬੰਦਿਆਂ ਦੀ ਰਜਿਸਟਰੀ ਕਰਾਉਣੀ ਹੈ, 3 ਬੰਦੇ ਇਕੱਠੇ ਹੋ ਗਏ, ਠੀਕ ਹੈ, 4 ਮਹੀਨੇ ਦੇ ਅੰਦਰ ਅੰਦਰ ਤੁਸੀਂ ਪੇਸ਼ ਕਰ ਦੇਣੀ ਹੈ ਜਦੋਂ ਐਗਜ਼ੀਕਿਊਸ਼ਨ ਹੋ ਗਈ। ਐਗਜ਼ੀਕਿਊਸ਼ਨ ਹੋਣ ਤੋਂ ਬਾਅਦ 4 ਮਹੀਨੇ ਦੇ ਵਿੱਚ ਮੰਨ ਲਓ ਐਗਜ਼ੀਕਿਊਸ਼ਨ ਨਹੀਂ ਹੋਈ, ਇੱਕ ਬੰਦੇ ਦੀ ਐਗਜ਼ੀਕਿਊਸ਼ਨ ਜੇ ਹੋਈ ਹੈ, ਠੀਕ ਹੈ, ਤਾਂ ਇੱਕ ਬੰਦਾ ਪ੍ਰੈਜ਼ੈਂਟ ਕਰ ਸਕਦਾ ਹੈ। 1 ਮਹੀਨਾ ਲੰਘ ਗਿਆ, ਫਿਰ ਦੂਜਾ ਬੰਦਾ ਆ ਗਿਆ, ਦੂਜੇ ਬੰਦੇ ਨੇ ਫਿਰ ਐਗਜ਼ੀਕਿਊਟ ਕਰਤਾ ਉਹੀ ਰਜਿਸਟਰੀ, ਇਹ ਸਾਈਨ ਕਰਤੇ ਦੂਜੇ ਬੰਦੇ ਨੇ, ਤਾਂ ਤੁਸੀਂ ਰੀ ਰਜਿਸਟ੍ਰੇਸ਼ਨ ਦੁਬਾਰਾ ਰਜਿਸਟਰੀ ਵੀ ਉਸੇ ਰਜਿਸਟਰੀ ਨੂੰ ਦੁਬਾਰਾ ਵੀ ਪੇਸ਼ ਕਰ ਸਕਦੇ ਹੋ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ। ਰੀ ਰਜਿਸਟ੍ਰੇਸ਼ਨ ਇਸ ਕਰਕੇ ਇਹਦੇ ਵਿੱਚ ਜਿਹੜਾ ਟਾਈਮ ਲਿਮਿਟ ਦਿੱਤੀ ਗਈ ਹੈ ਉਹ 4 ਮਹੀਨੇ ਦੀ ਟਾਈਮ ਲਿਮਿਟ ਦਿੱਤੀ ਗਈ ਹੈ। ਜੋ ਕੋਈ ਬੰਦਾ ਫੋਰਨ ਰਹਿੰਦਾ ਜਾਂ ਕਿਤੇ ਬਾਹਰਲੇ ਸਟੇਟ ਦੇ ਵਿੱਚ ਰਹਿੰਦਾ ਉਹ 4 ਮਹੀਨੇ ਦੇ ਅੰਦਰ ਅੰਦਰ ਆ ਕੇ ਜਿਹੜੀ ਰਜਿਸਟਰੀ ਹੈਗੀ ਹੈ ਇੱਕ ਪਾਰਟ 1/3 1/4 ਪਾਰਟ ਪਹਿਲਾਂ ਰਜਿਸਟਰੀ ਹੋ ਸਕਦੀ ਹੈ, ਤਾਂ ਜਿਹੜਾ ਦੂਜਾ ਪਾਰਟ ਹੈ ਦੂਜੇ ਬੰਦੇ ਦੇ ਹਿੱਸੇ 'ਚ ਜਿੰਨਾ ਆਉਂਦਾ ਹੈਗਾ ਉਹ ਦੁਬਾਰਾ ਆ ਕੇ ਵੀ ਉਸੇ ਰਜਿਸਟਰੀ ਨੂੰ ਦੁਬਾਰਾ ਪ੍ਰੈਜ਼ੈਂਟ ਕਰ ਸਕਦਾ ਹੈ ਸਬ ਰਜਿਸਟਰਾਰ ਦੀ ਆਫਿਸ ਦੇ ਵਿੱਚ ਰਜਿਸਟਰੀ ਕਰਨ ਦੇ ਲਈ। ਮਤਲਬ ਜਦੋਂ ਵੀ ਕੋਈ ਐਗਜ਼ੀਕਿਊਸ਼ਨ ਹੋ ਰਹੀ ਹੈ, ਈਚ ਐਗਜ਼ੀਕਿਊਸ਼ਨ ਦੀ ਗੱਲ ਕੀਤੀ ਇਹਦੇ ਵਿੱਚ ਬਾਰ-ਬਾਰ ਦੇਖੋ, ਈਚ ਐਗਜ਼ੀਕਿਊਸ਼ਨ
ਜਦੋਂ ਵੀ ਕੋਈ ਬੰਦਾ ਆ ਕੇ ਸਾਈਨ ਕਰਦਾ ਰਜਿਸਟਰੀ ਤੇ, ਠੀਕ ਹੈ, ਉਹ ਦੁਬਾਰਾ ਰਜਿਸਟਰੀ ਸਬ ਰਜਿਸਟਰਾਰ ਦੇ ਆਫਿਸ 'ਚ ਪੇਸ਼ ਕੀਤੀ ਜਾ ਸਕਦੀ ਹੈ। ਪਰ ਇਹ ਜਿਹੜੀ ਟਾਈਮ ਲਿਮਿਟ ਹੈਗੀ ਹੈ ਇਹ 4 ਮੰਥ ਦੀ ਦਿੱਤੀ ਗਈ ਹੈ ਵੀ 4 ਮਹੀਨੇ ਦੇ ਅੰਦਰ ਅੰਦਰ ਤੁਸੀਂ ਰਜਿਸਟਰੀ ਨੂੰ 1 ਵਾਰੀ 2 ਵਾਰੀ 3 ਵਾਰੀ ਰਜਿਸਟਰ ਕਰਵਾ ਸਕਦੇ ਹੋ। ਬਟ ਦਿਸ ਸੈਕਸ਼ਨ ਇਜ਼ ਨਾਟ ਇਨ ਪ੍ਰੈਕਟੀਕਲ। ਇਹ ਸੈਕਸ਼ਨ ਕਦੀ ਪ੍ਰੈਕਟੀਕਲ ਦੇ ਵਿੱਚ ਨਹੀਂ ਦੇਖਿਆ ਹੈਗਾ ਕਿਉਂਕਿ ਸਾਰੇ ਦੇ ਸਾਰੇ ਬੰਦੇ ਇਕੱਠੇ ਆਉਂਦੇ ਆ, ਇਕੱਠੀ ਰਜਿਸਟਰੀ ਕਰਵਾਉਂਦੇ ਆ। ਹਾਂਜੀ, ਕੀ ਕਹਿ ਰਹੇ ਸੀਗੇ? ਵਸੀਕਾ ਨੰਬਰ ਕਿਹੜਾ ਲੱਗੇਗਾ? ਵਸੀਕਾ ਨੰਬਰ ਤਾਂ ਇਹਦੇ ਵਿੱਚ ਕਿਤੇ ਕੋਡ ਨਹੀਂ ਕੀਤਾ, ਕਿਹੜਾ ਲੱਗੂਗਾ? ਉਹਦੇ ਜਿਹੜਾ ਹੈਗਾ 3 ਵਸੀਕੇ ਲੱਗ ਜਾਣਗੇ ਜਿੰਨੇ ਵਾਰੀ ਹੋ ਰਿਹਾ ਹੈ, ਉਹ ਜਿੰਨੇ ਵਾਰੀ ਰਜਿਸਟਰ ਹੋਏਗਾ ਉਹੀ ਉਹਨੇ ਵਸੀਕਾ ਲੱਗਣਗੇ ਉਸ ਰਜਿਸਟਰੀ ਤੇ। ਹਾਂ, ਜੇ 3 ਵਾਰੀ ਰਜਿਸਟਰ ਹੋਇਆ ਤਾਂ ਰਜਿਸਟਰ ਹੋਏ। ਪ੍ਰੈਕਟਿਸ ਦੇ ਵਿੱਚ ਤਾਂ ਨਹੀਂ ਹੋ ਰਿਹਾ ਇਸ ਤਰ੍ਹਾਂ ਦੀ। ਪ੍ਰੈਕਟਿਸ 'ਚ ਮੈਂ ਤਾਂ ਪਹਿਲਾਂ ਕਹਿ ਰਿਹਾ ਵੀ ਮੈਂ ਤਾਂ ਕਦੇ ਦੇਖਿਆ ਨਹੀਂ, ਆਪਣੇ ਜਿੰਨਾ ਵੀ ਲਾਈਫ ਟਾਈਮ ਹੈਗਾ ਅਸੀਂ ਨਹੀਂ ਕਦੇ ਦੇਖੀ, ਪਰ ਚਲੋ ਪ੍ਰੋਵੀਜ਼ਨ ਹੈਗੀ ਹੈ, ਕਿਤੇ ਜ਼ਰੂਰਤ ਪਈ ਹੋਣੀ ਹੈ ਜੀ। ਪਹਿਲਾਂ ਪਾਰਟੀਆਂ ਦੀ ਪੇਮੈਂਟ ਵੀ ਲੈਣੀ ਹੁੰਦੀ ਆ, ਉਹ ਸਾਰਾ ਪ੍ਰੋਸੀਜਰ ਹੁੰਦਾ ਹੈ, ਕਿਤੇ ਜ਼ਰੂਰਤ ਪਈ ਹੋਣੀ ਜੀ ਕਿਸੇ ਕਰਕੇ। ਇਹ ਜਿਹੜਾ ਐਕਟ ਸੀਗਾ ਇਹ ਬਣਿਆ ਹੋਣਾ ਕਿਤੇ ਕਿਸੇ ਸਟੇਟ ਦੇ ਵਿੱਚ। ਦੇਖੋ ਇਹ ਜਿਹੜਾ ਹੈਗਾ ਇਹ ਇੰਡੀਅਨ ਰਜਿਸਟ੍ਰੇਸ਼ਨ ਐਕਟ ਹੈਗਾ, ਇਹ ਪੂਰੇ ਹੋਲ ਆਫ ਇੰਡੀਆ ਦੇ ਵਿੱਚ ਹੈਗਾ। ਮੈਂ ਪਹਿਲਾਂ ਗੱਲ ਕਰ ਚੁੱਕਿਆ, ਮੇ ਬੀ ਸਾਡੀ ਸਟੇਟ ਦੇ ਵਿੱਚ ਪ੍ਰੈਕਟੀਕਲ ਨਾ ਹੋਵੇ, ਕਿਸੇ ਹੋਰ ਸਟੇਟ ਦੇ ਵਿੱਚ ਲਾਗੂ ਹੋਵੇ। ਹਰ ਸਟੇਟਾਂ ਆਪਣੇ ਇਸ ਐਕਟ ਦੇ ਨੂੰ ਅਮੈਂਡ ਕਰਨ ਦੇ ਲਈ ਬਹੁਤ ਸਾਰੀਆਂ ਸਟੇਟਾਂ ਨੇ, ਬਿਹਾਰ ਹੈ, ਮਹਾਰਾਸ਼ਟਰ ਹੈਗੀ ਹੈ, ਠੀਕ ਹੈ ਜੀ, ਮੱਧ ਪ੍ਰਦੇਸ਼ ਵਗੈਰਾ ਸਟੇਟਾਂ ਨੇ, ਯੂਪੀ ਸਟੇਟ ਹੈ, ਆਪਣੀਆਂ ਬਹੁਤ ਸਾਰੀਆਂ ਅਮੈਂਡਮੈਂਟਸ ਕੀਤੀਆਂ ਹੋਈਆਂ ਨੇ ਸਮੇਂ ਦੇ ਰੱਖਦੇ ਹੋਏ, ਇਹਦੇ ਵਿੱਚ ਕੋਡ ਕੀਤੇ ਗਏ ਨੇ। ਪਰ ਆਪਾਂ ਆਪਣੀ ਸਟੇਟ ਪੰਜਾਬ ਦੀ ਗੱਲ ਕਰ ਰਹੇ ਹਾਂ, ਮੇ ਵੀ ਕਿਸੇ ਹੋਰ ਸਟੇਟ ਦੇ ਵਿੱਚ ਇਦਾਂ ਦੀ ਕੋਈ ਜਿਹੜੀ ਪ੍ਰਥਾ ਚੱਲ ਰਹੀ ਹੋਵੇ, ਠੀਕ ਹੈ। ਜਦੋਂ ਕੋਈ ਪ੍ਰਥਾ ਚੱਲ ਰਹੀ ਹੁੰਦੀ ਹੈ, ਕੋਈ ਕਸਟਮ ਹੁੰਦੇ ਆ, ਕੋਈ ਕਸਟਮਰੀ ਯੂਸੇਜ ਵਗੈਰਾ ਕੋਈ ਹੁੰਦੀਆਂ ਨੇ, ਤਦੀ ਜਿਹੜਾ ਐਕਟ ਹੈਗਾ ਉਹ ਵਜੂਦ ਵਿੱਚ ਆਉਂਦਾ ਹੈ, ਠੀਕ ਹੈ। ਕਿਸੇ ਏਰੀਆ 'ਚ ਹੁੰਦਾ, ਕਿਸੇ ਚੀਜ਼ ਹੈ ਜੀ। ਹਰਿਆਣੇ 'ਚ ਸੀਗੀ ਡਬਲ ਹੋਈ ਹੈ ਕੇਸ। ਹਾਂ, ਮੇ ਵੀ ਮੈਂ ਉਹੀ ਗੱਲ ਕਰਦਾ ਵੀ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਹੋ ਸਕਦਾ ਹੋਵੇ ਇਦਾਂ ਦੀ ਪ੍ਰੋਵੀਜ਼ਨ ਕੋਈ। ਉਹਨਾਂ ਰੌਲਾ ਪਾਇਆ ਸੀ ਕਿ 2 ਬੰਦੇ ਬਾਹਰੋਂ ਕੋਈ ਤੁਸੀਂ ਤਾਂ ਕਰਾਓ, 2 ਜਣੇ ਫਿਰ ਬਿਲਕੁਲ, ਹਾਂ, ਵੀ ਤੁਸੀਂ ਤਾਂ ਕਰਵਾਓ, ਬਾਕੀ ਨੂੰ ਫਿਰ ਦੇਖਾਂਗੇ। 4 ਮਹੀਨਾ ਟਾਈਮ ਹੁੰਦਾ ਦਿੱਤਾ ਇਹਦੇ ਵਿੱਚ, ਮਤਲਬ ਪ੍ਰੋਵੀਜ਼ਨ ਹੈਗੀ ਹੈ, ਕਰ ਸਕਦੇ ਹਾਂ ਇਸ ਚੀਜ਼। ਦੈਨ ਵੀ ਵਿਲ ਡੀਲ ਸੈਕਸ਼ਨ 25 ਪ੍ਰੋਵੀਜ਼ਨ देयर डिले इन द ਪ੍ਰੈਜੈਂਟੇਸ਼ਨ ਇਜ਼ ਅਨਅਵੋਇਡੇਬਲ। ਦੇਖੋ ਹੁਣ ਅਨਅਵੋਇਡੇਬਲ ਜਿਹੜਾ ਵਰਡ ਹੈਗਾ, ਜਿਹਨੂੰ ਕੋਈ ਟਾਲਿਆ ਨਾ ਜਾ ਸਕਦਾ ਹੋਵੇ, ਅਨਅਵੋਇਡੇਬਲ। ਪ੍ਰੈਜੈਂਟੇਸ਼ਨ ਦਾ ਜਿਹੜਾ ਟਾਈਮ ਹੈ 4 ਮਹੀਨੇ ਦਾ ਆਪਾਂ ਪੜ੍ਹ ਚੁੱਕੇ ਹਾਂ, ਠੀਕ ਹੈ। ਪਰ ਜੇਕਰ 4 ਮਹੀਨੇ ਦੇ ਅੰਦਰ ਅੰਦਰ ਕਿਸੇ ਕਾਰਨ ਕੋਈ ਇਦਾਂ ਦਾ ਰੀਜ਼ਨ ਬਣ ਗਿਆ, ਕੋਈ ਸੋਰਸ ਬਣ ਗਿਆ, ਕੋਈ ਇਦਾਂ ਦਾ ਕਾਰਨ ਬਣ ਗਿਆ ਜਿਹਨੂੰ ਅਸੀਂ ਵਿਅਕਤੀ ਦੇ ਆਪਣੇ ਹੱਥ ਵਿੱਚ ਨਹੀਂ ਸੀਗਾ ਉਸ ਨੂੰ ਟਾਲਣਾ, ਠੀਕ ਹੈ। ਮੰਨ ਲਓ ਕੋਈ ਬੰਦਾ ਬਾਹਰ ਹੀ ਰਹਿੰਦਾ ਸੀਗਾ, ਆ ਨਹੀਂ ਸਕਿਆ, ਜਿਵੇਂ ਹੁਣ ਕਰੋਨਾ ਪੈ ਗਿਆ, ਕਰੋਨਾ ਫੈਲ ਗਿਆ, ਬੰਦਾ ਆ ਨਹੀਂ ਸਕਿਆ, ਫਲਾਈਟਾਂ ਬੰਦ ਹੋ ਗਈਆਂ, ਇਹ ਆਪਣੀ ਮਰਜ਼ੀ ਤੇ ਡਿਪੈਂਡ ਨਹੀਂ ਸੀ ਕਰਦਾ, ਇਹ ਅਨਅਵੋਇਡੇਬਲ ਰੀਜ਼ਨ ਹੈਗਾ ਜਿਸਨੂੰ ਉਹ ਅਵੋਇਡ ਨਹੀਂ ਸੀ ਕਰ ਸਕਦਾ, ਉਹਦੀ ਮਰਜ਼ੀ ਨਹੀਂ ਸੀਗੀ ਵੀ ਉਹ 4 ਮਹੀਨੇ ਦੇ ਅੰਦਰ ਅੰਦਰ ਆ ਜਾਂਦਾ। ਜੇ ਹੁਣ ਫਲਾਈਟ ਹੀ ਨਹੀਂ ਚੱਲਦੀ ਤਾਂ ਬੰਦਾ ਕਿੱਥੋਂ ਆਏਗਾ, ਠੀਕ ਹੈ ਜੀ। ਜਾਂ ਕੋਈ ਹੋਰ ਕਾਰਨ ਹੋ ਸਕਦਾ, ਬੰਦਾ ਕੋਈ ਬਿਮਾਰ ਪੈ ਗਿਆ, ਠੀਕ ਹੈ, ਕੋਈ ਆਪਰੇਸ਼ਨ ਕਿਸੇ ਦਾ ਹੋ ਗਿਆ, ਮਤਲਬ ਰੀਜ਼ਨ ਮੇ ਵੀ ਕੋਈ ਡਾਕੂਮੈਂਟ ਮੇ ਵੀ ਪ੍ਰੈਜੈਂਟੇਸ਼ਨ ਫॉर द ਰਜਿਸਟ੍ਰੇਸ਼ਨ provision hold delay where delay is unavoidable. Section 25 if due to the urgent necessity, ਕੋਈ urgent necessity ਸੀ ਬੰਦੇ ਦੀ, ਉਹ ਨਹੀਂ ਸੀ ਆ ਰਿਹਾ, ਆ ਸਕਦਾ, ਜਾਂ ਅਨਅਵੋਇਡੇਬਲ ਐਕਸੀਡੈਂਟ ਕੋਈ ਹੈਗਾ ਸੀਗਾ, ਰਜਿਸਟਰੀ ਜਿੰਨੀ ਉਹਦੀ ਟਾਈਮ ਲਿਮਿਟ ਸੀਗੀ 4 ਮਹੀਨੇ ਦੀ, ਉਸ ਟਾਈਮ ਲਿਮਿਟ ਦੇ ਵਿੱਚ ਰਜਿਸਟਰੀ ਜਿਹੜੀ ਹੈਗੀ ਆ ਪ੍ਰੋਪਰ ਆਫਿਸ ਦੇ ਵਿੱਚ, ਸਬ ਰਜਿਸਟਰਾਰ ਆਫਿਸ ਦੇ ਵਿੱਚ, ਜੁਆਇੰਟ ਸਬ ਰਜਿਸਟਰਾਰ ਆਫਿਸ ਦੇ ਵਿੱਚ ਜਾਂ ਰਜਿਸਟਰਾਰ ਆਫਿਸ ਦੇ ਵਿੱਚ ਪ੍ਰੈਜੈਂਟ ਨਹੀਂ ਕੀਤੀ ਜਾ ਸਕੀ, ਠੀਕ ਹੈ। ਡਿਲੇ ਨਾਟ ਐਕਸੀਡ 4 ਮੰਥਸ। ਹੁਣ ਇੱਥੇ ਗੱਲ ਕਹੀ ਗਈ ਹੈ, ਡਿਲੇ ਕਿੰਨੀ ਹੋਗੀ? ਮੰਨ ਲਓ ਮਹੀਨਾ ਲੰਘ ਗਿਆ, 4 ਮਹੀਨੇ ਦੇ ਅੰਦਰ ਅੰਦਰ ਪੇਸ਼ ਕਰਨੀ ਸੀ, 5 ਮਹੀਨੇ ਹੋ ਗਏ ਨਹੀਂ ਪੇਸ਼ ਕਰ ਸਕਿਆ, 6 ਮਹੀਨੇ ਹੋ ਗਏ ਫਿਰ ਵੀ ਨਹੀਂ ਪੇਸ਼ ਹੋ ਗਈ, 7 ਮਹੀਨੇ ਹੋ ਗਏ ਫਿਰ ਵੀ ਨਹੀਂ ਪੇਸ਼ ਹੋ ਸਕੀ, ਮੈਕਸਿਮਮ 8 ਮਹੀਨੇ। 4 ਮਹੀਨੇ ਦਾ ਸਮਾਂ ਦਿੱਤਾ ਹੈ ਪਹਿਲਾਂ, 4 ਮਹੀਨੇ ਦਾ ਟਾਈਮ ਹੋਰ ਮੈਕਸਿਮਮ। ਡਿਲੇ ਨਾਟ ਐਕਸੀਡ 4 ਮੰਥਸ। ਡੇਟ ਆਫ ਐਕਸਪਾਇਰੇਸ਼ਨ ਤੇ ਡੇਟ ਆਫ ਡਿਲੇ ਦੋਨਾਂ 'ਚ ਫਰਕ ਹੈਗਾ। ਡੇਟ ਆਫ ਐਕਸਪਾਇਰੇਸ਼ਨ ਤਾਂ ਹੈਗੀ 4 ਮਹੀਨਿਆਂ ਦੀ, ਡੇਟ ਆਫ ਡਿਲੇ ਜਿਹੜੀ ਹੈਗੀ ਹੈ ਉਹ ਫਿਰ ਫਰਦਰ 4 ਮਹੀਨੇ ਦੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਜਿਹੜਾ ਡਿਲੇ ਦਾ ਪੀਰੀਅਡ ਹੈਗਾ ਉਹ ਮੈਕਸਿਮਮ 4 ਮੰਥ ਹੋ ਸਕਦਾ ਹੈ। ਜੇ 4 ਮਹੀਨੇ ਦੇ ਅੰਦਰ ਅੰਦਰ ਦੁਬਾਰਾ ਡਿਲੇ ਦਾ ਐਕਸਪਾਇਰੀ ਡੇਟ ਖਤਮ ਹੋਣ ਤੋਂ ਬਾਅਦ 4 ਮਹੀਨੇ ਦੇ ਅੰਦਰ ਅੰਦਰ ਜੇਕਰ ਕੋਈ ਪਰਸਨਸ ਪਾਰਟੀਆਂ ਸਬ ਰਜਿਸਟਰਾਰ ਨੂੰ ਸੈਟੀਸਫਾਈ ਕਰਾਉਂਦੀਆਂ ਨੇ ਵੀ ਰੀਜ਼ਨ ਵਾਜ਼ ਦੈਟ, ਇਹ ਜਿਹੜਾ ਰੀਜ਼ਨ ਸੀਗਾ ਜਿਹੜਾ ਕਿ ਸਾਡੇ ਹੱਥ ਵਿੱਚ ਨਹੀਂ ਸੀਗਾ,
ਤੇ ਅਸੀਂ ਸਾਡੀ ਮਰਜ਼ੀ ਨਹੀਂ ਸੀ ਇੱਥੇ ਚੱਲ ਸਕਦੀ। ਸੈਟੀਸਫਾਈ ਹੁੰਦਾ ਸਬ ਰਜਿਸਟਰਾਰ ਵੀ ਹਾਂ ਵਾਕਈ ਇਹ ਇਹਨਾਂ ਦੇ ਵੱਸ ਦੀ ਗੱਲ ਨਹੀਂ ਸੀਗੀ। ਇਹ ਜਿਹੜਾ ਰੀਜ਼ਨ ਨੂੰ ਦੇਖਦੇ ਹੋਏ ਜਿਹੜੀ ਹੈਗੀ ਹੈ ਰਜਿਸਟਰੀ ਹੈਗੀ ਹੈ ਕੈਨ ਬੀ ਐਕਸੈਪਟਡ। ਇਹਦਾ ਡਿਸਾਈਡ ਕੌਣ ਕਰੇਗਾ? ਇਹ ਜਿਹੜੀ ਅਰਜੀ ਦਿੱਤੀ ਜਾਏਗੀ ਸਬ ਰਜਿਸਟਰਾਰ ਦੇ। ਠੀਕ ਹੈ, ਸਬ ਰਜਿਸਟਰਾਰ ਆਪਦੀ ਨੋਟਿੰਗ ਲਗਾ ਕੇ ਫੈਕਟਸ ਦੱਸ ਕੇ ਰੀਜ਼ਨ ਦੱਸ ਕੇ ਜੋ ਵੀ ਐਪਲੀਕੇਸ਼ਨ ਦਿੱਤੀ ਗਈ ਹੈ ਪਾਰਟੀਆਂ ਨਾਲ ਜਿਹੜੀ ਅਰਜੀ ਰਜਿਸਟਰੀ ਕੋਈ ਦੇਣਗੀਆਂ ਉਸ ਰਜਿਸਟਰੀ ਦੇ ਨਾਲ ਇੱਕ ਅਰਜੀ ਲਗਾਉਣੀ ਪਏਗੀ। ਆਪਣੀ ਐਪਲੀਕੇਸ਼ਨ ਦੇ ਵਿੱਚ ਉਹ ਪੂਰਾ ਸਪੈਸੀਫਾਈ ਕਰਨਗੀਆਂ, ਦੱਸਣਗੀਆਂ, ਰੀਜ਼ਨ ਦੱਸਣਗੀਆਂ ਵੀ ਆਹ ਕਾਰਨ ਸੀ। ਜਿਹੜੀ ਰਜਿਸਟਰੀ ਸੀ ਇਹਦੀ ਟਾਈਮ ਲਿਮਿਟ ਇੰਨੀ ਸੀਗੀ, 4 ਮਹੀਨੇ ਐਕਸਪਾਇਰ ਹੋ ਚੁੱਕੇ। 4 ਮਹੀਨੇ ਐਕਸਪਾਇਰ ਹੋਣ ਦੇ ਅੰਦਰ ਅਸੀਂ ਜਿਹੜੀ ਰਜਿਸਟਰੀ ਪਹਿਲਾਂ ਪੇਸ਼ ਨਹੀਂ ਕਰ ਸਕੇ, ਪਰ ਹੁਣ ਜਿਹੜਾ ਸਮਾਂ ਹੈਗਾ 4 ਦੀ ਬਜਾਏ 6 ਮਹੀਨੇ ਦਾ ਲੰਘ ਚੁੱਕਿਆ। ਠੀਕ ਹੈ ਜੀ, 7 ਮਹੀਨੇ ਦਾ ਲੰਘ ਚੁੱਕਿਆ ਜਾਂ 1 ਮਹੀਨਾ ਹੋਰ ਐਕਸਟਰਾ ਉੱਪਰ ਲੰਘ ਚੁੱਕਿਆ। ਪਰ ਕੀ ਕਾਰਨ ਸੀਗਾ, ਕਿਉਂ ਨਹੀਂ ਸੀ ਪੇਸ਼ ਹੋ ਸਕੇ? ਇਹ ਐਪਲੀਕੇਸ਼ਨ ਵਿੱਚ ਦਰਸਾਉਣਾ ਪਏਗਾ ਸਾਰਾ ਕੁਝ। ਠੀਕ ਹੈ, ਇਹ ਸਬ ਸੈਕਸ਼ਨ 2 ਹੈਗਾ 25 ਦਾ। ਅਰਜੀ 'ਚ ਸਾਰਾ ਕੁਝ ਦਰਸਾ ਕੇ ਸਬ ਰਜਿਸਟਰਾਰ ਸੈਟੀਸਫਾਈ ਹੁੰਦਾ ਹੈ ਤਾਂ ਸਬ ਰਜਿਸਟਰਾਰ ਉਹਦੀ ਜਿਹੜੀ ਅਰਜੀ ਹੈਗੀ ਹੈ ਵਿਦ ਰਜਿਸਟਰੀ ਸਮੇਤ ਰਜਿਸਟਰਾਰ ਦੇ ਕੋਲੇ ਫਾਰਵਰਡ ਕਰੇਗਾ ਵਿਦ ਆਵਰ ਕਮੈਂਟਸ, ਜੋ ਸੈਟੀਸਫਾਈ ਹੁੰਦਾ ਹੈ ਤਾਂ। ਠੀਕ ਹੈ, ਰਜਿਸਟਰਾਰ ਫਰਦਰ ਸੈਟੀਸਫਾਈ ਹੋ ਕੇ ਜਿਹੜੀ ਹੈਗੀ ਹੈ ਉਹਦੇ ਤੇ ਜਿਹੜੀ ਹੈਗੀ ਹੈ ਫਾਈਨ ਲਗਾਏਗਾ। ਕੁਛ ਫਾਈਨ ਨਾਟ ਐਕਸੀਡਿੰਗ 10 ਟਾਈਮਸ ਆਫ ਦਾ ਰਜਿਸਟ੍ਰੇਸ਼ਨ ਫੀ। ਜਿਹੜੀ ਕਿ ਰਜਿਸਟ੍ਰੇਸ਼ਨ ਫੀ ਹੈਗੀ ਹੈ, ਰਜਿਸਟਰੀ ਦੀ ਜਿੰਨੀ ਫੀਸ ਹੈਗੀ ਹੈ ਉਹਦੇ ਦੇ ਮੁਤਾਬਕ ਜਿਹੜਾ ਜੁਰਮਾਨਾ ਹੈਗਾ ਉਹ ਲਗਾਇਆ ਜਾ ਸਕਦਾ ਹੈ। ਪਰ ਜਿਹੜਾ ਜੁਰਮਾਨਾ ਹੈਗਾ ਇਹ 10 ਗੁਣਾ ਫੀਸ ਦਾ 10 ਗੁਣਾ ਤੋਂ ਵੱਧ ਨਹੀਂ ਹੋਏਗਾ। ਫੀਸ ਦਾ 2 ਗੁਣਾ ਵੀ ਹੋ ਸਕਦਾ, 3 ਗੁਣਾ ਵੀ ਹੋ ਸਕਦਾ, 4 5 6 7 8, ਪਰ ਮੈਕਸਿਮਮ 10 ਟਾਈਮਸ ਆਫ ਦਾ ਰਜਿਸਟ੍ਰੇਸ਼ਨ ਫੀਸ ਜਿਹੜਾ ਰਜਿਸਟਰਾਰ ਹੈ ਆਰਡਰ ਕਰ ਦੇਗਾ। ਆਰਡਰ ਕਰਕੇ ਵਾਪਸ ਜਿਹੜੀ ਰਜਿਸਟਰੀ ਹੈਗੀ ਹੈ ਉਹ ਰਜਿਸਟਰਾਰ ਕੋਲ ਸਬ ਰਜਿਸਟਰਾਰ ਕੋਲ ਆ ਜਾਏਗੀ ਤੇ ਸਬ ਰਜਿਸਟਰਾਰ ਉਹਦੇ ਅਕੋਰਡਿੰਗ ਜਿਹੜੀ ਰਜਿਸਟ੍ਰੇਸ਼ਨ ਫੀਸ ਹੈਗੀ ਹੈ ਉਹਦੇ ਜੁਰਮਾਨਾ ਵਗੈਰਾ ਲੈ ਕੇ ਜਿਹੜੀ ਰਜਿਸਟਰੀ ਹੈਗੀ ਉਹਨੂੰ ਐਕਸੈਪਟ ਕਰੇਗਾ। ਐਕਸੈਪਟ ਕਰਕੇ ਜਿਹੜੀ ਰਜਿਸਟਰੀ ਹੈ ਉਸਨੂੰ ਰਜਿਸਟਰ ਕੀਤੀ ਜਾ ਸਕਦੀ ਹੈ। ਠੀਕ ਹੈ ਜੀ, ਮਤਲਬ 4 ਮੰਥ ਹੈ ਜੀ। ਲਾਉਗੇ ਸਬ ਰਜਿਸਟਰਾਰ ਹੀ ਲਾ ਸਕਦੇ ਸਰ 10% ਜਿਹੜਾ ਫਾਈਨ ਹੈ ਜੀ। 10% ਜਿਹੜਾ ਸਬ ਰਜਿਸਟਰਾਰ ਮੈਂ ਦੱਸਾਂ ਤੁਹਾਨੂੰ ਵੀ ਜਿਹੜੀ ਐਪਲੀਕੇਸ਼ਨ ਹੈ ਐਪਲੀਕੇਸ਼ਨ ਦੇਣੀ ਪਏਗੀ ਸਬ ਰਜਿਸਟਰਾਰ ਦੇ। ਸਬ ਰਜਿਸਟਰਾਰ ਜੀ ਸੈਟੀਸਫਾਈ ਹੋਏਗਾ ਉਹਦੀ ਅਰਜੀ ਤੋਂ ਬਾਕੀ ਇਹਨਾਂ ਦਾ ਜਿਹੜਾ ਹੈਗਾ ਜਿਹੜਾ ਰੀਜ਼ਨ ਹੈ ਸਹੀ ਹੈ, ਠੀਕ ਹੈਗਾ, ਤਾਂ ਆਪਣੇ ਕਮੈਂਟਸ ਦੇ ਕੇ ਆਪਾਂ ਵੀ ਹਾਂ ਇਹ ਰਜਿਸਟਰੀ ਹੋਣੀ ਵਾਜਬ ਬਣਦੀ ਹੈ ਤੇ ਸਬ ਰਜਿਸਟਰਾਰ ਜਿਹੜੀ ਐਪਲੀਕੇਸ਼ਨ ਹੈ ਉਹ ਰਜਿਸਟਰਾਰ ਨੂੰ ਫਾਰਵਰਡ ਕਰੇਗਾ ਤੇ ਦੈਨ ਫਾਈਨ ਵਿਲ ਡਿਸਾਈਡ ਬਾਈ ਦਾ ਰਜਿਸਟਰਾਰ ਵੱਲੋਂ ਫਾਈਨ ਡਿਸਾਈਡ ਕੀਤਾ ਜਾਣਾ ਹੈ ਵੀ ਕਿੰਨਾ ਫਾਈਨ ਇਹਨੂੰ ਪਾਰਟੀ ਨੂੰ ਲਗਾਇਆ ਜਾਂਦਾ। ਉਹ ਰਜਿਸਟਰਾਰ ਵੱਲੋਂ ਆਰਡਰ ਕੀਤਾ ਜਾਏਗਾ ਵੀ ਇਹਨਾਂ ਤੋਂ 2 ਗੁਣਾ ਜੁਰਮਾਨਾ ਲਿਆ ਜਾਵੇ, 3 ਗੁਣਾ ਜਾਂ 4 ਗੁਣਾ ਜਾਂ 5 ਗੁਣਾ। ਰਜਿਸਟਰਾਰ ਫਾਈਨ ਦਾ ਆਰਡਰ ਕਰਕੇ ਫਿਰ ਜਿਹੜੀ ਕਾਪੀ ਹੈਗੀ ਹੈ ਉਹ ਸਬ ਰਜਿਸਟਰਾਰ ਕੋਲ ਆਏਗੀ, ਉੱਪਰ ਆਉਤੀ ਜਾਏਗਾ ਜਿਹੜਾ ਜੁਰਮਾਨਾ ਹੈਗਾ। ਠੀਕ ਹੈ ਜੀ, ਸੈਕਸ਼ਨ 25 ਇੱਥੇ ਖਤਮ ਹੁੰਦਾ ਹੈ। ਨੈਕਸਟ ਅਸੀਂ ਚੱਲਾਂਗੇ ਸੈਕਸ਼ਨ 26 ਡਾਕੂਮੈਂਟਸ ਐਗਜ਼ੀਕਿਊਟਡ ਆਊਟ ਆਫ ਇੰਡੀਆ। ਦੇਖੋ ਐਗਜ਼ੀਕਿਊਟਿਵ ਵਰਡ ਦੀ ਗੱਲ ਕਰ ਰਹੇ ਹਾਂ ਆਪਾਂ। ਐਗਜ਼ੀਕਿਊਸ਼ਨ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਐਗਜ਼ੀਕਿਊਸ਼ਨ ਤੇ ਰਜਿਸਟ੍ਰੇਸ਼ਨ ਮਚ ਡਿਫਰੈਂਸ ਬਿਟਵੀਨ ਬੋਥ ਦਾ ਵਰਡਸ ਐਗਜ਼ੀਕਿਊਸ਼ਨ ਐਂਡ ਰਜਿਸਟ੍ਰੇਸ਼ਨ। ਦੋ ਪਾਰਟੀਆਂ ਬਾਹਰ ਰਹਿੰਦੀਆਂ ਨੇ, ਉਹਨਾਂ ਨੇ ਆਪਣਾ ਕੋਈ ਫੈਮਿਲੀ ਸੈਟਲਮੈਂਟ ਕੀਤੀ ਜਾਂ ਕੋਈ ਸੇਲ ਪਰਚੇਜ ਦੀ ਕੋਈ ਟ੍ਰਾਂਜੈਕਸ਼ਨ ਦੀ ਕੋਈ ਗੱਲ ਕੀਤੀ, ਉਹਨਾਂ ਪਾਰਟੀਆਂ ਨੇ ਕੋਈ ਡਾਕੂਮੈਂਟ ਹੈ ਆਊਟ ਆਫ ਇੰਡੀਆ ਐਗਜ਼ੀਕਿਊਟ ਕਰ ਲਿਆ। ਠੀਕ ਹੈ ਜੀ, ਮਤਲਬ ਕਿ ਦਸਤਖਤ ਪੱਤਰ ਕਰ ਲਏ, ਸਾਰੇ ਸਾਈਨ ਕਰ ਲਏ, ਪਰ ਜਿਹੜਾ ਡਾਕੂਮੈਂਟ ਸੀਗਾ ਉਹ ਆ ਕੇ ਇੰਡੀਆ 'ਚ ਰਜਿਸਟਰ ਹੋਣਾ ਸੀਗਾ। ਠੀਕ ਹੈ ਜੀ, ਐਗਜ਼ੀਕਿਊਟ ਪਾਰਟੀਆਂ ਵੱਲੋਂ ਹੋ ਗਿਆ, ਫੋਰਨ ਦੇ ਵਿੱਚ ਹੋ ਗਿਆ, ਕਿਸੇ ਹੋਰ ਕੰਟਰੀ 'ਚ ਹੋ ਗਿਆ, ਆਊਟ ਆਫ ਇੰਡੀਆ ਹੋ ਗਿਆ। ਪਾਰਟੀਆਂ ਨੇ ਡਾਕੂਮੈਂਟ ਦਾ ਲਿਖਵਾ ਕੇ ਕਰਕੇ ਕੰਸਰਨ ਪਾਵਰ ਗਵਰਨਮੈਂਟ ਨੇ ਦਿੱਤੀ ਹੋਈ ਹੋਣ ਕਿਸੇ ਨੂੰ, ਉੱਥੇ ਦੂਜੇ ਕੰਟਰੀ ਦੇ ਵਿੱਚ ਕਿਸੇ ਐਮਬੈਸੀ ਦੇ ਥਰੂ ਕੋਈ ਪ੍ਰੋਵੀਜ਼ਨ ਦਿੱਤੀ ਹੋਈ ਹੋਵੇ, ਡਾਕੂਮੈਂਟ ਡਾਕੂਮੈਂਟ ਲਿਖਿਆ ਗਿਆ, ਰਿਟਨ ਹੋ ਗਿਆ ਤੇ ਦੈਨ ਪਾਰਟੀ ਨੇ ਐਗਜ਼ੀਕਿਊਟ ਵੀ ਕਰ ਲਿਆ। ਪਰ ਇਨ ਟਾਈਮ ਜਿਹੜਾ ਹੈਗਾ ਟਾਈਮ 4 ਮਹੀਨੇ ਦਾ ਜਿਹੜਾ ਸਮਾਂ ਦਿੱਤਾ ਗਿਆ, ਉਹ 4 ਮਹੀਨੇ ਦੇ ਅੰਦਰ ਅੰਦਰ ਪ੍ਰੋਪਰ ਆਫਿਸ ਦੇ ਵਿੱਚ ਜੁਆਇੰਟ ਸਬ ਰਜਿਸਟਰਾਰ ਜਾਂ ਰਜਿਸਟਰਾਰ ਦੇ ਆਫਿਸ ਦੇ ਵਿੱਚ ਪਾਰਟੀਆਂ ਵੱਲੋਂ ਪ੍ਰੈਜ਼ੈਂਟ ਨਹੀਂ ਕੀਤਾ ਜਾ ਸਕਿਆ 4 ਮਹੀਨੇ ਦੇ ਅੰਦਰ ਅੰਦਰ, ਕੈਨ ਬੀ ਐਕਸੈਪਟਡ, that document can also be accepted if registering officer satisfied। ਜੇਕਰ ਰਜਿਸਟਰਿੰਗ ਜਿਹੜਾ ਆਫਿਸਰ ਹੈ ਉਹ ਸੈਟੀਸਫਾਈ ਹੋ ਜਾਂਦਾ ਹੈ ਕਿਸ ਗੱਲ ਤੋਂ, ਸੋ ਐਗਜ਼ੀਕਿਊਟਡ, ਕਿਸ ਗੱਲ ਤੋਂ ਸੈਟੀਸਫਾਈ ਹੋ ਜਾਂਦਾ ਹੈ ਵੀ ਪਾਰਟੀਆਂ ਦਾ ਜਿਹੜਾ ਹੈਗਾ ਸੀਗਾ ਰੀਜ਼ਨ ਬਾਕੀ ਹੈਗਾ ਸਹੀ ਸੀਗਾ ਵੀ ਇਹ ਨਹੀਂ ਕਿਸੇ ਕਾਰਨ ਆ ਸਕੀਆਂ, ਪਰ ਫਿਰ ਜੋ ਪਾਰਟੀਆਂ ਇੰਡੀਆ ਵਿੱਚ ਆ ਜਾਂਦੀਆਂ ਨੇ
ਤਾਂ ਇੰਡੀਆ ਵਿੱਚ ਆ ਕੇ ਫਿਰ ਉਹ ਜਿਹੜਾ ਸਮਾਂ ਹੈਗਾ ਫਿਰ ਉਹਨੂੰ ਮੈਕਸਿਮਮ 4 ਮਹੀਨੇ ਦਾ ਟਾਈਮ ਦਿੱਤਾ ਗਿਆ ਹੈ। ਇੰਡੀਆ ਵਿੱਚ ਜਦੋਂ ਪਹੁੰਚ ਜਾਂਦੀਆਂ ਨੇ, ਅਰਾਈਵਲ ਉਹਨਾਂ ਦੀ ਹੋ ਜਾਂਦੀ ਹੈ ਇੰਡੀਆ ਦੇ ਵਿੱਚ, ਜਦੋਂ ਵੀ ਉਹ 에ਅਰਪੋਰਟ ਤੇ ਉਤਰ ਗਈਆਂ ਉਸ ਤੋਂ ਬਾਅਦ ਫਿਰ ਫਰਦਰ ਉਹਨਾਂ ਦਾ ਜਿਹੜਾ ਟਾਈਮ ਹੈਗਾ 4 ਮਹੀਨੇ ਦਾ ਸਟਾਰਟ ਹੋ ਜਾਂਦਾ ਹੈ। ਜਿਵੇਂ ਉੱਪਰ ਆਪਾਂ ਸੈਕਸ਼ਨ ਦੀ ਗੱਲ ਕੀਤੀ ਸੀ, ਡਿਲੇ ਪੀਰੀਅਡ ਦੀ ਜਿਹੜੀ ਹੈਗੀ ਸੀਗੀ, ਡਿਲੇ ਪੀਰੀਅਡ ਜਿਹੜੀ ਹੈਗੀ ਆ ਉਹ 4 ਮੰਥ ਦੀ ਹੈਗੀ ਆ, ਉੱਪਰਲਾ ਸੈਕਸ਼ਨ ਆਪਾਂ ਪੜ੍ਹਿਆ ਸੀਗਾ। ਇੱਥੇ ਆ ਕੇ ਫਿਰ ਜਦੋਂ ਪਾਰਟੀਆਂ ਬਾਹਰਲੇ ਤੋਂ ਕੰਟਰੀ ਚੋਂ ਆ ਕੇ ਇੰਡੀਆ ਦੇ ਵਿੱਚ ਪਹੁੰਚ ਗਈਆਂ, ਅਰਾਈਵਲ ਉਹਨਾਂ ਦੀ ਹੋ ਗਈ, ਦੈਨ ਟਾਈਮ ਵਿਲ ਸਟਾਰਟ ਫਾਰ ਫਰਦਰ 4 ਮੰਥਸ। 4 ਮਹੀਨੇ ਦਾ ਟਾਈਮ ਜਿਹੜਾ ਹੈਗਾ ਉਹਨਾਂ ਦਾ ਫਿਰ ਸਟਾਰਟ ਹੋ ਜਾਂਦਾ। 4 ਮਹੀਨੇ ਦੇ ਅੰਦਰ ਅੰਦਰ ਉਹ ਉਸ ਡਾਕੂਮੈਂਟ ਨੂੰ ਬੇਸ਼ੱਕ ਜਿਹੜਾ ਟਾਈਮ ਹੈ ਪਹਿਲਾਂ ਨਿਕਲ ਚੁੱਕਿਆ ਹੋਵੇ, 4 ਮਹੀਨੇ ਦਾ ਐਕਸਪਾਇਰ ਹੋ ਚੁੱਕਿਆ ਹੋਵੇ, ਪਰ ਜਿਹੜਾ ਡਿਲੇ ਪੀਰੀਅਡ ਹੈ ਉਹਨੂੰ ਫਿਰ 4 ਮੰਥ ਦਿੱਤਾ ਗਿਆ। 4 ਮੰਥ ਦੇ ਅੰਦਰ ਅੰਦਰ ਜਿਹੜਾ ਰਜਿਸਟਰੀ ਦੇ ਲਈ, ਰਜਿਸਟਰੀ ਕਰਾਉਣ ਦੇ ਲਈ ਪ੍ਰੋਪਰ ਆਫਿਸ ਦੇ ਵਿੱਚ ਜਿਹੜਾ ਡਾਕੂਮੈਂਟ ਹੈ ਪੇਸ਼ ਕੀਤਾ ਜਾ ਸਕਦਾ ਹੈ। ਤੇ ਜਿਹੜਾ ਸਬ ਰਜਿਸਟਰਾਰ ਹੈਗਾ ਉਹ ਬਾਕੀ ਉਹਨਾਂ ਦੀ ਦੇਖ ਕੇ ਡਾਕੂਮੈਂਟ, ਉਹਨਾਂ ਦੀ ਅਰਾਈਵਲ ਦੀ ਜਿਹੜੀ ਹੈਗੀ ਹੈ ਰਿਕਾਰਡ ਦੇਖ ਕੇ, ਉਹਨਾਂ ਦੀ ਟਿਕਟ ਦੇਖ ਕੇ ਜਿਹੜੀ ਰਜਿਸਟਰੀ ਉਹਨਾਂ ਦੀ ਕੀਤੀ ਜਾ ਸਕਦੀ ਹੈਗੀ ਹੈ। ਫਰਦਰ ਜਿਹੜੀਆਂ ਪ੍ਰੋਵੀਜ਼ਨ ਹੈਗੀਆਂ ਨੇ ਉਹ ਸੈਕਸ਼ਨ 26 ਦੀਆਂ ਤੇ ਉਹਦੀਆਂ ਨਾਲ 25 ਦੀਆਂ ਵੀ ਨਾਲ ਲੱਗਣਗੀਆਂ। ਉਹ ਜਿਹੜਾ ਪ੍ਰੋਸੈਸ ਹੈ ਉਸ ਦੇ ਵਿੱਚ ਅਡਾਪਟ ਕੀਤਾ ਜਾਵੇਗਾ ਜਿਹੜਾ ਫਾਈਨ ਵਗੈਰਾ ਦਾ ਹੈਗਾ। ਠੀਕ ਹੈ ਜੀ। ਨੈਕਸਟ ਅਸੀਂ ਸੈਕਸ਼ਨ ਪੜਾਂਗੇ 27, ਵਿਲ ਮੇ ਬੀ ਪ੍ਰੈਜ਼ੈਂਟਡ ਔਰ ਡਿਪੋਜ਼ਿਟ ਐਟ ਐਨੀ ਟਾਈਮ। ਆਪਾਂ ਉੱਪਰ ਪੜਿਆ ਸੀਗਾ ਬਿੱਲ ਦੀ ਗੱਲ ਕੀਤੀ ਸੀ, ਸੈਕਸ਼ਨ 23 ਦੀ ਗੱਲ ਕੀਤੀ ਸੀ। ਸੈਕਸ਼ਨ 23 ਦੇ ਵਿੱਚ ਕੀ ਸੀਗਾ, ਟਾਈਮ ਫਾਰ ਪ੍ਰੈਜ਼ੈਂਟੇਸ਼ਨ ਔਰ ਡਾਕੂਮੈਂਟ 4 ਮੰਥ ਦਾ ਟਾਈਮ ਦਿੱਤਾ ਗਿਆ ਹੈ। ਸੈਕਸ਼ਨ 17 ਦੇ ਵਿੱਚ ਜਿੰਨੇ ਵੀ ਡਾਕੂਮੈਂਟ ਹੁੰਦੇ ਨੇ ਕੰਪਲਸਰੀ ਜਿਹਨਾਂ ਦੀ ਰਜਿਸਟਰੀ ਕਰਾਉਣੀ ਜ਼ਰੂਰੀ ਹੁੰਦੀ ਹੈ, ਜਾਂ ਸੈਕਸ਼ਨ 18 ਦੇ ਵਿੱਚ ਜਿਹਨਾਂ ਦੀ ਰਜਿਸਟਰੀ ਕਰਾਉਣੀ ਆਪਸ਼ਨਲ ਹੁੰਦੀ ਹੈ, ਉਹ ਡਾਕੂਮੈਂਟ ਜਿਹੜੇ ਹੁੰਦੇ ਨੇ ਉਹ 4 ਮਹੀਨੇ ਸਮੇਂ ਦੇ ਅੰਦਰ ਅੰਦਰ ਦਿੱਤਾ ਗਿਆ ਵੀ 4 ਮਹੀਨੇ ਦੇ ਵਿੱਚ ਪੇਸ਼ ਕਰਨੇ ਹੁੰਦੇ ਨੇ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ। ਪਰ ਇੱਥੇ ਜਿਹੜਾ ਸੈਕਸ਼ਨ 27 ਹੈਗਾ ਇਹ ਬਿਲਸ ਨਾਲ ਰਿਲੇਟਡ ਹੈ। ਬਿਲਸ ਜਿਹਨੇ ਬਿਲਸ ਦਾ ਹੈਗਾ ਕੋਈ ਟਾਈਮ ਨਹੀਂ ਦਿੱਤਾ ਗਿਆ। ਬਿੱਲ ਕਿਸੇ ਵੀ ਵੇਲੇ ਡਿਪੋਜ਼ਿਟ ਵੀ ਕੀਤੀ ਜਾ ਸਕਦੀ ਹੈ। ਡਿਪੋਜ਼ਿਟ ਰਜਿਸਟਰਾਰ ਦੇ ਆਫਿਸ 'ਚ ਹੁੰਦੀ ਹੈ ਜਿਵੇਂ ਕਿ, ਤੇ ਰਜਿਸਟਰੀ ਕਰਾਉਣ ਦੇ ਲਈ ਵੀ ਜਿਹੜੀ ਬਿੱਲ ਹੈਗੀ ਹੈ ਕਿਸੇ ਵੀ ਸਮੇਂ ਦਾ ਕੋਈ ਟਾਈਮ ਲਿਮਿਟ ਨਹੀਂ। ਕਿਸੇ ਵੀ ਸਮੇਂ ਜਿਹੜਾ ਬਿੱਲ ਕਰਨ ਵਾਲਾ ਵਿਅਕਤੀ ਹੈਗਾ ਉਹਦੇ ਵੱਲੋਂ ਕੰਸਰਨਡ ਆਫਿਸ ਦੇ ਵਿੱਚ ਪ੍ਰੈਜ਼ੈਂਟ ਪ੍ਰੋਪਰ ਆਫਿਸ ਦੇ ਵਿੱਚ ਜਿਹੜੀ ਬਿੱਲ ਹੈਗੀ ਹੈ ਉਹ ਕਿਸੇ ਵੀ ਸਮੇਂ ਪੇਸ਼ ਕੀਤੀ ਜਾ ਸਕਦੀ ਹੈ ਫਾਰ ਦਾ ਪਰਪਸ ਆਫ ਡਿਪੋਜ਼ਿਟ ਔਰ ਫਾਰ ਦਾ ਪਰਪਸ ਆਫ ਰਜਿਸਟ੍ਰੇਸ਼ਨ। ਠੀਕ ਹੈ ਜੀ। ਨੈਕਸਟ ਅਸੀਂ ਪੜਾਂਗੇ ਸੈਕਸ਼ਨ 29। ਸੈਕਸ਼ਨ 29 ਕੀ, ਪਲੇਸ ਆਫ ਰਜਿਸਟਰਿੰਗ ਡਾਕੂਮੈਂਟ ਰਿਲੇਟਿੰਗ ਟੂ ਦਾ ਲੈਂਡ। ਜਿੱਥੇ ਕਿਤੇ ਲੈਂਡ ਦੀ ਗੱਲ ਆ ਜਾਂਦੀ ਹੈ ਉੱਥੇ ਜਿਹੜਾ ਪਲੇਸ ਕੀ ਹੋਏਗਾ, ਡਾਕੂਮੈਂਟ ਨੂੰ ਕਿੱਥੇ। 28 ਨਹੀਂ ਹੈ? ਹੈ ਜੀ 28 ਹੈ ਸਰ। 28 ਹੀ ਪੜ੍ਹ ਰਹੇ ਆਪਾਂ। ਇਹ ਪਾਰਟ 5 ਸ਼ੁਰੂ ਹੋ ਜਾਂਦਾ ਜੀ। ਪਾਰਟ 5 ਪਲੇਸ ਆਫ ਰਜਿਸਟ੍ਰੇਸ਼ਨ। ਦੇਖੋ ਪਹਿਲਾਂ ਆਪਾਂ ਪਾਰਟ 4 ਵਿੱਚ ਪੜ੍ਹਿਆ ਸੀਗਾ ਟਾਈਮ ਫਾਰ ਰਜਿਸਟ੍ਰੇਸ਼ਨ। ਦੇਖੋ ਤੁਹਾਨੂੰ ਥੋੜਾ ਜਿਹਾ ਇਹਨਾਂ ਪਾਰਟਾਂ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਫਿਰ ਤੁਸੀਂ ਉਲਝਦੇ ਨਹੀਂ ਪੇਪਰ ਜਦੋਂ ਦਿੰਦੇ ਹੋ। ਪਾਰਟ 4 ਰਿਲੇਟਡ ਵਿਦ ਟਾਈਮ ਫਾਰ ਰਜਿਸਟ੍ਰੇਸ਼ਨ, ਇਹ ਪਾਰਟ 5 ਹੈ ਸਟਾਰਟ ਹੋ ਜਾਂਦਾ ਹੈ। ਪਾਰਟ 5 ਰਿਲੇਟਡ ਵਿਦ ਪਲੇਸ ਆਫ ਰਜਿਸਟ੍ਰੇਸ਼ਨ, ਯਾਨੀ ਕਿ ਜਿੰਨੀਆਂ ਸੈਕਸ਼ਨ ਤੁਹਾਡੀਆਂ ਹੈਗੀਆਂ ਨੇ 23 ਤੋਂ ਲੈ ਕੇ 27 ਤੱਕ, that relates with time ਲਿਮਿਟ ਦੀ ਜਿੱਥੇ ਗੱਲ ਆ ਜਾਂਦੀ ਹੈ ਤੁਹਾਨੂੰ ਕੋਈ ਕੁਐਸਚਨ ਆ ਜਾਂਦਾ ਹੈ ਟਾਈਮ ਦੇ ਸੰਬੰਧ ਵਿੱਚ ਵੀ ਕਦੋਂ ਰਜਿਸਟਰੀ ਕਦੋਂ ਕਿੱਥੇ ਕਿਵੇਂ ਪੇਸ਼ ਹੋਣੀ ਹੈ, ਕੀ ਟਾਈਮ ਹੈ। ਜਦੋਂ ਸਮੇਂ ਦੀ ਗੱਲ ਆਏਗੀ ਬਸ ਤੁਸੀਂ ਸਿੱਧਾ ਡਾਇਰੈਕਟ ਤੁਸੀਂ ਪਹੁੰਚਣਾ ਪਾਰਟ ਨੰਬਰ 4 ਦੇ ਉੱਪਰ। ਪਾਰਟ ਨੰਬਰ 4 ਦੇ ਵਿੱਚ ਸੈਕਸ਼ਨ 23 ਤੋਂ ਲੈ ਕੇ ਤੇ ਸੈਕਸ਼ਨ 27 ਡੀਲ ਕਰਦੀਆਂ ਨੇ। ਇੱਧਰ ਉੱਧਰ ਜਾਣ ਦੀ ਜ਼ਰੂਰਤ ਨਹੀਂ ਹੈਗੀ। ਜਿੱਥੇ ਪਲੇਸ ਦੀ ਗੱਲ ਆ ਜਾਂਦੀ ਹੈ ਵੀ ਰਜਿਸਟਰੀ ਕਿੱਥੇ ਪੇਸ਼ ਕੀਤੀ ਜਾਵੇਗੀ, ਪਲੇਸ ਆਫ ਰਜਿਸਟ੍ਰੇਸ਼ਨ ਦੀ ਰਜਿਸਟਰੀ ਕਿੱਥੇ ਪੇਸ਼ ਕੀਤੀ ਜਾਣੀ ਆਪਾਂ ਰਜਿਸਟ੍ਰੇਸ਼ਨ ਦੇ ਮਕਸਦ ਦੇ ਲਈ, ਇਹ ਪਲੇਸ ਦੀ ਗੱਲ ਆ ਜਾਂਦੀ। ਇਹ ਹੈਗਾ ਪਾਰਟ 5। ਇਹਦੀਆਂ ਜਿੰਨੀਆਂ ਸੈਕਸ਼ਨਸ ਆ ਜਾਣਗੀਆਂ ਪਾਰਟ 5 'ਚ ਆ ਜਾਣਗੀਆਂ, ਇਹ ਪਲੇਸ ਨਾਲ ਰਿਲੇਟਡ ਹੋਣਗੀਆਂ। ਠੀਕ ਹੈ ਜੀ। ਇਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਸੈਕਸ਼ਨ 28 ਹੈਗਾ ਪਲੇਸ ਆਫ ਰਜਿਸਟਰਿੰਗ ਡਾਕੂਮੈਂਟ ਰਿਲੇਟਿੰਗ ਟੂ ਦਾ ਲੈਂਡ। ਜਿੱਥੇ ਕੋਈ ਡਾਕੂਮੈਂਟ ਹੈਗਾ ਉਹ ਲੈਂਡ ਦੇ ਨਾਲ ਸੰਬੰਧਿਤ ਹੋਵੇ, ਲੈਂਡ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇ ਵਿਅਕਤੀਆਂ ਨੇ, ਪਾਰਟੀਆਂ ਨੇ, ਇਹ ਕੀ ਹੋਏਗਾ, ਜਿਸ ਏਰੀਆ ਦੀ ਲੈਂਡ ਹੁੰਦੀ ਹੈ, ਜਿਸ ਤਹਿਸੀਲ ਦੀ ਲੈਂਡ ਹੁੰਦੀ ਹੈ, ਜਿਸ ਸਬ ਤਹਿਸੀਲ 'ਚ ਪੈਂਦੀ ਹੈ, ਜੇ ਉਹ ਸਬ ਤਹਿਸੀਲ 'ਚ ਪੈਂਦੀ ਹੋਵੇ ਤਾਂ ਕੰਸਰਨ ਜੁਆਇੰਟ ਸਬ ਰਜਿਸਟਰਾਰ ਦੇ, ਜੇਕਰ ਉਹ ਕਿਸੇ ਤਹਿਸੀਲ 'ਚ ਪੈਂਦੀ ਹੋਵੇ, ਠੀਕ ਹੈ, ਤਾਂ ਕੰਸਰਨ ਸਬ ਰਜਿਸਟਰਾਰ ਦੀ ਜਿਹੜੀ ਕੋਰਟ ਹੈਗੀ ਹੈ, ਆਫਿਸ ਹੈਗਾ, ਉਸ ਆਫਿਸ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜਿਹਦੀ ਕਿ ਜੁਰਿਸਡਿਕਸ਼ਨ ਪੈਂਦੀ ਹੈ। ਮਤਲਬ ਸਿੰਪਲ ਜੀ ਗੱਲ ਹੈਗੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿਹੜੀ ਰਜਿਸਟਰੀ ਪਟਿਆਲੇ ਹੋਣੀ ਹੈ, ਕਿਹੜੀ ਰਜਿਸਟਰੀ ਦੁੱਧਨ ਸਾਦਾ ਹੋਣੀ ਹੈ, ਕਿਹੜੀ ਰਜਿਸਟਰੀ ਸਮਾਣੇ ਹੋਣੀ ਹੈ। ਠੀਕ ਹੈ, ਜਿਸ ਤਹਿਸੀਲ ਦਾ ਏਰੀਆ ਉਸੇ ਤਹਿਸੀਲ ਦੇ ਵਿੱਚ ਜਿਹੜੀ ਹੈਗੀ ਰਜਿਸਟਰੀ ਹੋਏਗੀ।
ਇਹ ਹੈਗਾ ਸੈਕਸ਼ਨ 28 shall be present in the office of the sub registrar having the jurisdiction, ਜਿਸ ਸਬ ਰਜਿਸਟਰਾਰ ਕੋਲੇ ਜਾਂ ਜੁਆਇੰਟ ਸਬ ਰਜਿਸਟਰਾਰ ਕੋਲੇ ਜਾਂ ਰਜਿਸਟਰਾਰ ਕੋਲੇ ਕੋਈ ਜੁਰਿਸਡਿਕਸ਼ਨ ਹੈਗੀ ਹੈ ਉਸ ਪ੍ਰੋਪਰਟੀ ਨੂੰ ਡੀਲ ਕਰਨ ਦੀ, ਲੈਣ ਨੂੰ ਡੀਲ ਕਰਨ ਦੀ, ਜਿਹੜਾ ਪਿੰਡ ਜਿਹੜੀ ਤਹਿਸੀਲ 'ਚ ਪੈਂਦਾ ਉਸ ਪਿੰਡ ਦੇ ਵਿੱਚ ਉਹਦੀ ਰਜਿਸਟਰੀ ਹੁੰਦੀ ਹੈ। ਇਹ ਸਿੰਪਲ ਜੀ ਗੱਲ ਹੈਗਾ, ਸੈਕਸ਼ਨ 28 ਹੈਗਾ। ਦੈਨ ਹੈ ਸੈਕਸ਼ਨ 29। ਸੈਕਸ਼ਨ 29 ਦੇ ਵਿੱਚ ਕੀ ਹੈ ਜੀ, ਪਲੇਸ ਫਾਰ ਰਜਿਸਟਰਿੰਗ ਅਦਰ ਡਾਕੂਮੈਂਟਸ। ਦੇਖੋ ਪਹਿਲਾਂ ਨੇ ਗੱਲ ਕੀਤੀ ਸੀਗੀ ਜਿਹੜੇ ਡਾਕੂਮੈਂਟ ਲੈਂਡ ਦੀ ਗੱਲ ਕੀਤੀ ਸੀ, ਸੈਕਸ਼ਨ 17 ਤੇ ਸੈਕਸ਼ਨ 18 ਚ ਜਿਹੜੇ ਡਾਕੂਮੈਂਟ ਸੀਗੇ ਰਿਲੇਟਡ ਵਿਦ ਦ ਲੈਂਡਸ, ਕੰਪਲਸਰੀ ਔਰ ਆਪਸ਼ਨਲ। ਠੀਕ ਹੈ, ਸੈਕਸ਼ਨ 28 ਚ ਗੱਲ ਕਰਦਾ ਸੀ ਉਹਨਾਂ ਡਾਕੂਮੈਂਟ ਦੀ ਰਜਿਸਟ੍ਰੇਸ਼ਨ ਦੀ ਗੱਲ ਕਰਦਾ ਸੀ। ਜਿਹੜੇ ਸੈਕਸ਼ਨ 70 ਦੇ ਵਿੱਚ ਕੰਪਲਸਰੀ ਰਜਿਸਟਰੇਬਲ ਨੇ, ਜਾਂ ਸੈਕਸ਼ਨ 18 ਦੇ ਵਿੱਚ ਆਪਸ਼ਨਲ ਰਜਿਸਟਰੇਬਲ ਨੇ ਔਰ ਰਿਲੇਟਡ ਵਿਦ ਦਾ ਲੈਂਡ ਹੈਗੇ ਨੇ। ਠੀਕ ਹੈ, ਸੈਕਸ਼ਨ 28 ਚ ਇਹਦੀ ਗੱਲ ਕੀਤੀ ਗਈ ਹੈ। ਹੁਣ ਸੈਕਸ਼ਨ 29 ਹੈਗਾ, ਸੈਕਸ਼ਨ 29 ਨਾਟ ਰਿਲੇਟਡ ਵਿਦ ਦਾ ਲੈਂਡ, ਕੋਈ ਹੋਰ ਡਾਕੂਮੈਂਟ ਵੀ ਹੋ ਸਕਦਾ ਹੈ। ਠੀਕ ਹੈ, ਕੋਈ ਫਰਮਾਂ ਦਾ ਡਾਕੂਮੈਂਟ ਹੋ ਸਕਦਾ ਹੈ, ਕੋਈ ਜਿਹੜੀ ਹੈਗਾ ਕੋਈ ਜਿਹੜੀ ਫਰਮ ਹੈ ਉਹ ਰਜਿਸਟਰ ਕਰਾਈ ਜਾ ਸਕਦੀ ਹੈ। ਹੋਰ ਬਹੁਤ ਸਾਰੇ ਡਾਕੂਮੈਂਟ ਹੁੰਦੇ ਜਿਹੜੇ ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ। ਸੈਕਸ਼ਨ 70 ਦੀ ਜਿਹੜੀ ABC ਸੈਕਸ਼ਨ 2 ਸਬ ਸੈਕਸ਼ਨ 2 ਚ ਦੱਸਿਆ ਗਿਆ ਹੈਗਾ ਨੇ, ਸਬ ਸੈਕਸ਼ਨ 17 ਦੀ 2 ਦੱਸੀ ਗਈ ਹੈ। ਸਬ ਸੈਕਸ਼ਨ 2 ਦੇ ਵਿੱਚ ਬਹੁਤ ਸਾਰੇ ਡਾਕੂਮੈਂਟ ਦੱਸੇ ਗਏ ਨੇ, ਲਿਸਟ ਹੈ ਕਾਫੀ ਲੰਮੀ ਚੌੜੀ, ਜਿਹੜੇ ਡਾਕੂਮੈਂਟ ਹੈਗੇ ਨੇ ਉਹ ਸੈਕਸ਼ਨ 17 ਦੀ B ਤੇ C ਕੈਟਾਗਰੀ ਦੇ ਵਿੱਚ ਨਹੀਂ ਆਉਂਦੇ। ਇਸ ਕਰਕੇ ਉਹ ਸਬ ਸੈਕਸ਼ਨ 2 ਹੈਗਾ ਜਿਹੜਾ 17 ਦਾ, ਉਹ 'ਚ ਜਿਹੜੀ ਲੰਮੀ ਚੌੜੀ ਲਿਸਟ ਦਿੱਤੀ ਗਈ ਹੈ ਉਹ ਵਾਲੇ ਡਾਕੂਮੈਂਟ ਦੀ ਗੱਲ ਕੀਤੀ ਗਈ ਹੈ ਇੱਥੇ। ਉਹ ਜਿਹੜੇ ਡਾਕੂਮੈਂਟ ਹੈਗੇ ਆ ਉਹ ਪਲੇਸ ਫਾਰ ਰਜਿਸਟਰਿੰਗ ਅਦਰ ਡਾਕੂਮੈਂਟਸ, ਜਾਂ ਤਾਂ ਉਹ ਸਬ ਰਜਿਸਟਰਾਰ ਦੇ ਆਫਿਸ ਜਿਹੜੇ ਡਿਸਟ੍ਰਿਕਟ 'ਚ ਉਹ ਪ੍ਰੋਪਰਟੀ ਵਗੈਰਾ ਪੈਂਦੀ ਹੋਵੇ, ਪਾਰਟੀਆਂ ਰਹਿੰਦੀਆਂ ਹੋਣ। All the person executing claiming under document desire the same to be registered, ਜਿੱਥੇ ਪਾਰਟੀਆਂ ਚਾਹੁੰਦੀਆਂ ਹੋਣ, ਠੀਕ ਹੈ, ਜਿੱਥੇ ਪਾਰਟੀਆਂ ਰਹਿੰਦੀਆਂ ਹੋਣ ਉਸ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਜਿਹੜਾ ਲੈਂਡ ਦੇ ਨਾਲ ਰਿਲੇਟਡ ਨਾ ਹੋਵੇ ਡਾਕੂਮੈਂਟ, ਉਹ ਪਾਰਟੀਆਂ ਜਿੱਥੇ ਚਾਹੁੰਦੀਆਂ ਜਾਂ ਜਿੱਥੇ ਪਾਰਟੀਆਂ ਰਹਿੰਦੀਆਂ ਨੇ ਉੱਥੇ ਡਾਕੂਮੈਂਟ ਜਿਹੜਾ ਹੈਗਾ ਰਜਿਸਟਰ ਕਰਵਾਇਆ ਜਾ ਸਕਦਾ ਹੈ। ਜਿੱਥੇ ਕਿਤੇ ਡਿਗਰੀ ਦੀ ਗੱਲ ਆ ਗਈ, ਕਾਪੀ ਆਫ ਡਿਗਰੀ ਔਰ ਆਰਡਰ may be presented ਸਬ ਰਜਿਸਟਰਾਰ ਇਨ whose ਸਬ ਡਿਸਟ੍ਰਿਕਟ ਦਾ original ਡਿਗਰੀ ਔਰ ਆਰਡਰ ਵਾਸ ਮੇਡ, ਜਿਹੜੇ ਡਿਸਟ੍ਰਿਕਟ ਦੇ ਵਿੱਚ ਡਿਗਰੀ ਹੋਈ ਪਾਸ ਹੋਈ ਹੋਵੇ, ਜਿਸ ਕੋਰਟ ਨੇ ਜਿੱਥੇ ਜਿਹੜੇ ਜ਼ਿਲ੍ਹੇ 'ਚ ਪੈਂਦੀ ਹੈਗੀ ਹੈ, ਜਿਸ ਕੋਰਟ ਦਾ ਜੁਰਿਸਡਿਕਸ਼ਨ ਮੰਨਦੀ ਹੈ, ਮੰਨ ਲਓ ਪਟਿਆਲੇ ਦੀ ਕੋਰਟ ਨੇ ਡਿਗਰੀ ਪਾਸ ਕੀਤੀ ਗਈ ਹੈ, ਠੀਕ ਹੈ, ਉਹ ਡਿਗਰੀ ਪਟਿਆਲੇ ਤਹਿਸੀਲ ਦੀ ਲੈਂਡ ਦੇ ਨਾਲ ਕੋਈ ਸੰਬੰਧਿਤ ਹੈਗੀ ਹੈ, ਲੈਂਡ ਦੀ ਗੱਲ ਨਹੀਂ ਕਰਦਾ ਹੈ, ਕੋਈ ਡਿਗਰੀ ਹੋਰ ਦੀ ਗੱਲ ਕਰਦਾ ਹੈਗਾ, ਇੱਥੇ ਲੈਂਡ ਦੀ ਗੱਲ ਨਹੀਂ ਕੀਤੀ ਜਾ ਰਹੀ। ਕੋਈ ਡਿਗਰੀ ਕਿਸੇ ਤਰ੍ਹਾਂ ਦੀ ਪਾਰਟੀਆਂ ਵਿਚਕਾਰ ਆਪਸੀ ਕੋਈ ਲੈਣ ਦੇਣ ਦਾ ਡਿਸਪਿਊਟ ਹੋਵੇ, ਕੋਈ ਪੈਸੇ ਦਾ ਲੈਣ ਦੇਣ ਹੋ ਸਕਦਾ ਹੋਵੇ, ਕੋਈ ਇਦਾਂ ਦੀ ਕੋਈ ਡਿਗਰੀ ਪਾਸ ਹੋਈ ਹੋਵੇ, ਉਹ ਕੰਸਰਨ ਤਹਿਸੀਲ 'ਚ ਪਏਗੀ, ਜਾਂ ਫਿਰ ਜਿੱਥੇ ਪਾਰਟੀਆਂ ਐਗਰੀ ਹੋਣਗੀਆਂ ਆਪਸ ਦੇ ਵਿੱਚ ਦੋਨੀਆਂ ਪਾਰਟੀਆਂ, ਤਾਂ ਉੱਥੇ ਵੀ ਰਜਿਸਟਰੀ ਉਹਦੀ ਕਰਵਾਈ ਜਾ ਸਕਦੀ ਹੈ। then section 30 ਹੈ ਜੀ, decision by the registrar in certain cases। ਕੁਛ ਇਦਾਂ ਦੇ ਕੁਛ ਕੇਸ ਹੋ ਸਕਦੇ ਨੇ ਜਿੱਥੇ ਕਿਤੇ ਜਿਹੜੀ ਰਜਿਸਟਰੀ ਹੈ ਉਹ ਜੁਆਇੰਟ ਸਬ ਰਜਿਸਟਰਾਰ ਕਰ ਸਕਦਾ ਹੈ, ਸਬ ਰਜਿਸਟਰਾਰ ਵੀ ਕਰ ਸਕਦਾ ਹੈ। ਉਸ ਰਜਿਸਟਰੀ ਨੂੰ ਜਿਹੜਾ ਰਜਿਸਟਰਾਰ ਹੈ ਕਿਸੇ ਖਾਸ ਪਾਰਟੀਕੂਲਰ ਕੇਸ ਦੇ ਵਿੱਚ ਰਜਿਸਟਰਾਰ ਕੋਲੇ ਪੂਰਾ ਅਧਿਕਾਰ ਹੈਗਾ, ਜਿੰਨੇ ਵੀ ਉਹਦੇ ਅਧੀਨ ਸਬ ਰਜਿਸਟਰਾਰ ਆਉਂਦੇ ਨੇ ਜਾਂ ਜੁਆਇੰਟ ਸਬ ਰਜਿਸਟਰਾਰ ਆਉਂਦੇ ਨੇ, ਉਹਨਾਂ ਦੇ ਅਧਿਕਾਰ ਖੇਤਰ 'ਚ ਜਿਹੜੀ ਰਜਿਸਟਰੀ ਉਹ ਕਰ ਸਕਦੇ ਨੇ, ਉਹਨਾਂ ਰਜਿਸਟਰੀਆਂ ਨੂੰ ਰਜਿਸਟਰਾਰ ਵੀ ਕਰ ਸਕਦਾ ਹੈ। ਇੱਥੇ ਇਨ ਕੇ ਕਲੀਅਰ ਕੀਤਾ ਗਿਆ ਹੈ, ਡਿਸਕ੍ਰਿਸ਼ਨ ਪਾਵਰ ਦਿੱਤੀ ਗਈ ਹੈ ਰਜਿਸਟਰਾਰ ਨੂੰ। ਉਹਦੀਆਂ ਜਿਹੜੀਆਂ ਸੀ ਸਬਆਰਡੀਨੇਟਸ ਆਫਿਸਿਸ ਹੁੰਦੇ ਨੇ, ਸਬਆਰਡੀਨੇਟ ਆਫਿਸ ਯਾਨੀ ਕਿ ਸਬ ਰਜਿਸਟਰਾਰ ਦੇ ਜਾਂ ਜੁਆਇੰਟ ਸਬ ਰਜਿਸਟਰਾਰ ਦੇ, ਜਿੰਨੇ ਵੀ ਕਿਸੇ ਰਜਿਸਟਰਾਰ ਦੇ ਸਬਆਰਡੀਨੇਟ ਆਫਿਸ ਹੁੰਦੇ ਨੇ, ਉਹਨਾਂ ਦੇ ਅਧੀਨ ਆਉਣ ਵਾਲੀਆਂ ਜਿੰਨੀਆਂ ਵੀ ਡਾਕੂਮੈਂਟਸ ਹੁੰਦੇ ਨੇ ਰਜਿਸਟਰ ਕੀਤੇ ਜਾਣੇ ਉਹਨਾਂ ਵੱਲੋਂ ਬਣਦੇ ਨੇ, ਕੀਤੇ ਜਾ ਸਕਦੇ ਉਹਨਾਂ ਵੱਲੋਂ, ਉਹਨਾਂ ਡਾਕੂਮੈਂਟਾਂ ਨੂੰ ਜਿਹੜਾ ਰਜਿਸਟਰਾਰ ਹੈਗਾ ਉਹ ਵੀ ਕਰ ਸਕਦਾ ਹੈ, ਕਿਉਂਕਿ ਉਹਦੀਆਂ ਸਬਆਰਡੀਨੇਟ ਕੋਰਟਸ ਹੁੰਦੀਆਂ। ਜਿਵੇਂ ਆਪਾਂ ਸਿਵਲ ਕੋਰਟ ਦੀ ਗੱਲ ਕਰ ਚੁੱਕੇ ਹਾਂ ਜਾਂ ਰੈਵਨਿਊ ਕੋਰਟਾਂ 'ਚ ਵੀ ਗੱਲ ਕਰ ਚੁੱਕੇ ਹਾਂ, ਵੀ ਜਿੰਨੀਆਂ ਵੀ ਸਬਆਰਡੀਨੇਟਸ ਕਮਿਸ਼ਨਰ ਦੇ ਅੰਡਰ ਕੋਰਟਾਂ ਆਉਂਦੀਆਂ ਨੇ, ਕਿਸੇ ਵੀ ਕੋਰਟ ਦੇ ਵਿੱਚ ਚੱਲਦੇ ਕੇਸ ਨੂੰ ਜਿਹੜਾ ਹੈਗਾ ਆਪਣੇ ਅਧੀਨ ਸਬਆਰਡੀਨੇਟ ਕੋਰਟ ਦੇ ਕਿਸੇ ਕੇਸ ਚੱਲਦੇ ਕੇਸ ਨੂੰ ਰੈਵਨਿਊ ਆਫਿਸਰ ਵੱਲੋਂ, ਸੀਨੀਅਰ ਰੈਵਨਿਊ ਆਫਿਸਰ ਵੱਲੋਂ, ਕਲੈਕਟਰ ਵੱਲੋਂ ਜਾਂ ਰਜਿਸਟਰਾਰ ਵੱਲੋਂ ਕਮਿਸ਼ਨਰ ਵੱਲੋਂ ਲਿਆ ਜਾ ਸਕਦਾ ਹੈ, ਦੇਖਿਆ ਜਾ ਸਕਦਾ ਹੈ, ਡਾਇਰੈਕਸ਼ਨ ਦਿੱਤੀ ਜਾ ਸਕਦੀ ਹੈ। ਇਸ ਤਰੀਕੇ ਇਹਦੇ ਵਿੱਚ ਜਿਹੜੀ ਹੈਗੀ ਹੈ ਪ੍ਰੋਵੀਜ਼ਨ ਦਿੱਤੀ ਹੈ ਵੀ ਉਹ ਡਾਕੂਮੈਂਟ ਨੂੰ ਤੁਸੀਂ ਖੁਦ ਵੀ ਕਰ ਸਕਦੇ ਹੋ, ਰਜਿਸਟਰ ਕਰ ਸਕਦੇ ਰਜਿਸਟਰਾਰ।
देन है सेक्शन 31 च की है जी, रजिस्ट्रेशन और एक्सेप्टेंस एट द प्राइवेट रेजिडेंस। जो विल डिपॉजिट सेक्शन 31 है जी, ये भी इंपॉर्टेंट हैगा। जिमें जनरल तौर पर असीं देखते हैं जिहड़ी रजिस्ट्री है चाहे विल है, ठीक है जी, वो प्रॉपर ऑफिस दे विच जिहड़ी प्रेजेंट की जाती है रजिस्ट्रेशन दे लई। कोई भी डॉकूमेंट जिहड़ा रजिस्टर करवाना होवे, चाहे कोई विल भी होवे, वो प्रॉपर ऑफिस मतलब जॉइंट सब रजिस्ट्रार या सब रजिस्ट्रार या रजिस्ट्रार दे ऑफिस दे विच पेश करनी हुंदी है। पर इत्थे कि शर्त देती इत्थे आके अथॉराइज टू एक्सेप्ट द सेम फॉर द रजिस्ट्रेशन और डिपॉजिट कंसर्न ऑफिसर नूं देनी हुंदी है। पर इत्थे आके एक शर्त लगाती, प्रोवाइडेड दैट सच ऑफिसर मे ऑन द स्पेशल कॉज, स्पेशल कोई कारण हो सकता है, ठीक है, कॉज बीइंग शोन अटेंड एट द रेजिडेंस ऑफ द पर्सन। कोई स्पेशल रीजन है, स्पेशल रीजन की हो सकता है, मतलब कोई व्यक्ति बीमार हो सकता है, मंजे ते पिया हो सकता है, लकवा होया हो सकता है उसनों, ठीक है, जेल च भी हो सकता है। इतने रेजिडेंस की गल कर रहे हैं, आप कल्ले की जेल की गल नहीं कर रहे, रेजिडेंस की गल कर रहे हैं कल्ले की, ठीक है। उसनों मतलब कि असमर्थ हो सकता है ऑफिस आने तो, जे कोर्ट जे ऑफिस आता है तो वह कोई सीरीयस लॉस हो सकता है, बॉडी का बॉडीली इंजरी हो सकती है, नुकसान हो सकता है। तो ऐसे केस दे विच प्रॉपर एप्लीकेशन लैके रीजन दसते हुए जो कोई बंदे की जी एप्लीकेशन है, दैन यू विल बी सैटिस्फाइड। रेवन्यू ऑफिसर जो रेवन्यू ऑफिसर नहीं सब रजिस्ट्रार कहांगे, इतने सब रजिस्ट्रार जो सैटिस्फाई होंदा है तो जो है सब रजिस्ट्रार वो रेजिडेंस से जाके भी जी रजिस्ट्री है, चाहे वो सेल दी है, चाहे कोई ट्रांसफर डीड है, चाहे कोई बिल हैगी है, ठीक है जी। जे बिल किसी व्यक्ति ने डिपॉजिट करवानी है तो उत्थे जाके उसके घर से जाके भी जी बिल है उसकी डिपॉजिट करवाई जा सकती है, वो तो ली जा सकती है, एक्सैप्ट की जा सकती है। इसी तरीके जो कोई रजिस्ट्री करनी है, कोई डॉकूमेंट रजिस्टर करना है, चाहे वो मुख्तियारनामा भी हो सकता है, चाहे वो रजिस्ट्री भी हो सकती है, चाहे कोई एक्सचेंज डीड भी हो सकती है, कुछ भी हो सकता है। तो प्रॉपर ऑफिस की थां ते ਉਹਦੇ ਜਿਹੜਾ ਪਰਸਨਲ ਹੈਗਾ ਜਿਹੜਾ ਬੰਦੇ ਨੇ ਕਰਵਾਉਣੀ ਹੈ ਐਗਜ਼ੀਕਿਊਸ਼ਨ ਕਰਨੀ ਹੈ, ਉਹਦੇ ਘਰ ਜਾ ਕੇ ਵੀ ਜਿਹੜੀ ਹੈ ਰਜਿਸਟਰੀ ਕੀਤੀ ਜਾ ਸਕਦੀ ਹੈ। ਬਿੱਲ ਜਿਹੜੀ ਹੈ ਬਿੱਲ ਵੀ ਰਜਿਸਟਰ ਕੀਤੀ ਜਾ ਸਕਦੀ ਹੈ, ਕੋਈ ਹੋਰ ਡਾਕੂਮੈਂਟ ਵੀ ਰਜਿਸਟਰ ਕੀਤਾ ਜਾ ਸਕਦਾ ਹੈ, ਜਿਹੜੀ ਬਿੱਲ ਹੈ ਡਿਪੋਜ਼ਿਟ ਵੀ ਕਰਾਈ ਜਾ ਸਕਦੀ ਹੈ, ਠੀਕ ਹੈ ਜੀ। ਇਹ ਸੀਗਾ ਚੈਪਟਰ ਤੁਹਾਡਾ 5, ਇਹਦੇ ਵਿੱਚ ਅਗਾ ਸੀਗਾ ਪਲੇਸ ਆਫ ਪ੍ਰੈਜੈਂਟੇਸ਼ਨ। ਦੈਨ ਅਸੀਂ ਦੇਖਾਂਗੇ ਪਾਰਟ 6 ਰਿਲੇਟਡ ਵਿਦ ਪ੍ਰੈਜੈਂਟਿੰਗ ਡਾਕੂਮੈਂਟਸ ਫਾਰ ਰਜਿਸਟ੍ਰੇਸ਼ਨ। ਪ੍ਰੈਜੈਂਟਿੰਗ ਡਾਕੂਮੈਂਟਸ ਫਾਰ ਰਜਿਸਟ੍ਰੇਸ਼ਨ, ਡਾਕੂਮੈਂਟ ਨੂੰ ਪ੍ਰੈਜੈਂਟ ਕਰਨਾ ਫਾਰ ਰਜਿਸਟਰੀ ਮਕਸਦ ਦੇ ਲਈ। ਕੌਣ ਡਾਕੂਮੈਂਟ ਨੂੰ ਪ੍ਰੈਜੈਂਟ ਕਰ ਸਕਦਾ ਹੈ? ਦੇਖੋ ਜਨਰਲੀ ਅਸੀਂ ਦੇਖਦੇ ਹਾਂ, ਹਰ ਰੋਜ਼ ਪ੍ਰੈਕਟੀਕਲ 'ਚ ਦੇਖਦੇ ਹਾਂ, ਜਦੋਂ ਕੋਈ ਰਜਿਸਟਰੀ ਕਰਵਾਉਣੀ ਹੈ ਤਾਂ ਕੌਣ ਰਜਿਸਟਰੀ ਕਰਾਏਗਾ? ਜਿਹੜੇ ਬੰਦੇ ਨੇ ਜ਼ਮੀਨ ਸੇਲ ਕੀਤੀ ਹੁੰਦੀ ਹੈ ਜਾਂ ਕੋਈ ਡਾਕੂਮੈਂਟ ਐਗਜ਼ੀਕਿਊਟ ਕੀਤਾ ਹੁੰਦਾ ਹੈ, ਠੀਕ ਹੈ ਜੀ। ਉਹ ਪਾਰਟੀਆਂ ਹੀ ਜਾ ਕੇ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਪੇਸ਼ ਹੁੰਦੀਆਂ ਨੇ, ਪਾਰਟੀਆਂ ਵੱਲੋਂ ਹੀ ਜਾ ਕੇ ਪ੍ਰੈਜੈਂਟ ਕੀਤਾ ਜਾਂਦਾ ਡਾਕੂਮੈਂਟ ਰਜਿਸਟਰਾਰ ਦੇ ਆਫਿਸ 'ਚ, ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਪ੍ਰੈਜੈਂਟ ਕੀਤਾ ਜਾਂਦਾ ਕੰਸਰਨਡ ਪਾਰਟੀਆਂ ਵੱਲੋਂ। ਪਰ ਇੱਥੇ ਕਿ ਦੋ ਗੱਲਾਂ ਦੱਸੀਆਂ ਜਿਹੜੀਆਂ ਕਿ ਰੂਟੀਨ ਦੇ ਵਿੱਚ ਅਸੀਂ ਰੋਜ਼ ਯੂਜ਼ ਕਰਦੇ ਹਾਂ। ਮੁਖਤਿਆਰਨਾਮਾ ਕਿਸੇ ਨੂੰ ਪਾਵਰਸ ਅਥਾਰਟੀ ਦੇ ਦਿੱਤੀ ਹੋਵੇ ਕੰਸਰਨਡ ਪਰਸਨ ਨੇ, ਮੁਖਤਿਆਰਨਾਮਾ ਜਿਹੜਾ ਹੁੰਦਾ ਮੁਖਤਿਆਰ ਆਮ ਹੁੰਦਾ, ਮੁਖਤਿਆਰ ਖਾਸ ਵੀ ਹੁੰਦਾ, ਉਹ ਵੀ ਜਿਹੜਾ ਡਾਕੂਮੈਂਟ ਹੈਗਾ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਜਾ ਕੇ ਪ੍ਰੈਜੈਂਟ ਕਰ ਸਕਦਾ ਹੈ ਫਾਰ ਦਾ ਪਰਪਸ ਆਫ ਰਜਿਸਟ੍ਰੇਸ਼ਨ। इसी तरीके कोई एजेंट ऑफ द कंपनी, ठीक है, अथराइज पर्सन ऑफ द कंपनी, ठीक है, कोई पार्टनर अथराइज बाय द कोई कंपनी का बोर्ड ऑफ डायरैक्टर्स ने, किसी कंपनी है, कोई कंपनी का जो बोर्ड ऑफ डायरैक्टर है उसने किसी बंदे को अथराइज कर दिता, अथॉरिटी लैटर देता भी जाके ये जो व्यक्ति है कंपनी के बेसिस से कंपनी मालक हैगी है, कंपनी के बेसिस से ये जो व्यक्ति है इसनों असीं अथराइज अथॉरिटी लैटर दिंदे हां ते ये कंपनी की प्रॉपर्टी है, इसनों ये रजिस्ट्री करवा सकता है, सील कर सकता है, या जो भी उस अथॉरिटी लैटर दे विच लिखिया है होवे भी की पावर नूं दित्ती गई है, वो जिहड़ी पावर हैगी है डॉकूमेंट नूं प्रेजेंट करन दी, वो जो एजेंट है कंपनी वालों अथराइज किया गया वो भी जाके मतलब कि प्रेजेंट कर सकता है, डॉकूमेंट सब रजिस्ट्रार से पेश कर सकता है। इस तरह होर भी कोई अथॉरिटी हो सकती है, कोई भी एजेंट हो सकता है, किसी पार्टनरशिप डीड हैगी है, पार्टनर्स ने 4 पार्टनर हैगे, 4 पार्टनर ने रल के एक बंदे नूं अथराइज कर दिता, कोई मता पा के दे दिता भी ये बंदे नूं असीं अथराइज करते हैं, फर्म की जी प्रॉपर्टी है
ਫਰਮ ਦੇ ਨਾਮ ਤੇ ਹੈਗੀ ਆ, ਠੀਕ ਹੈ। ਸੋ ਐਂਡ ਸੋ ਪਰਸਨ ਇਜ਼ ਅਥੋਰਾਈਜ਼ਡ ਟੂ ਪ੍ਰੈਜ਼ੈਂਟ ਦਾ ਡਾਕੂਮੈਂਟ ਫਾਰ ਦਾ ਰਜਿਸਟ੍ਰੇਸ਼ਨ। ਇੱਦਾਂ ਦੀਆਂ 2-3 ਪ੍ਰੋਵੀਜ਼ਨਾਂ ਹੈਗੀਆਂ ਨੇ ਜਿਹਦੇ ਵਿੱਚ ਜਿਹੜੇ ਵਿਅਕਤੀ ਹੈਗੇ ਨੇ, ਜਿਹਨਾਂ ਨੂੰ ਅਥਾਰਟੀ ਮਿਲਦੀ ਹੈਗੀ ਆ, ਉਹ ਜਾ ਕੇ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਡਾਕੂਮੈਂਟ ਪ੍ਰੈਜ਼ੈਂਟ ਕਰ ਸਕਦੇ ਨੇ। ਇਹ ਪ੍ਰੈਕਟੀਕਲ ਦੇ ਵਿੱਚ ਅਸੀਂ ਰੋਜ਼ ਦੇਖਦੇ ਹਾਂ ਤੇ ਰੋਜ਼ ਹੀ ਕਰਦੇ ਆ, ਠੀਕ ਹੈ ਜੀ। ਨੈਕਸਟ ਹੈ ਜੀ ਸੈਕਸ਼ਨ 32A, ਕੰਪਲਸਰੀ ਰਜਿਸਟਰਿੰਗ, ਕੰਪਲਸਰੀ ਅਫਿਕਸਿੰਗ ਆਫ ਫੋਟੋਗ੍ਰਾਫਸ ਐਟਸੈਟਰਾ। ਜਦੋਂ ਕੋਈ ਡਾਕੂਮੈਂਟ ਰਜਿਸਟਰ ਕੀਤਾ ਜਾਂਦਾ ਹੈ ਜਾਂ ਰਜਿਸਟਰ ਕਰਵਾਉਣਾ ਹੁੰਦਾ ਹੈ ਤਾਂ ਜਿਹੜੀ ਸੈਕਸ਼ਨ 32A ਇਹ 2001 ਦੇ ਵਿੱਚ ਨਵੀਂ ਇਨਸਰਟ ਹੋਈ ਸੀਗੀ। ਐਕਟ 48 2001 ਦੇ ਵਿੱਚ ਸੈਕਸ਼ਨ 24/9/2001 ਤੋਂ ਲਾਗੂ ਹੋਇਆ ਸੀਗਾ। ਇਹ ਜਿਹੜਾ ਸਕੀਮ ਸੀਗੀ ਫੋਟੋਆਂ ਲਗਾਉਣ ਦੀ, ਉਦੋਂ ਪਹਿਲਾਂ ਫੋਟੋਆਂ ਨਹੀਂ ਸੀ ਲੱਗਦੀਆਂ। ਫੋਟੋ ਨਾ ਲੱਗਣ ਕਰਕੇ ਬਹੁਤ ਸਾਰੀਆਂ ਜਿਹੜੀਆਂ ਰਜਿਸਟਰੀਆਂ ਸੀ, ਫੇਕ ਲੋਕ ਹੈਗੇ ਸੀਗੇ, ਗਲਤ ਬੰਦੇ ਖੜੇ ਹੋ ਕੇ ਰਜਿਸਟਰੀ ਕਰਵਾ ਜਾਂਦੇ ਸੀ, ਪਤਾ ਨਹੀਂ ਸੀ ਚੱਲਦਾ। ਸਬ ਰਜਿਸਟਰਾਰ ਨੂੰ, ਜੁਆਇੰਟ ਸਬ ਰਜਿਸਟਰਾਰ ਨੂੰ ਨਹੀਂ ਸੀ ਪਤਾ ਲੱਗਦਾ ਵੀ ਇਹ ਬੰਦਾ ਸਹੀ ਹੈ ਜਾਂ ਗਲਤ ਹੈ। ਕਈ ਵਾਰੀ ਨੰਬਰਦਾਰ ਨੂੰ ਵੀ ਨਹੀਂ ਸੀ ਪਤਾ ਹੁੰਦਾ, ਠੀਕ ਹੈ ਜੀ। ਸਾਰੇ ਬੰਦਿਆਂ ਨੂੰ ਕੋਈ ਜ਼ਰੂਰੀ ਸ਼ਹਿਰ ਦੇ ਵਿੱਚ, ਜਿਵੇਂ ਕਿ ਸ਼ਹਿਰ ਦੇ ਵਿੱਚ ਆਇਡੈਂਟੀਫਿਕੇਸ਼ਨ ਕਰਨੀ ਬਹੁਤ ਮੁਸ਼ਕਿਲ ਦਾ ਕੰਮ ਹੁੰਦਾ ਹੈ, ਠੀਕ ਹੈ। ਜਦੋਂ ਕਿ ਬਹੁਤ ਸਾਰੇ ਡਿਸਪਿਊਟ ਕ੍ਰੀਏਟ ਹੋਣ ਲੱਗੇ ਇਸ ਗੱਲ ਨੂੰ ਲੈ ਕੇ ਵੀ ਗਲਤ ਬੰਦੇ ਖੜ੍ਹ ਕੇ ਰਜਿਸਟਰੀ ਕਰਵਾ ਰਹੇ ਹਨ ਜਾਂ ਕੋਈ ਡਾਕੂਮੈਂਟ ਨੂੰ ਰਜਿਸਟਰ ਕਰਵਾ ਰਹੇ ਹਨ, ਫਿਰ ਇਹਦੇ 'ਚ ਸੁਧਾਰ ਲੈ ਕੇ ਆਉਣ ਦੇ ਲਈ 2001 ਦੇ ਵਿੱਚ ਗਵਰਨਮੈਂਟ ਵੱਲੋਂ ਪ੍ਰੋਵੀਜ਼ਨ ਨਵੀਂ ਐਡ ਕੀਤੀ ਗਈ ਹੈ। ਇਹ ਨਵਾਂ ਸੈਕਸ਼ਨ ਐਡ ਕੀਤਾ ਗਿਆ ਕੰਪਲਸਰੀ ਅਫਿਕਸਿੰਗ ਆਫ ਫੋਟੋਗ੍ਰਾਫ। ਵੀ ਜਿਹੜੇ ਬੰਦੇ ਹੈਗੇ ਨੇ, ਜਿਹੜੇ ਖੜ੍ਹਦੇ ਨੇ, ਪ੍ਰੈਜ਼ੈਂਟ ਡਾਕੂਮੈਂਟ ਕਰ ਰਹੇ ਨੇ, ਤੇ ਉਹਨਾਂ ਦੀ ਜਿਹੜੀ ਫੋਟੋ ਹੈ, ਗਰੁੱਪ ਫੋਟੋ ਹੈ ਜਾਂ ਕੱਲੀ ਫੋਟੋ ਹੈ, ਉਹ ਫੋਟੋ ਲਗਾਈ ਨਹੀਂ। ਪਾਸਪੋਰਟ ਸਾਈਜ਼ ਦੀ ਜਿਹੜੀ ਫੋਟੋ ਲਗਾਉਣੀ ਹੈ ਉਹ ਜ਼ਰੂਰੀ ਹੈਗੀ ਹੈ, ਵੇਚਣ ਵਾਲੇ ਦੀ ਵੀ, ਖਰੀਦਦਾਰ ਦੀ ਵੀ। Affix his passport size photograph and fingerprints to the document। देखो, ਪਾਸਪੋਰਟ ਸਾਈਜ਼ ਦੀ ਫੋਟੋ ਦੇ ਨਾਲ ਨਾਲ ਫਿੰਗਰਪ੍ਰਿੰਟਸ ਜਿਹੜੇ ਲਗਾਏ ਜਾਂਦੇ ਰਜਿਸਟਰੀ ਦੇ ਉੱਪਰ, ਉਹ ਵੀ ਲਗਾਏ ਜਾਣੇ ਇਸੇ ਸੈਕਸ਼ਨ 'ਚ ਕੰਪਲਸਰੀ ਕੀਤੇ ਸੀਗੇ। ਪ੍ਰੋਵਾਈਡਡ that where such documents relates to the transfer of ownership of the immovable property, the passport size photograph and fingerprints of each buyer and seller। ਜਿੱਥੇ ਕਿਤੇ ਸੇਲ ਪਰਚੇਜ ਦੀ ਗੱਲ ਕੀਤੀ ਗਈ ਹੈ ਇਮੂਵੇਬਲ ਪ੍ਰਾਪਰਟੀ ਦੀ, ਠੀਕ ਹੈ ਜੀ, ਤਾਂ ਸੈਲਰ ਦੇ ਵੀ ਤੇ ਪਰਚੇਜਰ ਦੇ ਵੀ ਜਿਹੜੇ ਹੈਗੇ ਨੇ ਪਾਸਪੋਰਟ ਸਾਈਜ਼ ਦੇ ਫੋਟੋਗ੍ਰਾਫ ਵੀ ਲੱਗਣਗੇ ਤੇ ਨਾਲ ਦੇ ਨਾਲ ਉਹਦੀ ਜਿਹੜੀ ਹੈਗੀ ਫਿੰਗਰਪ੍ਰਿੰਟਸ ਵੀ ਲੱਗਣਗੇ, ਤਾਂ ਕਿ ਫਿੰਗਰਪ੍ਰਿੰਟਸ ਜਿਹੜੇ ਹੈਗੇ ਬਾਅਦ 'ਚ ਬੰਦਾ ਮੁੱਕਰੇ ਨਾ ਵੀ ਮੈਂ ਤਾਂ ਰਜਿਸਟਰੀ ਕਰਵਾਈ ਨਹੀਂ ਹੈਗੀ। ਉਹਦੇ ਫਿੰਗਰਪ੍ਰਿੰਟਸ ਨੂੰ ਦੇਖ ਕੇ ਜਿਹੜੇ ਆਪਣੇ ਫਿੰਗਰਪ੍ਰਿੰਟਸ ਐਕਸਪਰਟ ਹੁੰਦੇ ਨੇ, ਉੱਥੇ ਜਦੋਂ ਸਿਵਲ ਕੋਰਟਾਂ 'ਚ ਦਾਅਵੇ ਚੱਲਦੇ ਨੇ, ਕਈ ਲੋਕ ਕੀ ਕਹਿੰਦੇ ਸੀ ਮੈਂ ਤਾਂ ਰਜਿਸਟਰੀ ਨਹੀਂ ਕਰਵਾਈ, ਇੱਦਾਂ ਹੀ ਮੁੱਕ ਜਾਂਦੇ ਸੀਗੇ। ਇਸੇ ਕਰਕੇ ਜਿਹੜੀਆਂ ਫੋਟੋਆਂ ਲੱਗਣ ਲੱਗੀਆਂ ਤੇ ਫਿੰਗਰਪ੍ਰਿੰਟਸ ਲੱਗਣੇ ਸ਼ੁਰੂ ਕੀਤੇ ਹੋਏ ਨੇ, ਇਹਨਾਂ ਗੱਲਾਂ ਨੂੰ ਦੇਖਦੇ ਹੋਏ ਨੇ, ਤਾਂ ਕਿ ਕੋਈ ਵਿਅਕਤੀ ਜਿਹੜਾ ਹੈਗਾ ਉਹ ਆਇਡੈਂਟੀਫਾਈ ਕੀਤਾ ਜਾ ਸਕੇ ਪ੍ਰੋਪਰ ਕੋਰਟ ਵੱਲੋਂ। ਕੋਰਟ ਦੇ ਵਿੱਚ ਜਦੋਂ ਦਾਅਵਾ ਚੱਲਦਾ ਹੋਵੇ ਕਿਸੇ ਗੱਲ ਨੂੰ ਲੈ ਕੇ, ਠੀਕ ਹੈ ਜੀ। ਫਿੰਗਰਪ੍ਰਿੰਟ ਐਕਸਪਰਟ ਹੁੰਦੇ ਆ, ਉਹਦੀ ਰਿਪੋਰਟ ਲੈ ਕੇ ਆਇਡੈਂਟੀਫਾਈ ਕੀਤਾ ਜਾ ਸਕੇ, ਸਿਵਲ ਕੋਰਟ ਨੂੰ ਪਤਾ ਲੱਗ ਸਕੇ ਵੀ ਵਾਕਈ ਇਸ ਬੰਦੇ ਨੇ ਰਜਿਸਟਰੀ ਕਰਾਈ ਹੈ ਜਾਂ ਨਹੀਂ ਕਰਾਈ ਹੈ। ਆਮ ਰੂਟੀਨ 'ਚ ਤਾਂ ਸਰ ਕਿਉਂ ਕਰਵਾਇਆ ਜਾਂਦਾ ਜੀ, ਪੂਰੇ ਫਿੰਗਰਪ੍ਰਿੰਟ ਲੈ ਨਹੀਂ ਜਾਂਦੇ? ਬਸ ਇਹ ਕਦੇ ਕਦੇ ਚਾਲੂ ਕਰ ਦਿੰਦੇ ਆ, ਕਦੇ ਕਦੇ ਤਾਂ ਜਿਹੜੇ ਪੰਜਾ ਹੁੰਦਾ ਐ ਚਾਰੇ ਉਂਗਲਾਂ ਲੱਗਦੀਆਂ ਨੇ, ਠੀਕ ਹੈ। ਕਦੇ ਕਦੇ ਫਿਰ ਹੱਥ ਬੰਦ ਕਰ ਦਿੰਦੇ। ਇਨਫੈਕਟ ਜਿਹੜਾ ਹੈਗਾ ਲਾਅ ਐਕਟ ਇਹ ਗੱਲ ਕਹਿੰਦਾ ਹੈ ਵੀ ਫਿੰਗਰਪ੍ਰਿੰਟ ਐਦਾਂ ਹੀ ਚਾਰੇ ਜਿਹੜੀਆਂ ਉਂਗਲਾਂ, ਪੰਜੇ ਉਂਗਲਾਂ ਜਿਹੜੀਆਂ ਹੈਗੀਆਂ ਨੇ, ਇਹ ਲੱਗਣੀਆਂ ਬਣਦੀਆਂ ਹੈਗੀਆਂ ਰਜਿਸਟਰੀ ਦੇ ਵਿੱਚ। ਆਮ ਤੌਰ 'ਤੇ ਅੰਗੂਠਾ ਲੱਗ ਜਾਂਦਾ, ਵਿੱਚ ਦੀ ਸ਼ੁਰੂ ਵੀ ਹੋ ਜਾਂਦਾ, ਫਿਰ ਪਤਾ ਨਹੀਂ ਕੀ ਕੋਈ ਨਾ ਕੋਈ ਰੀਜ਼ਨ ਹੁੰਦੇ ਨੇ ਜਿਸ ਕਰਕੇ ਸਾਰੇ ਹੱਥ ਲਿਬੜਦੇ ਜੀ, ਇਹ ਹੁੰਦਾ ਜੀ, ਇਸ ਕਰਕੇ ਫਿਰ ਇਕੱਲਾ ਅੰਗੂਠਾ ਲਗਾਉਣਾ ਸ਼ੁਰੂ ਕਰ ਦਿੰਦੇ। ਪਰ ਫਿੰਗਰਪ੍ਰਿੰਟਸ ਦੀ ਗੱਲ ਜਿਹੜੀ ਹੈਗੀ ਹੈ ਇਹ ਸੈਕਸ਼ਨ 32A ਦੇ ਵਿੱਚ ਕਲੀਅਰ ਕੀਤੀ ਗਈ ਹੈ ਵੀ ਇਹ ਕੰਪਲਸਰੀ ਹੈਗਾ। ਸਰ 2001 ਡੇਟ ਆਫ ਮੰਥ ਦੱਸਿਓ। 24/9/2001 ਇਹ ਐਕਟ ਦੇ ਵਿੱਚ ਜਿਹੜੀ ਅਮੈਂਡਮੈਂਟ ਹੋਈ ਸੀਗੀ ਬਾਏ ਜਿਹੜਾ ਐਕਟ ਸੀ 48 ਅਮੈਂਡਮੈਂਟ ਸੀਗੀ 48 24/9/2001 ਤੋਂ ਸਟਾਰਟ ਹੋਈ ਹੈ, ਲਾਗੂ ਹੋਈ ਹੈ। ਨੈਕਸਟ ਅਸੀਂ ਕਰਾਂਗੇ ਜੀ ਪਾਵਰ ਆਫ ਟਾਰਨੀ। Section 33 power of attorney is recognizable for the purpose of section 32।
ਪਾਵਰ ਅਟਾਰਨੀ ਕਰਨ ਵਾਲੇ ਬੰਦੇ ਨੂੰ ਇੱਥੇ ਕਿਹਾ ਗਿਆ ਪ੍ਰਿੰਸੀਪਲ। ਜਦੋਂ ਕੋਈ ਵਿਅਕਤੀ ਜਿਹਨੇ ਪਾਵਰ ਅਟਾਰਨੀ ਦੇਣੀ ਹੈ, ਠੀਕ ਹੈ ਜੀ, ਇਫ ਦਾ ਪ੍ਰਿੰਸੀਪਲ ਐਟ ਦਾ ਟਾਈਮ ਆਫ ਐਗਜ਼ੀਕਿਊਟਿੰਗ ਦਾ ਪਾਵਰ ਅਟਾਰਨੀ, ਜਦੋਂ ਉਹ ਪਾਵਰ ਅਟਾਰਨੀ ਨੂੰ ਐਗਜ਼ੀਕਿਊਟ ਕਰ ਰਿਹਾ ਹੈ, ਰਜ਼ਾਈਡ ਇਨ ਐਨੀ ਪਾਰਟ ਆਫ ਇੰਡੀਆ, ਜਦੋਂ ਪਾਰਟ ਇੰਡੀਆ ਦੇ ਵਿੱਚ ਰਹਿੰਦਾ ਹੋਵੇ, ਠੀਕ ਹੈ, ਇਨ ਵਿਚ ਦਿਸ ਐਕਟ ਜਿੱਥੇ ਐਪਲੀਕੇਬਲ ਹੋਵੇ, ਉਸ ਇੰਡੀਆ ਦੇ ਪਾਰਟ 'ਚ ਰਹਿੰਦਾ ਹੋਵੇ, ਰਜਿਸਟਰਾਰ ਔਰ ਸਬ ਰਜਿਸਟਰਾਰ ਵਿਦ ਇਨ ਹੂਜ਼ ਡਿਸਟ੍ਰਿਕਟ ਔਰ ਸਬ ਡਿਸਟ੍ਰਿਕਟ ਪ੍ਰਿੰਸੀਪਲ ਰਜ਼ਾਈਡਸ। ਤਾਂ ਕਿਹਦੇ ਵੱਲੋਂ ਰਜਿਸਟਰ ਕੀਤੀ ਜਾਵੇਗੀ? ਉਸ ਸਬ ਰਜਿਸਟਰਾਰ ਵੱਲੋਂ, ਜਿੱਥੇ ਉਹ ਵਿਅਕਤੀ ਰਹਿ ਰਿਹਾ ਹੈਗਾ, ਠੀਕ ਹੈ ਜੀ, ਜਿੱਥੇ ਇਹ ਐਕਟ ਲਾਗੂ ਹੁੰਦਾ ਹੈ, ਉਸ ਪਾਰਟ 'ਚ ਜੇ ਕੋਈ ਵਿਅਕਤੀ ਰਹਿੰਦਾ ਹੈ ਤਾਂ ਉੱਥੇ ਦੇ ਰਜਿਸਟਰਾਰ ਵੱਲੋਂ ਜਾਂ ਸਬ ਰਜਿਸਟਰਾਰ ਵੱਲੋਂ ਜਿਹੜੀ ਹੈਗੀ ਵਿਦ ਇਨ ਹੂਜ਼ ਡਿਸਟ੍ਰਿਕਟ ਔਰ ਸਬ ਡਿਸਟ੍ਰਿਕਟ ਦਾ ਪ੍ਰਿੰਸੀਪਲ ਰਜ਼ਾਈਡਸ, ਪ੍ਰਿੰਸੀਪਲ ਕਿਹਾ ਗਿਆ ਉਸ ਵਿਅਕਤੀ ਨੂੰ ਜਿਹੜਾ ਅਟਾਰਨੀ ਦੇ ਰਿਹਾ ਹੈਗਾ, ਠੀਕ ਹੈ ਜੀ, ਉਦੋਂ ਵੱਲੋਂ ਐਗਜ਼ੀਕਿਊਟ ਕੀਤੀ ਜਾਵੇਗੀ ਤੇ ਅਥੈਂਟੀਕੇਟ ਕੀਤੀ ਜਾਵੇਗੀ ਰਜਿਸਟਰਾਰ ਵੱਲੋਂ ਜਾਂ ਸਬ ਰਜਿਸਟਰਾਰ ਵੱਲੋਂ। ਅਥੈਂਟੀਕੇਟ ਕੀਤੀ ਜਾਵੇਗੀ ਮਤਲਬ ਕਿ ਰਜਿਸਟਰਡ ਕੀਤੀ ਜਾਵੇਗੀ। ਇਸੇ ਤਰ੍ਹਾਂ ਫਿਰ ਕੀ ਕਿਹਾ, ਇਫ ਦਾ ਪ੍ਰਿੰਸੀਪਲ ਐਟ ਦਾ ਟਾਈਮ resides in any part of India in which this act is not in force, ਇੰਡੀਆ ਦਾ ਕੋਈ ਪਾਰਟ ਐਸਾ ਵੀ ਹੋ ਸਕਦਾ ਹੈ ਜਿੱਥੇ ਇਹ ਜਿਹੜਾ ਐਕਟ ਹੈਗਾ ਐਪਲੀਕੇਬਲ ਨਹੀਂ ਹੈਗਾ, ਠੀਕ ਹੈ ਜੀ, ਇਹ ਜਿੱਥੇ ਹੈਗੇ ਆਪਾਂ ਟੈਰੀਟਰੀ ਦੀ ਗੱਲ ਕਰਦੇ ਹਾਂ ਉੱਥੇ ਕਲੀਅਰ ਕੀਤਾ ਹੋਵੇ ਕਿੱਥੇ ਕਿੱਥੇ ਇਹ ਲਾਗੂ ਹੁੰਦਾ ਹੈ ਪਾਰਟ ਜਿਹੜਾ ਹੈਗਾ। ਦੈਨ ਜਿਹੜੀ ਪਾਵਰ ਅਟਾਰਨੀ ਹੈਗੀ ਹੈ ਮੈਜਿਸਟ੍ਰੇਟ ਵੱਲੋਂ ਜਿਹੜੀ ਅਥੈਂਟੀਕੇਟ ਕੀਤੀ ਜਾਂਦੀ ਹੈ। ਜੇ ਕੋਈ ਵਿਅਕਤੀ ਪ੍ਰਿੰਸੀਪਲ ਵਿਅਕਤੀ ਜਿਹੜਾ ਪਾਵਰ ਅਟਾਰਨੀ ਦੇ ਰਿਹਾ ਹੈਗਾ, ਜੋ ਕਿਸੇ ਇੰਡੀਆ ਦੇ ਐਸੇ ਪਾਰਟ 'ਚ ਰਹਿੰਦਾ ਹੋਵੇ, ਵਸਦਾ ਹੋਵੇ, ਜਿੱਥੇ ਇਹ ਜਿਹੜਾ ਐਕਟ ਐਸੋਸੀਏਸ਼ਨ ਐਕਟ ਲਾਗੂ ਨਾ ਹੋਵੇ, ਤਾਂ ਜਿਹੜੀ ਇਹ ਅਟਾਰਨੀ ਹੈ ਉਹ ਵਿਅਕਤੀ ਜਿਹੜਾ ਦੇਗਾ ਉਸ ਨੂੰ ਐਗਜ਼ੀਕਿਊਟ ਤਾਂ ਉਸਨੇ ਕਰਨੀ ਹੈ, ਪਰ ਉਹਦੀ ਅਥੈਂਟਿਸਿਟੀ ਕਿਹਨੇ ਕਰਨੀ ਹੈ, ਉਹਨੂੰ ਅਥੈਂਟੀਕੇਟ ਕਿਹਨੇ ਕਰਨਾ ਹੈ? ਅਥੈਂਟੀਕੇਟ ਕਰਨਾ ਹੈ ਮੈਜਿਸਟ੍ਰੇਟ, ਲਿਖਿਆ ਇੱਥੇ ਮੈਜਿਸਟ੍ਰੇਟ ਵੱਲੋਂ ਅਥੈਂਟੀਕੇਟ ਕੀਤੀ ਹੈ, ਐਨੀ ਮੈਜਿਸਟ੍ਰੇਟ, ਬਾਈ ਐਨੀ ਮੈਜਿਸਟ੍ਰੇਟ। ਫਿਰ ਜਿਹੜੇ ਹੈਗੀ ਆ ਕਲੌਜ਼ ਸੀ ਹੈਗੀ ਹੈ, ਇਹ ਪ੍ਰਿੰਸੀਪਲ ਐਟ ਦਾ ਟਾਈਮ ਅਫੋਰਸੈਡ ਡਜ਼ ਨਾਟ ਰਜ਼ਾਈਡ ਇਨ ਇੰਡੀਆ, ਜੇ ਕੋਈ ਵਿਅਕਤੀ ਕਹਿੰਦਾ ਇੰਡੀਆ 'ਚ ਨਾ ਰਹਿੰਦਾ ਹੋਵੇ ਪਰ ਐਗਜ਼ੀਕਿਊਟ ਕੀਤੀ ਹੋਵੇ ਇਸਨੇ ਅਟਾਰਨੀ, ਤਾਂ ਉਸ ਨੂੰ ਕੌਣ ਮਤਲਬ ਕਿ ਅਥੈਂਟੀਕੇਟ ਕੌਣ ਕਰੇਗਾ ਵੀ ਹਾਂ ਇਹ ਅਟਾਰਨੀ ਵਾਕਈ ਇਸ ਬੰਦੇ ਨੇ ਕੀਤੀ ਹੈ? ਮਤਲਬ ਕਹਿੰਦਾ ਹੈਗਾ ਵੀ ਇੰਡੀਆ ਤੋਂ ਬਾਹਰ ਰਹਿੰਦਾ ਹੋਵੇ, ਪਾਵਰ ਅਟਾਰਨੀ ਐਗਜ਼ੀਕਿਊਟਡ ਬਿਫੋਰ ਦਾ ਅਥੈਂਟੀਕੇਟ ਬਾਈ ਨੋਟਰੀ, ਫੋਰਨ 'ਚ ਰਹਿੰਦਾ ਹੋਵੇ, ਤਾਂ ਜਿਹੜੀ ਆਪਾਂ ਜਿਵੇਂ ਇਨ ਪ੍ਰੈਕਟੀਕਲ ਆਪਾਂ ਦੇਖਦੇ ਹਾਂ ਰੋਜ਼ ਸਾਡੇ ਕੋਲੇ ਪਾਵਰ ਅਟਾਰਨੀਆਂ ਬਣ ਕੇ ਆਉਂਦੀਆਂ ਨੇ ਫੋਰਨ ਕੰਟਰੀ ਦੇ ਵਿੱਚੋਂ, ਠੀਕ ਹੈ, ਤਾਂ ਉਹ ਕਿੱਥੋਂ ਕਿਹਦੇ ਵੱਲੋਂ ਅਥੈਂਟੀਕੇਟ ਕੀਤੀਆਂ ਹੁੰਦੀਆਂ ਨੇ? ਨੋਟਰੀ ਪਬਲਿਕ ਵੱਲੋਂ ਕੀਤੀਆਂ ਜਾਂਦੀਆਂ ਨੇ। ਨੋਟਰੀ ਪਬਲਿਕ ਦੇ ਨਾਲ ਨਾਲ ਇੱਥੇ ਕੁਝ ਹੋਰ ਵੀ ਦੱਸਿਆ ਗਿਆ ਹੈਗਾ, ਐਨੀ ਕੋਰਟ, ਕਿਸੇ ਕੋਰਟ ਵੱਲੋਂ ਵੀ ਅਥੈਂਟੀਕੇਟ ਹੋ ਸਕਦੀ ਹੈ, ਠੀਕ ਹੈ ਜੀ, ਕਿਸੇ ਜੱਜ ਵੱਲੋਂ ਵੀ ਹੋ ਸਕਦੀ ਹੈ ਅਥੈਂਟੀਕੇਟ, ਜਿਹੜੀ ਅਟਾਰਨੀ ਹੈ ਉਹਨੂੰ ਅਥੈਂਟੀਕੇਟ ਕੀਤਾ ਜਾ ਸਕਦਾ ਵੀ ਹਾਂ ਇਹ ਮੇਰੇ ਹਾਜ਼ਰੀ ਵਿੱਚ ਫਲਾਣੇ ਬੰਦੇ ਨੇ ਸਾਈਨ ਕੀਤੇ ਨੇ, ਠੀਕ ਹੈ, ਤੇ ਕਿਸੇ ਮੈਜਿਸਟ੍ਰੇਟ ਵੱਲੋਂ ਵੀ ਅਥੈਂਟੀਕੇਟ ਹੋ ਸਕਦੀ ਹੈ। ਇੰਡੀਅਨ ਕੌਂਸਲ ਵੀ ਹੋ ਸਕਦਾ ਹੈ, ਇੰਡੀਅਨ ਕੌਂਸਲ ਔਰ ਵਾਈਸ ਕੌਂਸਲ ਔਰ ਰਿਪਰੈਜ਼ੈਂਟੇਟਿਵ ਆਫ ਦਾ ਸੈਂਟਰਲ ਗਵਰਨਮੈਂਟ, ਜਾਂ ਸੈਂਟਰਲ ਗਵਰਨਮੈਂਟ ਨੇ ਕਿਸੇ ਨੂੰ ਰਿਪਰੈਜ਼ੈਂਟ ਕੀਤਾ ਹੋਵੇ, ਜਿਹਦੀ ਅੰਬੈਸੀ ਹੁੰਦੀ ਹੈ ਉਸ ਕੰਟਰੀ ਦੀ, ਇੰਡੀਆ ਦਾ ਕੋਈ ਕਿਸੇ ਕੰਟਰੀ 'ਚ ਕੋਈ ਅੰਬੈਸੀ ਬੈਠੀ ਹੋਵੇ, ਅੰਬੈਸਡਰ ਨੂੰ ਕੋਈ ਪਾਵਰਾਂ ਦਿੱਤੀਆਂ ਹੋਣ ਇੱਦਾਂ ਦੀਆਂ, ਤਾਂ ਸੈਂਟਰਲ ਗਵਰਨਮੈਂਟ ਦਾ ਜਿਹੜਾ ਇੰਪਲਾਈ ਹੈ ਉਹ ਵੀ ਉਸ ਨੂੰ ਅਥੈਂਟੀਕੇਟ ਕਰ ਸਕਦਾ ਹੈ। ਮਤਲਬ ਇੱਥੇ ਕਲੀਅਰ ਕੀਤਾ ਗਿਆ ਹੈ ਇਸ ਐਕਟ ਦੇ ਵਿੱਚ ਵੀ ਕੋਈ ਜ਼ਰੂਰੀ ਨਹੀਂ ਵੀ ਇਕੱਲੇ ਨੋਟਰੀ ਪਬਲਿਕ ਨੇ ਹੀ ਅਥੈਂਟੀਕੇਟ ਕਰਨੀ ਹੈ, ਉਸ ਕੰਟਰੀ ਦੇ ਨੇ, ਤੇ ਅੱਜ 3-4 ਜਿਹੜੇ ਹੈਗੇ ਨੇ, ਕੋਈ ਜੱਜ ਵੀ ਕਰ ਸਕਦਾ ਹੈ, ਕੋਈ ਕੋਰਟ ਵੀ ਕਰ ਸਕਦੀ ਹੈ, ਕੋਈ ਮੈਜਿਸਟ੍ਰੇਟ ਵੀ ਕਰ ਸਕਦਾ ਹੈ, ਕੋਈ ਸੈਂਟਰਲ ਗਵਰਨਮੈਂਟ ਦਾ ਜਿਹੜਾ ਆਫਿਸਰ ਹੈ ਉਹ ਵੀ ਅਥੈਂਟੀਕੇਟ ਕਰ ਸਕਦਾ ਹੈ ਅਟਾਰਨੀ ਨੂੰ ਜਦੋਂ ਕੋਈ ਬੰਦਾ ਆਪਣੇ ਕੰਟਰੀ ਤੋਂ ਬਾਹਰ ਬੈਠਾ ਹੋਵੇ। ਪ੍ਰੋਵਾਈਡਡ ਦੈਟ ਦ ਫੋਲੋਇੰਗ ਪਰਸਨਸ ਸ਼ੈਲ ਨਾਟ ਬੀ ਰਿਕੁਆਇਰਡ ਟੂ ਅਟੈਂਡ ਐਨੀ ਰਜਿਸਟ੍ਰੇਸ਼ਨ ਆਫਿਸ, ਇੱਥੇ ਨਾ ਜਾ ਕੇ ਕੋਈ ਗੱਲ ਦੱਸੀ ਗਈ ਹੈ ਵੀ ਉਹਨਾਂ ਵਿਅਕਤੀਆਂ ਨੂੰ ਕਿਹੜੇ ਵਿਅਕਤੀ ਨੇ, ਉਹਨਾਂ ਦੇ ਥੱਲੇ ਲਿਸਟ ਦਿੱਤੀ ਗਈ ਹੈ ਵੀ ਉਹਨਾਂ ਵਿਅਕਤੀਆਂ ਨੂੰ ਕੋਰਟ ਦੇ ਵਿੱਚ ਜਾ ਕੇ ਜਾਂ ਸਰਵਿਸ ਸਟਾਫ ਜਾਂ ਉਸ ਪਰਟੀਕੂਲਰ ਆਫਿਸਰ ਜਿਹਨੇ ਇਹ ਅਥੈਂਟੀਕੇਟ ਕਰਨੀ ਹੈ ਉਹਨਾਂ ਦੇ ਆਫਿਸ ਜਾਣ ਦੀ ਜ਼ਰੂਰਤ ਨਹੀਂ ਹੈ। ਪ੍ਰੋਵਾਈਡਡ ਦੈਟ ਫੋਲੋਇੰਗ ਪਰਸਨ ਸ਼ੈਲ ਨਾਟ ਬੀ ਰਿਕੁਆਇਰਡ ਟੂ ਅਟੈਂਡ ਐਨੀ ਰਜਿਸਟ੍ਰੇਸ਼ਨ ਆਫਿਸ ਔਰ ਕੋਰਟ for the purpose of executing any such power of attorney as mentioned in A and B, namely persons ਕਿਹੜੇ? bodily infirmity, ਜਿਨ੍ਹਾਂ ਦੇ ਸਰੀਰਕ ਪੱਖੋਂ ਇਜਾਜ਼ਤ ਨਾ ਦਿੰਦਾ ਹੋਵੇ ਬੋਡੀ ਉਹਨਾਂ ਦੀ, by reason of bodily infirmity are unable without risk or serious inconvenience so to attend। ਜਿਹੜੇ ਆਫਿਸ ਦੇ ਵਿੱਚ ਕੋਈ ਬੰਦਾ ਅਟਾਰਨੀ ਦੇ ਰਿਹਾ, ਦੇਖੋ ਅਟਾਰਨੀ ਦੇਣ ਦਾ ਕੀ ਕਾਰਨ ਹੈ? ਅਟਾਰਨੀ ਦੇਣ ਦਾ ਮੇਨ ਤਾਂ ਕਾਰਨ ਇਹੀ ਜ਼ਿਆਦਾ ਹੁੰਦਾ ਹੈ, ਬੇਸ਼ੱਕ ਇਸ ਨੂੰ ਅੱਜ ਦੀ ਡੇਟ ਦੇ ਵਿੱਚ ਪ੍ਰੈਕਟੀਕਲ ਦੇ ਵਿੱਚ ਅਸੀਂ ਕਿਸੇ ਹੋਰ ਪਰਪਸ ਲਈ ਯੂਜ਼ ਕਰ ਰਹੇ ਹਾਂ, ਉਹ ਗੱਲ ਵੱਖਰੀ ਹੈ,
ਪਰ ਮੇਨ ਇਹ ਜਿਹੜਾ ਮਨਸ਼ਾ ਕੀ ਸੀ ਐਕਟ ਦੇ ਵਿੱਚ, ਪਾਵਰ ਟੋਰਨੀ ਦੀ ਮਨਸ਼ਾ ਕੀ ਸੀਗੀ ਬਣਾਉਣ ਦੀ? ਮਨਸ਼ਾ ਇਹ ਸੀ ਵੀ ਜਦੋਂ ਕੋਈ ਕਾਰਨ ਇੱਦਾਂ ਦਾ ਹੋਵੇ ਜਿਹੜਾ ਪਰਸਨ ਖੁਦ ਵਿਅਕਤੀ ਹੈਗਾ ਉਹ ਕਿਸੇ ਬੋਡੀ ਉਹਦੀ ਕੋਈ ਇਜਾਜ਼ਤ ਨਾ ਦਿੰਦੀ ਹੋਵੇ, ਉਹਨੂੰ ਕੋਈ ਇੱਦਾਂ ਦੀ ਪ੍ਰੋਬਲਮ ਹੋਵੇ, ਚੱਲ ਫਿਰ ਨਾ ਸਕਦਾ ਹੋਵੇ, ਉੱਠ ਨਾ ਸਕਦਾ ਹੋਵੇ, ਡਾਕਟਰ ਨੇ ਉਹਨੂੰ ਉੱਠਣ ਤੋਂ ਚੱਲਣ ਫਿਰਨ ਤੋਂ ਮਨਾ ਕੀਤਾ ਹੈ ਹੋਵੇ, ਅਜਿਹੇ ਕੇਸਾਂ ਦੇ ਵਿੱਚ ਇਹ ਜਿਹੜੀ ਅਟਾਰਨੀ ਦੀ ਜਿਹੜੀ ਪ੍ਰੋਵੀਜ਼ਨ ਦਿੱਤੀ ਗਈ ਸੀਗੀ ਤਾਂ ਉਹ ਵਿਅਕਤੀ ਜਿਹੜਾ ਹੈਗਾ ਉਹਨੂੰ ਖੁਦ ਜਾਣ ਦੀ ਲੋੜ ਨਹੀਂ ਹੈਗੀ ਕੋਰਟ ਦੇ ਵਿੱਚ, ਜਾਂ ਉਸਨੂੰ ਖੁਦ ਜਾਣ ਦੀ ਲੋੜ ਨਹੀਂ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ। ਫਿਰ ਕੀ ਹੈਗਾ? ਸੀਰੀਅਸ ਇਨਕਨਵੀਨੀਅੰਸ ਸੋ ਟੂ ਅਟੈਂਡ, ਉਹਨੂੰ ਕੋਈ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੋਵੇ, ਉਹ ਮਤਲਬ ਕਿ ਖੁਦ ਨਾ ਜਾ ਸਕਦਾ ਹੋਵੇ, ਜਾਂ ਪਰਸਨਸ ਹੂ ਆਰ ਇਨ ਜੇਲ ਅੰਡਰ ਸਿਵਲ ਔਰ ਕ੍ਰਿਮੀਨਲ ਪ੍ਰੋਸੈਸ, ਕੋਈ ਐਸਾ ਵਿਅਕਤੀ ਪਹਿਲੇ ਕੇਸ ਦੇ ਵਿੱਚ ਆਇਆ, ਨੰਬਰ 1 ਦੇ ਵਿੱਚ ਆਇਆ ਉਹ ਵਿਅਕਤੀ ਜਿਹੜਾ ਸਰੀਰ ਪੱਖੋਂ ਕਮਜ਼ੋਰ ਹੋਵੇ, ਬਿਮਾਰ ਹੋਵੇ, ਜਾ ਨਾ ਸਕਦਾ ਹੋਵੇ। ਦੂਜਾ ਆ ਗਿਆ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਬੰਦ ਹੋਵੇ, ਜੇਲ੍ਹ ਦੇ ਵਿੱਚ ਬਦਲ ਕੇ ਕੋਈ ਜ਼ਰੂਰੀ ਨਹੀਂ ਉਹਨੂੰ ਕ੍ਰਿਮੀਨਲ ਦਾ ਵਿੱਚ ਹੀ ਹੋਵੇ, ਕਿਸੇ ਸਿਵਲ 'ਚ ਵੀ ਹੋ ਸਕਦਾ ਹੈ, ਕਿਸੇ ਕ੍ਰਿਮੀਨਲ ਦਾ ਵਿੱਚ ਵੀ ਹੋ ਸਕਦਾ ਹੈ, ਸਿਵਲ ਔਰ ਕ੍ਰਿਮੀਨਲ ਪ੍ਰੋਸੈਸ ਦੇ ਵਿੱਚ ਕਿਸੇ ਕੋਈ ਜੇਲ੍ਹ 'ਚ ਬੰਦ ਹੋਵੇ, ਜਾਂ ਫਿਰ ਪਰਸਨਸ ਐਗਜ਼ੈਂਪਟਡ ਬਾਈ ਲਾਅ ਫਾਰ ਪਰਸਨਲ ਅਪੀਅਰੈਂਸ ਇਨ ਦਾ ਕੋਰਟ, ਕੁਝ ਵਿਅਕਤੀਆਂ ਨੂੰ ਜਿਹੜਾ ਲਾਅ ਦੇ ਵਿੱਚ ਹੈਗੀ ਹੈ ਛੋਟ ਦਿੱਤੀ ਗਈ ਹੈ ਵੀ ਉਹਨੂੰ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਜਾਂ ਰਜਿਸਟਰਾਰ ਦੇ ਆਫਿਸ ਦੇ ਵਿੱਚ ਕੋਈ ਡਾਕੂਮੈਂਟ ਉਹਨਾਂ ਨੇ ਰਜਿਸਟਰ ਕਰਵਾਉਣਾ ਹੈਗਾ, ਮੇ ਵੀ ਪਾਵਰ ਟੋਰਨੀ ਹੋ ਸਕਦੀ ਹੈ, ਮੇ ਵੀ ਕੋਈ ਹੋਰ ਡਾਕੂਮੈਂਟ ਹੋ ਸਕਦਾ ਹੈ, ਮੇ ਵੀ ਰਜਿਸਟਰੀ ਹੋ ਸਕਦੀ ਹੈ, ਜਿੱਥੇ ਜਾ ਕੇ ਉਹਨਾਂ ਨੂੰ ਹੈਗੀ ਹੈ ਸਬ ਰਜਿਸਟਰਾਰ ਦੇ ਆਫਿਸ ਵਿੱਚ ਜਾਣ ਦੀ ਖੁਦ ਲੋੜ ਨਹੀਂ ਹੁੰਦੀ। ਇੱਦਾਂ ਦੇ ਜਿਹੜੇ ਵਿਅਕਤੀ ਹੈਗੇ ਉਹਨਾਂ ਉਸ ਕੇਸ ਦੇ ਵਿੱਚ ਵੀ ਜਿਹੜਾ ਹੈਗਾ ਪਰਸਨਲ ਜਾਣ ਦੀ ਲੋੜ ਨਹੀਂ ਹੁੰਦੀ ਉਹਨਾਂ ਵਿਅਕਤੀਆਂ ਨੂੰ। ਫਿਰ ਐਕਸਪਲੇਨੇਸ਼ਨ ਦਿੱਤੀ ਗਈ ਹੈ in this subsection India means India as defined in clause 28, ਛੱਡੋ ਇਸ ਨੂੰ ਅੱਗੇ। ਨੈਕਸਟ subsection 2 33 ਦਾ ਪਹਿਲਾਂ ਆਪਾਂ ਇੱਕ ਪੜ੍ਹ ਰਹੇ ਸੀਗੇ, ਠੀਕ ਹੈ ਜੀ। ਹੁਣ subsection 2 ਹੈਗਾ in case of every such person the registrar or sub registrar or magistrate as the case may be if satisfied that power of attorney has been voluntarily executed by the person purporting to be principal may attest the same without requiring his personal attendance at the office or the court aforesaid। ਇੱਥੇ ਕਿਹਾ ਗਿਆ ਵੀ ਜਿਹੜੇ ਵੀ ਕਿਸੇ ਆਫੀਸਰ ਨੇ, ਚਾਹੇ ਉਹ ਕੋਰਟ ਹੈ, ਚਾਹੇ ਉਹ ਜੱਜ ਹੈ, ਚਾਹੇ ਉਹ ਮੈਜਿਸਟ੍ਰੇਟ ਹੈ, ਜਾਂ ਕੋਈ ਸੈਂਟਰਲ ਗਵਰਨਮੈਂਟ ਦਾ ਆਫੀਸਰ ਹੈ, ਜਿਹਨੇ ਵੀ ਇਹ ਜਿਹੜੀ ਅਟਾਰਨੀ ਹੈ ਕੋਈ ਵਿਅਕਤੀ ਜਦੋਂ ਖੁਦ ਪੇਸ਼ ਨਾ ਹੋ ਸਕਦਾ ਹੋਵੇ ਕੋਰਟ ਦੇ ਵਿੱਚ ਜਾਂ ਮੈਜਿਸਟ੍ਰੇਟ ਦੇ ਆਫਿਸ ਦੇ ਵਿੱਚ, ਤਾਂ ਜਿਹੜਾ ਸੈਟਿਸਫਾਈ ਹੋਏਗਾ ਆਫੀਸਰ, ਕੰਸਰਨਡ ਆਫੀਸਰ ਹੈ, ਸੈਟਿਸਫਾਈ ਹੋਏਗਾ, ਸੈਟਿਸਫਾਈ ਹੋ ਕੇ ਜੋ ਸੈਟਿਸਫਾਈ ਹੈਗਾ ਇੱਦਾਂ ਦੇ ਡਾਕੂਮੈਂਟ ਉਹਨੇ ਪੇਸ਼ ਕੀਤੇ ਨੇ, ਕੋਈ ਸੈਟਿਸਫੈਕਸ਼ਨ ਉਹਦੀ ਬਣਦੀ ਹੈ ਤਾਂ ਉਸ ਨੂੰ ਉੱਥੇ ਜਿਹੜਾ ਹੈ ਅਥੈਂਟੀਕੇਟ ਕਰੇਗਾ। ਪਰ ਜੇਕਰ ਉਹਦੀ ਸੈਟਿਸਫੈਕਸ਼ਨ ਨਹੀਂ ਹੁੰਦੀ ਕਿਸੇ ਵੀ ਕਾਰਨ, ਟੂ ਓਬਟੇਨ ਐਵੀਡੈਂਸ ਐਜ਼ ਟੂ ਦ ਵਲੰਟਰੀ ਨੇਚਰ ਆਫ ਦ ਐਗਜ਼ੀਕਿਊਸ਼ਨ, ਰਜਿਸਟਰਾਰ ਔਰ ਸਬ ਰਜਿਸਟਰਾਰ ਔਰ ਮੈਜਿਸਟ੍ਰੇਟ ਮੇ ਆਈਦਰ ਹਿਮਸੈਲਫ ਔਰ ਗੋ ਟੂ ਹਾਊਸ, ਉਹ ਖੁਦ ਵੀ ਜਾ ਸਕਦਾ ਹੈ ਕੰਸਰਨਡ ਪਰਸਨ ਦੇ ਆਫਿਸ ਦੇ ਵਿੱਚ, ਘਰ ਦੇ ਵਿੱਚ, ਜਾਂ ਜਿੱਥੇ ਉਹ ਵਿਅਕਤੀ ਹੋਵੇ, ਜੇਲ੍ਹ ਦੇ ਵਿੱਚ ਵੀ ਜਾ ਸਕਦਾ ਹੈ ਕੰਸਰਨਡ ਆਫੀਸਰ, ਠੀਕ ਹੈ, ਖੁਦ ਵੀ ਜਾ ਸਕਦਾ ਹੈ ਆਪਣੀ ਸੈਟਿਸਫੈਕਸ਼ਨ ਦੇ ਲਈ। ਜੇ ਤਾਂ ਦੇਖੋ ਉਹਦੀ ਸੈਟਿਸਫੈਕਸ਼ਨ ਹੁੰਦੀ ਹੈ ਫਿਰ ਤਾਂ ਉਹ ਉੱਥੇ ਉਸ ਨੂੰ ਅਥੈਂਟੀਕੇਟ ਕਰ ਸਕਦਾ ਹੈ, ਸਾਈਨ ਕਰ ਸਕਦਾ ਹੈ। ਪਰ ਜਿੱਥੇ ਕਿਤੇ ਉਹਨੂੰ ਲੱਗਦਾ ਹੈ ਵੀ ਮੈਨੂੰ ਤਾਂ ਇਹ ਤਸੱਲੀ ਨਹੀਂ ਮੇਰੀ ਹੋ ਰਹੀ, ਤਾਂ ਕੰਸਰਨਡ ਆਫੀਸਰ, ਜਿਸ ਆਫੀਸਰ ਨੇ ਉਸ ਪਾਵਰ ਟੋਰਨੀ ਨੂੰ ਅਥੈਂਟੀਕੇਟ ਕਰਨਾ ਹੋਵੇ, ਮਤਲਬ ਅਥੈਂਟੀਕੇਟ ਮਤਲਬ ਪ੍ਰੂਵ ਕਰਨਾ ਹੋਵੇ ਵੀ ਹਾਂ ਵਾਕਈ ਇਹ ਮੇਰੀ ਤਸੱਲੀ ਦੇ ਨਾਲ ਇਸੇ ਵਿਅਕਤੀ ਨੇ ਇਹ ਟੋਰਨੀ ਦਿੱਤੀ ਹੈ, ਕੰਸਰਨਡ ਪਰਸਨ ਜਿਹੜਾ ਹੈਗਾ ਉਹ ਬਿਲਕੁਲ ਸਹੀ ਹੈ। ਤਾਂ ਜੇ ਆਫਿਸਰ ਦੀ ਸੈਟਿਸਫੈਕਸ਼ਨ ਨਾ ਹੁੰਦੀ ਹੋਵੇ ਤਾਂ ਆਫਿਸਰ ਖੁਦ ਵੀ ਕੰਸਰਨਡ ਪਰਸਨ ਜਿੱਥੇ ਵੀ ਉਹ ਹੈਗਾ, ਘਰ ਦੇ ਵਿੱਚ ਹੈਗਾ, ਚਾਹੇ ਉਹ ਕਿਸੇ ਹਸਪੀਟਲ ਦੇ ਵਿੱਚ ਹੈਗਾ ਜਾਂ ਕਿਸੇ ਜੇਲ੍ਹ ਦੇ ਵਿੱਚ ਬੰਦ ਹੈਗਾ, ਉੱਥੇ ਖੁਦ ਜਾ ਕੇ ਉਹਦੀ ਜਿਹੜੀ ਸਟੇਟਮੈਂਟ ਹੈ ਰਿਕਾਰਡ ਕਰ ਸਕਦਾ ਹੈ, ਸਟੇਟਮੈਂਟ ਲੈ ਸਕਦਾ ਹੈ, ਸੈਟਿਸਫੈਕਸ਼ਨ ਆਪਦੀ ਕਰ ਸਕਦਾ ਹੈ, ਤਸੱਲੀ ਕਰ ਸਕਦਾ ਹੈ, ਜੋ ਕੁਝ ਪੁੱਛਣਾ ਚਾਹੁੰਦਾ ਪੁੱਛ ਸਕਦਾ ਹੈ ਆਪਦੀ ਸੈਟਿਸਫੈਕਸ਼ਨ ਦੇ ਲਈ। ਜੇ ਫਿਰ ਵੀ ਕੰਸਰਨਡ ਆਫਿਸਰ ਕੋਲ ਇੱਕ ਸਮਾਂ ਨਹੀਂ ਹੈਗਾ, ਸਮਾਂ ਜਾਣ ਦੀ ਇਜਾਜ਼ਤ ਨਹੀਂ ਦਿੰਦਾ, ਠੀਕ ਹੈ, ਤਾਂ ਕੰਸਰਨਡ ਆਫਿਸਰ ਜਿਹਨੇ ਉਹ ਜਿਹਦੀ ਪਾਵਰ ਟੋਰਨੀ ਹੈ, ਇੱਥੇ ਜਿਹੜੇ ਆਫਿਸ 'ਚ ਪੇਸ਼ ਕੀਤੀ ਗਈ ਹੈ, ਉਹ ਜਿਹੜਾ ਆਫਿਸਰ ਹੈਗਾ ਮੇ ਬੀ ਮੈਜਿਸਟ੍ਰੇਟ, ਸਬ ਰਜਿਸਟਰਾਰ, ਤਾਂ ਉਹ ਆਪਣੇ ਕਿਸੇ ਸਬਆਰਡੀਨੇਟ ਨੂੰ ਐਜ਼ ਏ ਕਮਿਸ਼ਨ ਨਿਯੁਕਤ ਕਰ ਸਕਦਾ ਹੈ। ਕਮਿਸ਼ਨ ਨਿਯੁਕਤ ਕਰਕੇ ਕਮਿਸ਼ਨ ਨੂੰ ਭੇਜ ਸਕਦਾ ਹੈ ਵੀ ਜਾ ਕੇ ਤੁਸੀਂ ਇਹਦੀ ਜਿਹੜੀ ਸਟੇਟਮੈਂਟ ਰਿਕਾਰਡ ਕਰੋ, ਬਾਕੀ ਪਰਸਨ ਸੋ ਐਂਡ ਸੋ ਇਜ਼ ਮਤਲਬ ਠੀਕ ਹੈਗਾ, ਇਹ ਟੋਰਨੀ ਦੇ ਨਾਲ ਬੰਦਾ ਆਹੀ ਹੈ ਜਿਹਦੇ ਕੋਲੋਂ ਟੋਰਨੀ ਮੇਰੇ ਕੋਲ ਪੇਸ਼ ਹੋਈ ਹੈ, ਤਾਂ ਕਮਿਸ਼ਨ ਦੀ ਰਿਪੋਰਟ ਲੈ ਕੇ ਵੀ ਜਿਹੜੀ ਰਜਿਸਟਰੀ ਹੈ ਉਹ ਡਾਕੂਮੈਂਟ ਹੈ, ਪਾਵਰ ਟੋਰਨੀ ਹੈ, ਉਹ ਰਜਿਸਟਰ ਕੀਤੀ ਜਾ ਸਕਦੀ ਹੈ।
Any power of attorney mentioned may be proved production of it without the further proof. हाँ जी, मतलब कि any power of attorney mentioned in this section may be proved by the production of it। ਇਹਦੀ ਇਹ ਜਿਹੜੀ ਅਟਾਰਨੀ ਹੈਗੀ ਹੈ, ਜਦੋਂ ਇਹ ਕਿਤੇ ਪੇਸ਼ ਕੀਤੀ ਜਾਂਦੀ ਹੈ, ਫਰਦਰ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ। ਜਦੋਂ ਯੂਜ਼ ਕੀਤੀ ਜਾਂਦੀ ਹੈ ਜਿਹੜੀ ਇਹ ਅਟਾਰਨੀ ਹੈ, ਇਹ ਆਪਦੇ ਆਪ 'ਚ ਹੀ ਪ੍ਰੂਵ ਹੁੰਦਾ ਹੈਗਾ। ਇਸ ਨੂੰ ਪ੍ਰੂਵ ਕਰਨ ਦੇ ਲਈ ਹੋਰ ਕੋਈ ਐਕਸਟਰਾ ਡਾਕੂਮੈਂਟ ਲਗਾਉਣ ਦੀ ਲੋੜ ਨਹੀਂ ਹੁੰਦੀ। ਜਿੱਥੇ ਵੀ ਕਿਤੇ ਇਹ ਅਟਾਰਨੀ ਯੂਜ਼ ਕਰਕੇ ਕੋਈ ਫਰਦਰ ਡਾਕੂਮੈਂਟ ਮਤਲਬ ਕਰਨਾ ਹੋਵੇ, ਕੋਈ ਰਜਿਸਟਰੀ ਕਰਵਾਉਣੀ ਹੋਵੇ ਜਾਂ ਕੋਈ ਹੋਰ ਕੋਈ ਡਾਕੂਮੈਂਟ ਹੈ ਜਿਹੜਾ ਉਹ ਰਜਿਸਟਰ ਕਰਨਾ ਹੋਵੇ, ਤਾਂ ਇਹ ਜਿਹੜੀ ਪਾਵਰ ਅਟਾਰਨੀ ਜਿਹੜੀ ਇੱਕ ਵਾਰੀ ਅਥੈਂਟੀਕੇਟ ਹੋ ਚੁੱਕੀ ਹੈ, ਇਹ ਆਪਦੇ ਆਪ ਦੇ ਵਿੱਚ ਕਿ ਪੂਰਾ ਪ੍ਰੂਫ ਹੁੰਦੀ ਹੈ। ਮਤਲਬ ਕਿ ਇਹਨੂੰ ਸਭ ਦੁਬਾਰਾ ਫਿਰ ਜੇ ਕੋਈ ਆਫਿਸਰ ਕਹੇ ਵੀ ਇਸ ਨੂੰ ਪ੍ਰੂਵ ਕਰੋ, ਨਹੀਂ, ਉਹਨੂੰ ਦੁਬਾਰਾ ਪ੍ਰੂਵ ਕਰਨ ਦੀ ਲੋੜ ਨਹੀਂ ਹੈਗੀ। ਇਹ ਆਪਦੇ ਆਪ ਦੇ ਵਿੱਚ ਹੀ ਪ੍ਰੂਫ ਹੈ। ਇਹਨੂੰ ਮੁੱਖ ਰੱਖ ਕੇ ਜਿਹੜੀ ਹੈਗੀ ਆ ਪ੍ਰਾਪਰਟੀ ਹੈ, ਕੋਈ ਵੀ ਰਜਿਸਟਰੀ ਹੈ, ਉਹ ਕੀਤੀ ਜਾ ਸਕਦੀ ਹੈ। ਠੀਕ ਹੈ ਜੀ। ਸਰ ਮੁਲਾਜ਼ਮ ਤੱਕ ਤਸਦੀਕ ਤਾਂ ਕਰਾਉਂਦੇ ਸਰ। ਹੈ ਜੀ, ਜਦੋਂ ਸਰ ਦੂਜੀ ਤਸਦੀਕ ਦੀ ਕਿਤੇ ਬਣੀ ਵੀ ਹੋਵੇ, ਮੰਨ ਲਓ ਜ਼ਿਲ੍ਹੇ ਤੋਂ ਬਾਹਰ ਦੀ, ਫਿਰ ਤਸਦੀਕ ਤਾਂ ਕਰਾਉਂਦੇ ਆ ਦੂਜੀ ਤਸਦੀਕ ਤੋਂ ਜਿਹੜੇ। ਇਹ ਜਿਹੜੀ ਅਟਾਰਨੀ ਦੀ ਗੱਲ ਕਰਦੇ ਆ ਆਪਾਂ, ਗੱਲ ਕਰਦੇ ਆ ਜਿੱਥੇ ਕੋਈ ਬੰਦਾ ਆਪ ਪੇਸ਼ ਨਾ ਹੋ ਸਕਦਾ ਹੋਵੇ। ਸਰ ਉਹਦੀ ਪੇਸ਼ ਕੌਣ ਕਰੇਗਾ ਜੀ ਡਾਕੂਮੈਂਟ? ਹੈ ਜੀ, ਜੇ ਬੰਦਾ ਆਪ ਨਹੀਂ ਪੇਸ਼ ਹੋ ਸਕਦਾ ਤਾਂ ਉਹ ਪੇਸ਼ ਕੌਣ ਕਰੂਗਾ ਜੀ? ਇਹ ਦੇਖੋ, ਕੋਈ ਬੰਦਾ ਬਿਮਾਰ ਪਿਆ, ਉਹਨੇ ਵਿਲ ਕਰਨੀ ਹੈ ਨਾ, ਅਟਾਰਨੀ ਕਰਨੀ ਹੈ। ਕੋਈ ਬੰਦਾ ਜੇਲ੍ਹ ਦੇ ਵਿੱਚ ਹੈ, ਉਹਨੇ ਕੋਈ ਅਟਾਰਨੀ ਦੇਣੀ ਕਿਸੇ ਨੂੰ, ਠੀਕ ਹੈ। ਉਹ ਬੰਦਾ ਜੇਲ੍ਹ 'ਚ ਤਾਂ ਆਪ ਆਏਗਾ ਨਹੀਂ। ਜੇਲ੍ਹ ਅਥਾਰਟੀ ਕੋਰਟ ਹੈ, ਸਿਵਲ ਕੋਰਟ ਹੈ, ਉਹਨੂੰ ਇਜਾਜ਼ਤ ਨਹੀਂ ਦਿੰਦੀ। ਉਹਨੇ ਐਪਲੀਕੇਸ਼ਨ ਲਗਾਈ ਵੀ ਮੈਂ ਇਹ ਰਜਿਸਟਰੀ ਕਰਨੀ ਹੈ ਜਾਂ ਮੈਂ ਅਟਾਰਨੀ ਕਰਨੀ ਹੈ, ਠੀਕ ਹੈ। ਉਹਨੂੰ ਸਿਵਲ ਕੋਰਟ ਜਾਂ ਕ੍ਰਿਮੀਨਲ ਕੋਰਟ ਹੈ, ਉਹਨੇ ਇਜਾਜ਼ਤ ਨਹੀਂ ਦਿੱਤੀ ਆਉਣ ਦੀ, ਪਰ ਉਹਦੇ ਵੱਲੋਂ ਕੋਈ ਅਟਾਰਨੀ ਬਣ ਕੇ ਪੇਸ਼ ਹੋ ਗਈ ਸਾਡੇ ਕੋਲੇ, ਠੀਕ ਹੈ। ਉਸ ਅਟਾਰਨੀ, ਇਹ ਤਾਂ ਅਕਸਰ ਪ੍ਰੈਕਟੀਕਲ ਦੇ ਵਿੱਚ ਹੈਗਾ। ਇਹ ਤਾਂ ਤੁਸੀਂ ਰਜਿਸਟਰ ਵੀ ਕਰਦੇ ਹੋ, ਕਰੋਗੇ ਵੀ, ਅਸੀਂ ਵੀ ਕੀਤੀਆਂ ਨੇ, ਜੇਲ੍ਹ 'ਚ ਜਾ ਕੇ ਵੀ ਕੀਤੀਆਂ ਨੇ, ਹਸਪਤਾਲਾਂ 'ਚ ਜਾ ਕੇ ਵੀ ਕੀਤੀਆਂ ਨੇ, ਲੋਕਾਂ ਦੇ ਘਰਾਂ 'ਚ ਜਾ ਕੇ ਵੀ ਅਸੀਂ ਕਰਦੇ ਹੈਗੇ ਆ। ਇਹ ਪ੍ਰੈਕਟੀਕਲ ਦੇ ਵਿੱਚ ਹੈਗਾ, ਚਾਹੇ ਉਹ ਅਟਾਰਨੀ ਚਾਹੇ ਉਹ ਰਜਿਸਟਰੀ ਹੈ। ਇਹ ਹੋਈ ਵੀ ਫਿਰ ਉਹਦੇ ਬਿਨਾਂ ਜੇਲ੍ਹ 'ਚ ਜਾਏ ਤਾਂ ਦਫ਼ਤਰ 'ਚ ਉਹਦੇ ਬਿਨਾਂ ਹਾਜ਼ਰ ਆਏ ਰਜਿਸਟਰ ਕਰ ਸਕਦੇ, ਉਹਦੇ ਵੱਲੋਂ ਐਗਜ਼ੀਕਿਊਟ ਕੀਤੀ ਹੋਈ ਜੀ। ਜੀ ਇਹ ਕਿਹਾ ਐਕਟ ਕਹਿ ਰਿਹਾ ਵੀ ਜੇ ਆਫਿਸਰ ਜਿਹਨੇ ਕਰਨੀ ਹੈ, ਜੇ ਉਹਦੀ ਤਸੱਲੀ ਹੁੰਦੀ ਹੈ, ਇਸ ਗੱਲ ਤੇ ਅਟਾਰਨੀ ਕਰਨ ਦੀ ਗੱਲ ਕਰਦੇ ਹਾਂ ਆਪਾਂ ਪਹਿਲਾਂ ਅਟਾਰਨੀ ਦੀ ਗੱਲ ਕਰ ਰਹੇ ਹਾਂ। ਇੱਥੇ ਇੱਕ ਗੱਲ ਜਿਹੜਾ ਸੈਕਸ਼ਨ ਹੈ, ਇਹ ਅਟਾਰਨੀ ਦੇ ਨਾਲ ਰਿਲੇਟਡ ਹੈਗਾ। ਜਿਹਦੀ ਪ੍ਰੈਜ਼ੈਂਸ ਤੋਂ ਬਿਨਾਂ ਕਰ ਸਕਦੇ ਹਾਂ ਜੀ, ਮਤਲਬ ਸੈਟੀਸਫੈਕਸ਼ਨ ਆਫ ਦਾ ਕੋਰਟ, ਸੈਟੀਸਫੈਕਸ਼ਨ ਆਫ ਜੱਜ, ਜੇ ਉਹਦੀ ਤਸੱਲੀ ਹੁੰਦੀ ਹੈ। ਪਰ ਇਹਨ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਆਪਣੇ ਤੇ, ਠੀਕ ਹੈ। ਆਪਣੇ ਤੇ ਰਿਸਪੌਂਸਿਬਿਲਿਟੀ ਕੋਈ ਨਹੀਂ ਲੈਂਦਾ। ਜਾ ਕੇ ਕਰਦਾ ਅਗਲਾ, ਕਿਆ ਪਤਾ ਲੱਗਦਾ ਕਿਸ ਨੇ ਕੀਤੇ, ਕਿਹਨੇ ਸਾਈਨ ਕੀਤੇ, ਕਿਤੇ ਨਹੀਂ ਕੀਤੇ। ਜੇ ਕੋਈ ਇਦਾਂ ਦੇ ਪਰਸਨਲ ਰਿਲੇਸ਼ਨ ਹੈਗੇ ਨੇ, ਬੰਦਾ ਪਰਸਨਲੀ ਤੌਰ ਤੇ ਜਾਣਦਾ ਬੰਦੇ ਨੂੰ, ਕਿਸੇ ਨੂੰ, ਠੀਕ ਹੈ, ਤਾਂ ਵੱਖਰੀ ਗੱਲ ਹੈਗੀ ਹੈ, ਤਾਂ ਕਰ ਸਕਦਾ। ਉਹਨੂੰ ਰੋਕਿਆ ਵੀ ਨਹੀਂ ਗਿਆ ਵੀ ਤੁਸੀਂ ਨਹੀਂ ਕਰਨੀ, ਕਰ ਵੀ ਸਕਦਾ ਹੈ। ਪਰ ਜੇ ਉਹਦੀ ਤਸੱਲੀ ਨਹੀਂ ਹੁੰਦੀ, ਦੋਨੇ ਗੱਲਾਂ ਦੱਸ ਦਿੱਤੀਆਂ ਇਹਦੇ ਵਿੱਚ, ਦੋਨੇ ਗੱਲਾਂ ਕਹਿ ਦਿੱਤੀਆਂ ਵੀ ਜੇ ਤੁਹਾਡੀ ਤਸੱਲੀ ਨਹੀਂ ਹੁੰਦੀ ਤਾਂ ਤੁਸੀਂ ਖੁਦ ਜਾ ਕੇ ਜਿਹੜੀ ਹੈਗੀ ਉਹਦੀ ਸਟੇਟਮੈਂਟ ਲੈ ਸਕਦੇ ਹੋ ਤੇ ਖੁਦ ਜਾ ਕੇ ਕਰ ਸਕਦੇ। ਇਨ ਪ੍ਰੈਕਟੀਕਲ ਜਿਹੜਾ ਹੁੰਦਾ ਇੱਦਾਂ ਹੀ ਹੈ ਵੀ ਖੁਦ ਆਫਿਸਰ ਜਾਂਦੇ ਨੇ, ਕੰਸਰਨਡ ਆਫਿਸਰ ਖੁਦ, ਜੇ ਬੰਦਾ ਜੇਲ੍ਹ ਦੇ ਵਿੱਚ ਹੈ, ਜੇ ਬੰਦਾ ਹਸਪਤਾਲ ਦੇ ਵਿੱਚ ਹੈ, ਜੇ ਬੰਦਾ ਘਰੇ ਹੈ, ਠੀਕ ਹੈ, ਜੇ ਉਹਨੇ ਅਟਾਰਨੀ ਕਰਨੀ ਹੈ, ਜੇ ਉਹਨੇ ਵਿਲ ਕਰਨੀ ਹੈ, ਤੇ ਖੁਦ ਵਿਅਕਤੀ ਜਿਹੜੇ ਕੰਸਰਨਡ ਆਫਿਸਰ ਸਬ ਰਜਿਸਟਰਾਰ ਹੈਗੇ ਆ, ਉਹ ਖੁਦ ਜਾਂਦੇ ਆ। ਹਾਂ, ਇਹਦੇ ਨਾਲ ਜਿਹੜਾ ਆਪਣਾ ਜਿਹੜਾ ਅੱਜ ਦਾ ਲੈਕਚਰ ਹੈਗਾ ਜੀ ਇੱਥੇ ਖਤਮ ਹੁੰਦਾ ਹੈ। ਇਸ ਤੋਂ ਪਹਿਲਾਂ ਕਿਸ ਦਾ ਕੋਈ ਕੁਐਸਚਨ ਹੈਗਾ ਕਰ ਸਕਦਾ ਹੈ। ਜਦੋਂ ਕਿਸੇ ਰਜਿਸਟਰੀ ਲਿਖਣ ਵੇਲੇ ਗਲਤੀ ਹੋ ਜਾਂਦੀ ਹੈ, ਹਾਂਜੀ, ਫਿਰ ਆਪਾਂ ਉਹਦੀ ਤਿੰਮਾ ਰਜਿਸਟਰੀ ਕਰਾਉਂਦੇ ਜੀ। ਉਹ ਕਿਹੜੇ ਸੈਕਸ਼ਨ 'ਚ ਆਊਗਾ ਜੀ? ਆਪਾਂ ਪੜਾਂਗੇ, ਇਹਦੇ ਵਿੱਚ ਹੀ ਆਏਗਾ, ਤਿੰਮਾ ਰਜਿਸਟਰੀ ਬਾਰੇ ਆਏਗਾ। ਅੱਗੇ ਪੜਾਂਗੇ, ਤੁਹਾਨੂੰ ਆਪਣੇ ਅਪਰੂਵ ਹੋ ਜਾਏਗਾ ਸਾਰਾ ਕੁਝ, ਠੀਕ ਹੈ ਨਾ। ਜਿੰਨਾ ਆਪਾਂ ਪੜ੍ਹੇ ਇਹਦੇ ਵਿੱਚ, ਇਹਦੇ ਰਿਗਾਰਡਿੰਗ ਕੋਈ ਕੁਐਸਚਨ ਹੋਵੇ ਕਿਸੇ ਦਾ? ਕੱਲ ਅਸੀਂ ਪੜਾਂਗੇ ਜੀ ਪੇਪਰ ਨੰਬਰ 5, ਇੰਡੀਅਨ ਪੀਨਲ ਕੋਡ ਚੱਲ ਰਿਹਾ ਸਾਡਾ, ਇੰਡੀਅਨ ਪੀਨਲ ਕੋਡ ਕੱਲ ਅਸੀਂ ਇਸੇ ਟਾਈਮ 'ਚ ਉਹ ਪੜਾਂਗੇ, ਠੀਕ ਹੈ ਜੀ। ਇਹਦੇ ਨਾਲ ਹੀ ਅੱਜ ਦਾ ਜਿਹੜਾ ਲੈਕਚਰ ਖਤਮ ਹੁੰਦਾ ਹੈ। ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ।